ਵਾਹਿਗੁਰੂ। ਅੱਜ ਆਪਾਂ 1241 अंग ते जिहड़ी हैगी सारंग दी वार जिहड़ी ओदी 11वीं पौड़ी लैनी है जी। 10 तक लै लियां आपां ने ते 11वीं पौड़ी हैगी ओदे श्लोक ते उस तो बाद पौड़ी 2 श्लोक हैगे आ। ते इस तो पहलां जिहड़ी हैगी 10वीं पौड़ी तक महाराज ने जिहड़ा हैगा 10वीं पौड़ी दे विच 2 श्लोकां दे नाल महाराज ने दस्सिया सीगा कि जे कोई जिहड़ा हैगा कर्म कांडां दे द्वारा सारियां पूरियां जिन्नियां भी जिन्ने भी धरतियां हैगी जिथे भी रहिंदे आ लोकी सारियां नूं जित लै ते एक पैर दे नाल जिहड़ा हैगा कष्ट उठा के जिहड़ा हैगा तां भी जिहड़ा हैगा कोई कर्म कांडां दे द्वारा जिहड़ा हैगा उस मालक नूं जिहड़ा हैगा ਉਹਨੂੰ कर्म कांडां दे द्वारा पाउणा चाहे। जिस तरह योग साधना होंदी है पौण मार के जिहड़ा हैगा श्वास उपर चढ़ा के 7 दिन भुखे रह के पूरा जिहड़ा हैगा जप करके सिर मुंडी जिहड़ी हैगी वो होर ज़्यादा सिर थल्ले ते लत्तां उत्ते करके जिहड़ा हैगा जिहड़ा कई लोग पानी च खड़े रहिंदे आ, कई लोग इस तरह करदे आ, कई भोरे च बंद हो जांदे आ। पर कहंदे इहदे नाल जिहड़ा हैगा ਉਹ ਜਿਹੜੇ ਹੈਗੇ ਕਰਮ ਕਾਂਡਾਂ ਦੇ ਵਿੱਚ ਉਹਨਾਂ ਦੀ ਟੇਕ ਕੀ ਹੈਗੀ, ਉਹ ਕਿਹਦਾ ਧਿਆਨ ਧਰ ਰਹੇ ਆ, ਕਿਹਦਾ ਆਸਰਾ ਕਿਹਦਾ ਹੈਗਾ, ਉਹਨਾਂ ਨੂੰ ਕਿਹਦਾ ਜ਼ੋਰ ਹੈਗਾ, ਉਹਨਾਂ ਨੂੰ ਮਾਲਕ ਪਰਮਾਤਮਾ ਦੀ ਤਾਂ ਭਗਤੀ ਕਰ ਹੀ ਨਹੀਂ ਰਹੇ। ਉਹ ਬਸ ਹੋਰ ਕਰਮ ਕਾਂਡ ਕਰ ਰਹੇ, ਕੋਈ ਗੋਰਖਪੁਰ ਕਰ ਰਿਹਾ, ਕੋਈ ਕਿਸ ਤਰ੍ਹਾਂ, ਕੋਈ ਕਿਸੇ ਦਾ ਕਾਲੀ ਦਾ ਜਪ ਕਰ ਰਿਹਾ, ਕੋਈ ਕੁਛ ਕਰ ਰਿਹਾ। ਤੇ ਕਿਸ ਨੂੰ ਕਹੀਏ ਨਾਨਕਾ ਕਰਤਾ ਕਿਸ ਨੂੰ ਕਹੀਏ ਨਾਨਕਾ ਕਿਸ ਨੂੰ ਕਰਤਾ ਦੇ। ਕਹਿੰਦੇ ਇਹ ਇਸ ਤਰ੍ਹਾਂ ਜਿੰਨਾ ਵੀ ਕੋਈ ਜਿਹੜਾ ਹੈਗਾ ਆਪਣੇ ਜ਼ੋਰ ਦੇ ਨਾਲ, ਆਪਣੀ ਤਾਕਤ ਦੇ ਨਾਲ, ਆਪਣੇ ਹੰਕਾਰ ਦੇ ਨਾਲ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਹੈ ਨਾ ਬਈ ਨਾ, ਇਹ ਨਹੀਂ ਹੋ ਸਕਦਾ। ਕਹਿੰਦੇ ਕੀ ਪਤਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਕਿਹਨੂੰ ਦੇਣੀ ਹੈ ਦਾਤ, ਉਹਦੀ ਕਸੌਟੀ ਤੇ ਕਿਹੜਾ ਉਤਰਦਾ ਹੈ ਪੂਰਾ। ਹੁਕਮ ਰਹਾਏ ਆਪਣੇ ਮੂਰਖ ਆਪ ਗਣੇ। ਕਹਿੰਦੇ ਆਪਣੇ ਹੁਕਮ ਦੇ ਨਾਲ ਮਾਲਕ ਸਾਰੀ ਸ੍ਰਿਸ਼ਟੀ ਚਲਾ ਰਿਹਾ ਆ। ਔਰ ਜਿਹੜੇ ਹੈਗੇ ਆ ਇਨਸਾਨ ਜਿਹੜੇ ਹੈਗੇ ਆਪਣੇ ਜਾਪ ਦੇ ਨਾਲ, ਆਪਣੀ ਤਾਕਤ ਦੇ ਨਾਲ ਜਿਹੜਾ ਹੈਗਾ ਆਪਣੇ ਆਪ ਨੂੰ ਮੈਂ ਕਰਦੇ ਆ, ਆਪਣੇ ਆਪ ਨੂੰ ਕਰਤਾ ਬਣਾਉਂਦੇ ਆ। ਇਸ ਤਰੀਕੇ ਦੇ ਨਾਲ ਨਹੀਂ ਮਾਲਕ ਪਰਮਾਤਮਾ ਨੂੰ ਪਾਇਆ ਜਾ ਸਕਦਾ। ਤੇ ਔਰ ਆਖਰੀ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਦੱਸਿਆ ਸੀ ਮਹਾਰਾਜ ਨੇ ਵੀ सिर्फ नाम जिहड़ा हैगा नाए मन्ना कुल उधर है सब कुटुंब सभाए। आप तो उधर दा ही है नाम दे नाल, नाम दे मन हुण नाए मन्ने लिखिया है, इत्थे नाम मन्ने लई लिखिया। ते नाए मन्ने दा मतलब हुंदा आ बई ध्यान सिमरन दे द्वारा, ध्यान सिमरन तो अलावा किसी होर तरीके दे नाल अपने अंदर वड़े और विचार जिहड़े हैगे, विचार ही तां हैगी सारी डुअलिटी दुविधा, ਸਾਰੇ ਆਕਾਰ ਜਿਹੜਾ ਹੈਗਾ ਵਿਚਾਰਾਂ ਦੇ ਦੁਆਰਾ ਆਪਾਂ ਜੁੜੇ ਹੋਏ ਹਾਂ ਇਹਦੇ ਨਾਲ। ਔਰ ਵਿਚਾਰਾਂ ਨੂੰ ਬੰਦ ਕਰਨ ਦਾ ਹੋਰ ਕੋਈ ਜ਼ਰੀਆ ਹੀ ਨਹੀਂ ਹੈਗਾ। ਜਦ ਤੱਕ ਨਾਮ ਨੂੰ ਜਿਹੜਾ ਹੈਗਾ ਧਿਆਨ ਸਿਮਰਨ ਨਹੀਂ ਕਰਦੇ ਤੇ ਮਨ ਦੇ ਵਿੱਚ ਨਹੀਂ ਵਸਦਾ ਉਹ ਮਾਲਕ ਪਰਮਾਤਮਾ, ਔਰ ਇਹ ਨਾਮ ਮਨ ਦੇ ਵਿੱਚ ਨਹੀਂ ਉਤਰਦਾ। ਇੱਥੇ ਕਈ ਜਗ੍ਹਾ ਨਾਏ ਮੰਨੇ ਲਿਖਿਆ ਹੋਇਆ, ਕਈ ਜਗ੍ਹਾ ਜਿਹੜਾ ਹੈਗਾ ਨਾਉ ਮੰਨੇ ਵੀ ਲਿਖਿਆ ਹੋਊਗਾ। ਦੋਨਾਂ ਦੇ ਇੱਕੋ ਹੀ ਮੀਨਿੰਗ ਹੈ ਧਿਆਨ ਸਿਮਰਨ। ਔਰ ਇਹਦੇ ਨਾਲ ਸੰਗਤ ਵੀ ਉਧਰ ਜਾਂਦੀ ਹੈ ਜਿਨ੍ਹਾਂ ਨੇ ਹਿਰਦੇ 'ਚ ਵਸਾ ਲੈਂਦੇ ਆ। ਨਾਏ ਮੰਨੇ ਸੰਗਤ ਉਧਰ ਹੈ ਜਿਨ ਹਿਰਦਾ ਵਸਾਇਆ। ਹੁਣ ਹਿਰਦੇ 'ਚ ਕਿਵੇਂ ਵਸਦਾ ਹੈ? ਹਿਰਦੇ 'ਚ ਜਿਹੜਾ ਹੈਗਾ ਆਪਣੇ ਹੁਣ ਹਿਰਦੇ ਦੇ ਵਿੱਚ ਕੀ ਵਸਿਆ ਹੋਇਆ ਦੇਖ ਲਓ। ਆਪਣੇ ਹਿਰਦੇ ਦੇ ਵਿੱਚ ਹੁਣ ਜਿਹੜੀ ਹੈਗੀ ਆ ਆਪਣੇ ਹਿਰਦੇ 'ਚ ਮਾਇਆ ਵਸੀ ਹੋਈ ਆ। ਆਪਣੇ ਹਿਰਦੇ 'ਚ ਆਕਾਰ ਜਿਹੜੇ ਹੈਗੇ ਜਿਹੜੇ ਹੈਗੇ ਆ ਦੁਨੀਆ ਦੇ ਚਸਕੇ ਜਿਹੜੇ ਹੈਗੇ ਆ, ਜਿਹੜੇ ਭੋਗ ਵਿਲਾਸ, ਇਹ ਸਾਰੇ ਆਪਣੇ ਹਿਰਦੇ ਦੇ ਵਿੱਚ ਵਸੇ ਹੋਏ ਆ। ਹਿਰਦੇ ਦੇ ਵਿੱਚ ਵਸਣਾ ਕਿਵੇਂ ਕਹਿਤਾ ਜੀ? ਇਸ ਤਰ੍ਹਾਂ ਵੀ ਹਿਰਦੇ 'ਚ ਵਸੇ ਹੋਏ ਆ ਕਿਉਂਕਿ ਦੇਖੋ ਆਪਾਂ ਜਿਹੜੇ ਹੈਗੇ ਮਜਬੂਰੀ ਦੇ ਨਾਲ ਕੰਮ ਕਰਦੇ ਹਾਂ। ਮਜਬੂਰੀ ਦੇ ਨਾਲ ਸਾਰੇ ਜਿਹੜੇ ਹੈਗੇ ਕੋਈ ਹੋਰ ਬੱਚੇ ਪੜ੍ਹਾਉਣਾ ਜਾਂ ਹੋਰ ਜਿਹੜਾ ਹੈਗਾ ਨੌਕਰੀ ਕਰਨੀ ਜਾਂ ਘਰ ਦੇ ਕੰਮ ਕਰਨੇ, ਸਾਰੇ ਮਜਬੂਰੀ ਆ ਇਨਸਾਨ ਦੀ। ਇਹਦੇ ਵਿੱਚ ਉਹਨੂੰ ਸ਼ੌਕ ਨਹੀਂ ਹੋਏਗਾ। ਲੇਕਿਨ ਜਿਹੜਾ ਹੈਗਾ ਜਦ ਇਹ ਸਾਰੇ ਕੰਮ ਹੋ ਜਾਂਦੇ, ਰਿਲੈਕਸ ਹੋ ਜਾਂਦਾ ਇਨਸਾਨ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਕੀ ਕਰਦੇ ਹਾਂ ਉਹ ਹੈਗਾ ਆਪਣੇ ਹਿਰਦੇ ਦੇ ਵਿੱਚ ਵਸਿਆ ਹੋਇਆ। ਜਦ ਬਿਲਕੁਲ ਇਨਸਾਨ ਫ੍ਰੀ ਹੋ ਜਾਂਦਾ ਹੈ, ਸਮਾਂ ਉਹ ਕਿੱਥੇ ਸਮਾਂ ਲਗਾਉਂਦਾ ਹੈ, ਉਹ ਚੀਜ਼ ਉਹਦੇ ਹਿਰਦੇ 'ਚ ਵਸੀ ਹੋਈ ਹੈ। ਉਹਨੂੰ ਰਿਪਲੇਸਮੈਂਟ ਚਾਹੀਦੀ ਆ, ਉਹ ਚੀਜ਼ ਨਿਕਲੇਗੀ
ਉੱਥੇ ਜਿਹੜਾ ਹੈਗਾ ਪਰਮਾਤਮਾ ਦਾ ਨਾਮ ਪਰਮਾਤਮਾ ਵਸੂਗਾ, ਔਰ ਤਾਂ ਜਿਹੜਾ ਹੈਗਾ ਇਹ ਖੇਡ ਜਿਹੜੀ ਹੈਗੀ ਜਿੱਤੀ ਜਾ ਸਕਦੀ। ਔਰ ਉਹਨੇ ਵਸਣਾ ਹੈਗਾ ਧਿਆਨ ਸਿਮਰਨ ਦੇ ਦੁਆਰਾ, ਹੋਰ ਕੋਈ ਤਰੀਕਾ ਨਹੀਂ ਹੈਗਾ। ਹੁਣ ਆਪਾਂ ਜਿਹੜੇ ਹੈਗੇ ਉਹ ਅਗਲਾ ਜਿਹੜਾ ਹੈਗਾ ਲੈਨੇ ਆਪਾਂ 11ਵਾਂ ਜਿਹੜਾ ਹੈਗਾ 11ਵੀਂ ਪੌੜੀ ਤੇ ਸ਼ਲੋਕ ਮਹੱਲਾ ਪਹਿਲਾ। ਸਭੇ ਰਾਤੀ ਸਭੇ ਦਿਨ ਸਭੇ ਥਿਤੀ ਵਾਰ। ਕਹਿੰਦੇ ਸਾਰੀਆਂ ਰਾਤਾਂ, ਸਾਰੇ ਦਿਨ, ਸਾਰੀਆਂ ਤਿਥੀਆਂ ਤੇ ਸਾਰੇ ਵਾਰ। ਤਿਥੀ ਮਤਲਬ ਡੇਟ, ਸਾਰੇ ਇਹ ਤਾਂ ਆਪਾਂ ਆਪਣੀ ਧਰਤੀ ਤੇ ਹੈਗੀ ਵੀ 12 ਘੰਟੇ ਦਾ ਦਿਨ ਆ, 12 ਘੰਟੇ 24 ਘੰਟੇ ਆਪਾਂ ਨੇ ਬਣਾਏ ਹੋਏ ਆ। ਸੂਰਜ ਹੈਗਾ ਉਹਦੇ ਹਿਸਾਬ ਦੇ ਨਾਲ, ਕੀ ਪਤਾ ਹੋਰ ਕਿਸੇ ਧਰਤੀ ਤੇ 6 ਘੰਟੇ ਦਾ ਦਿਨ ਹੋਏ, 6 ਘੰਟੇ ਦੀ ਰਾਤ ਹੋਏ। ਚੰਦਰਮਾ ਦੇ ਵਿੱਚ ਤਾਂ ਪਤਾ ਨਹੀਂ ਕਿੰਨੀ ਕਹਿੰਦੇ ਆ ਦਿਨ ਹੁੰਦਾ ਹੈ, ਕਿੰਨੀ ਰਾਤ ਹੁੰਦੀ ਹੈ। ਇਹ ਕੀ ਪਤਾ ਲੱਗਦਾ ਹੈ? ਮਾਲਕ ਪਰਮਾਤਮਾ ਨੇ ਕਹਿੰਦੇ ਸਾਰੇ ਹੀ ਲੈ ਲਓ ਭਾਈ, ਸਾਰੀਆਂ ਧਰਤੀਆਂ ਦੇ ਸਾਰਿਆਂ ਦੇ ਦਿਨ ਲੈ ਲਓ, ਸਾਰੀਆਂ ਡੇਟਾਂ ਲੈ ਲਓ, ਸਾਰੇ ਵਾਰ ਲੈ ਲਓ। ਸਭੇ ਰੁੱਤੀ ਮਾਂ ਸਭੇ ਧਰਤੀ ਸਭ ਭਾਰ। ਕਹਿੰਦੇ ਸਾਰੀਆਂ ਜਿੰਨੀਆਂ ਵੀ ਰੁੱਤਾਂ ਹੈਗੀਆਂ, ਰੁੱਤਾਂ ਵੀ ਸੂਰਜ ਦੇ ਨਾਲ ਰੁੱਤਾਂ ਬਦਲਦੀਆਂ ਹੈ। ਜਿਹੜਾ ਹੈਗਾ ਗਰਮੀ ਆ ਜਾਂਦੀ ਹੈ, ਸਰਦੀ ਆ ਜਾਂਦੀ ਹੈ, ਅਲੱਗ-ਅਲੱਗ ਰੁੱਤ ਆ ਜਾਂਦੀ ਹੈ, ਪਤਝੜ ਆ ਜਾਂਦੀ ਹੈ ਸੂਰਜ ਦੇ ਹਿਸਾਬ ਦੇ ਨਾਲ। ਕਹਿੰਦੇ ਸਾਰਾ ਜਿਹੜਾ ਹੈਗਾ ਰੁੱਤਾਂ ਲੈ ਲਓ, ਮਹੀਨੇ ਲੈ ਲਓ, ਸਾਰੀਆਂ ਧਰਤੀਆਂ ਲੈ ਲਓ, ਉਹਨਾਂ ਦੇ ਉੱਤੇ ਜਿੰਨੇ ਵੀ ਭਾਰ ਹੈਗੇ ਆ, ਪਹਾੜ ਜਲ ਵਗੈਰਾ ਜੋ ਜਿੰਨੇ ਵੀ ਜੀਵ ਰਹਿੰਦੇ ਆ ਸਾਰੇ ਲੈ ਲਓ। ਸਭੇ ਪਾਣੀ ਪਾਉਣ ਸਭੇ ਅਗਨੀ ਪਤਾਲ। ਕਹਿੰਦੇ ਸਾਰੇ ਪਾਣੀ ਲੈ ਲਓ, ਸਾਰੀਆਂ ਹਵਾਵਾਂ ਲੈ ਲਓ, ਸਾਰੀਆਂ ਅੱਗਾਂ ਲੈ ਲਓ, ਪਤਾਲ ਲੈ ਲਓ। ਪਾਣੀ ਦੇ ਵਿੱਚ ਜਿੰਨੇ ਵੀ ਜੀਵ ਰਹਿੰਦੇ ਆ, ਜਿੱਥੇ ਪਾਣੀ ਜਿਹੜਾ ਹੁਣ ਆਪਣੇ ਇੱਥੇ ਧਰਤੀ ਦੇ ਉੱਤੇ ਆਪਾਂ H2O ਕਹਿੰਦੇ ਆ, ਹਾਈਡਰੋਜਨ ਦੇ 2 ਐਟਮ ਤੇ ਆਕਸੀਜਨ ਦਾ 1 ਐਟਮ, ਤੇ ਪਾਣੀ ਬਣ ਗਿਆ ਜੀ। ਆਪਣੇ ਇੱਥੇ ਪਾਣੀ ਇਸ ਤਰ੍ਹਾਂ ਹੈਗਾ, ਕੀ ਪਤਾ ਮਾਲਕ ਨੇ ਕਿੰਨੇ ਕੁ ਪਾਣੀ ਕਿਸ ਤਰ੍ਹਾਂ ਅਲੱਗ-ਅਲੱਗ ਟਾਈਪ ਦੇ ਕੰਬੀਨੇਸ਼ਨ ਨਾਲ ਬਣਾਏ ਹੋਏ ਆ। ਆਪਣੀ ਹਵਾ ਹੈਗੀ, ਉਹਦੇ 'ਚ ਆਕਸੀਜਨ ਹੈਗੀ ਆ, ਨਾਈਟ੍ਰੋਜਨ ਹੈਗੀ ਆ, ਕਾਰਬਨ ਡਾਈਆਕਸਾਈਡ ਹੈਗੀ ਆ। ਕੀ ਪਤਾ ਅੱਗੇ ਮਾਲਕ ਨੇ ਕਿੰਨੀਆਂ ਹਵਾਵਾਂ ਹੈਗੀਆਂ ਔਰ ਕਿੰਨੀਆਂ ਅੱਗਾਂ ਹੈਗੀਆਂ। ਉਹ ਇੱਥੇ ਹੀ ਦੇਖ ਲਓ, ਆਪਣੀ ਕੋਈ ਕੈਮੀਕਲ ਐਨਰਜੀ ਹੈਗੀ, ਕੋਈ ਜਿਹੜੀ ਹੈਗੀ ਆ ਜਿਹੜੀ ਆ ਵੈਜੀਟੇਸ਼ਨਲ ਲੱਕੜੀਆਂ ਦੀ ਐਨਰਜੀ ਹੈਗੀ, ਕੋਈ ਜਿਹੜੀ ਹੈਗੀ ਆ ਸੋਲਾਰ ਐਨਰਜੀ ਹੈਗੀ, ਕੋਈ ਜਿਹੜੀ ਹੈਗੀ ਆ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਐਟੋਮਿਕ ਐਨਰਜੀ ਦੇਖ ਲਓ, ਕਿੰਨੀਆਂ ਐਨਰਜੀ ਆਪਣੇ ਅੰਦਰ ਹੀ। ਜਿਹੜਾ ਇਨਸਾਨ ਦੇ ਪੇਟ ਦੇ ਅੰਦਰ ਕਿਸ ਤਰ੍ਹਾਂ ਜਿਹੜੀ ਹੈਗੀ ਆ, ਕਿਵੇਂ ਹੀਟ ਬਣਦੀ ਹੈ, ਕਿਵੇਂ ਕਿਸ ਤਰ੍ਹਾਂ ਜਿਹੜਾ ਆਪਾਂ ਸੜਦੇ ਵੀ ਨਹੀਂ ਹੈ। ਦੇਖ ਲਓ ਕੈਸਾ ਪਰਮਾਤਮਾ ਨੇ ਐਸਾ ਜਿਹੜਾ ਹੈਗਾ ਸਿਸਟਮ ਲਗਾਇਆ ਹੋਇਆ ਹੈ। ਕਿੱਥੇ ਕੌਣ ਅੱਗ ਜਲਾ ਰਿਹਾ, ਉੱਥੇ ਕਿਵੇਂ ਭੋਜਨ ਹਜਮ ਹੋ ਰਿਹਾ, ਕਿਵੇਂ ਆਪਾਂ ਨੂੰ ਜਿਹੜਾ ਸਰਦੀ ਦੇ ਵਿੱਚ ਕਿਵੇਂ ਅੰਦਰੋਂ ਗਰਮੀ ਆ ਰਹੀ ਹੈ। ਇਹ ਚੀਜ਼ ਖੇਡ ਮਾਲਕ ਪਰਮਾਤਮਾ ਦੀ ਬਹੁਤ ਹੀ ਆਸ਼ਚਰਜਨਕ ਖੇਡ ਹੈਗੀ ਆ। ਕਹਿੰਦੇ ਸਾਰੀਆਂ ਧਰਤੀਆਂ, ਸਾਰੇ ਜਿਹੜੇ ਹੈਗੇ ਦਿਨ ਰਾਤ, ਜੋ ਕੁਛ ਵੀ, ਸਾਰੇ ਪਾਣੀ, ਸਾਰੀਆਂ ਹਵਾਵਾਂ, ਸਾਰੀਆਂ ਅੱਗਾਂ, ਸਾਰੇ ਪਦਾਰਥ, ਸਭੇ ਪੁਰੀਆਂ ਖੰਡ ਸਭੇ ਲੋ ਆਕਾਰ। ਕਹਿੰਦੇ ਸਾਰੀਆਂ ਪੁਰੀਆਂ, ਜਿੱਥੇ ਵੀ ਲੋਕੀ ਰਹਿੰਦੇ ਆ, ਸਾਰੇ ਜਿਹੜੇ ਹੈਗੇ ਇਹ ਬ੍ਰਹਿਮੰਡ ਦੇ ਟੁਕੜੇ, ਸਾਰੇ ਜਿੰਨੇ ਵੀ ਲੋਕ ਹੈਗੇ ਸਾਰੇ, ਔਰ ਜਿੰਨੇ ਵੀ ਲੋਕ ਔਰ ਜਿੰਨੇ ਵੀ ਜੀਵ ਹੈਗੇ, ਜਿੰਨੇ ਵੀ ਆਕਾਰ ਮਾਲਕ ਪਰਮਾਤਮਾ ਨੇ ਬਣਾਏ ਹੋਏ ਆ। ਕਹਿੰਦੇ ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀ ਜੇਕਾਰ। ਕਹਿੰਦੇ ਨਹੀਂ ਪਤਾ ਲੱਗਦਾ ਭਾਈ, ਨਹੀਂ ਪਤਾ ਲੱਗਦਾ ਉਸ ਮਾਲਕ ਪਰਮਾਤਮਾ ਨੇ ਕਿੰਨਾ ਕੁ ਬਣਾਇਆ ਹੋਇਆ। ਉਹ ਤਾਂ ਅੱਖ ਝਮਕਣ ਦੇ ਵਿੱਚ ਜਿਹੜਾ ਹੈਗਾ ਸ੍ਰਿਸ਼ਟੀ ਨੂੰ ਰਚ ਦਿੰਦਾ ਹੈ ਔਰ ਨਸ਼ਟ ਕਰ ਦਿੰਦਾ ਹੈ। ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀ ਜੇ ਕਾਰ। ਕਹਿੰਦੇ ਉਹਦੀ ਕਾਰ ਤਾਂ ਕਹੀ ਜਾ ਹੀ ਨਹੀਂ ਸਕਦੀ। ਉਹਦਾ ਹੁਕਮ ਜਿਹੜਾ ਹੈਗਾ ਕਿੰਨਾ ਕੁ ਵੱਡਾ ਆ, ਉਹਦਾ ਹੁਕਮ ਕਿੱਥੇ ਤੱਕ ਉਹਦਾ ਹੁਕਮ ਚੱਲ ਰਿਹਾ ਆ। ਕਹਿੰਦੇ ਕੋਈ ਉਹਦੀ ਲਿਮਿਟੇਸ਼ਨ ਨਹੀਂ ਹੈਗੀ, ਉਹਦੀ ਕਾਰ ਦੀ ਕੋਈ ਲਿਮਿਟੇਸ਼ਨ ਨਹੀਂ ਹੈਗੀ। ਆਖੈਂ ਥੱਕੈਂ ਆਖ ਕਰ ਸਿਫਤੀ ਵਿਚਾਰ। ਕਹਿੰਦੇ ਇਸ ਚੀਜ਼ ਨੂੰ, ਉਹਦੇ ਆਕਾਰ ਨੂੰ ਜਿਹੜਾ ਹੈਗਾ, ਉਹਦੇ ਹੁਕਮ ਨੂੰ ਜਿਹੜਾ ਹੈਗਾ ਦੱਸਣ ਦੇ ਵਾਸਤੇ ਲੋਕੀ ਥੱਕ ਗਏ ਉਹਦੀ ਇਸ ਤਰੀਕੇ ਦੇ ਨਾਲ ਹੁਕਮ ਦੱਸ ਕੇ। ਸੁਰਜੀਤ ਕੌਰ ਜੀ ਆਪਣਾ ਮਾਈਕ ਬੰਦ ਕਰ ਦਿਓ ਪਲੀਜ਼। ਤੁਸੀਂ ਆਏ ਹੋ ਤੇ ਧੰਨਵਾਦ। 1 ਸੈਕਿੰਡ ਜੀ। ਓਹੋ ਪਤਾ ਨਹੀਂ ਜੀ, ਇਹ ਜਿਹੜਾ ਨਾ
ਪਤਾ ਨਹੀਂ ਕਿੱਥੇ ਹੈਗੇ ਜੀ। ਆ ਮਿਲ ਗਏ। ਵਾਹਿਗੁਰੂ। ਆਪਾਂ ਜਿਹੜੇ ਹੈਗੇ ਆ ਆਖੇ ਥੱਕੇ ਆਖ ਆਖ ਕਰ ਸਿਫਤੀ ਵਿਚਾਰ, ਕਹਿੰਦੇ ਇਸ ਤਰ੍ਹਾਂ ਦੀ ਵਿਚਾਰ ਜਿਹੜੀ ਹੈ ਭਾਵੇਂ ਚਲੋ ਇਹ ਵੀ ਸਿਫਤ ਮੰਨ ਲੈਂਦੇ, ਪਰ ਕਹਿੰਦੇ ਆਕਾਰ ਦੇ ਵਿੱਚੋਂ ਮਾਲਕ ਪਰਮਾਤਮਾ ਦੀ ਰਚਨਾ ਤੋਂ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਹੁਕਮ ਨੂੰ ਔਰ ਉਹਦੀ ਕਾਰ ਨੂੰ ਜਾਣਨਾ ਕਹਿੰਦੇ ਇੰਪੋਸੀਬਲ ਹੈ। ਬ੍ਰਹਮੇ ਵਰਗੇ ਜਿਹੜੇ ਹੈਗੇ ਆ ਉਹਨਾਂ ਨੇ ਟਿੱਲ ਲਾ ਕੇ ਦੇਖ ਲਈ ਆਪਣੇ ਬ੍ਰਹਮਾ ਨੇ। ਤ੍ਰਿਣ ਨਾ ਪਾਇਓ ਬੱਪੜੀ ਨਾਨਕ ਕਹੇ ਗਵਾਰ, ਕਹਿੰਦੇ ਇੱਕ ਤ੍ਰਿਣ ਇੱਕ ਤੀਲੇ ਜਿੰਨਾ ਵੀ ਉਹਨਾਂ ਨੇ ਨਹੀਂ ਖੋਜ ਸਕੇ ਮਾਲਕ ਪਰਮਾਤਮਾ ਦਾ। ਤ੍ਰਿਣ ਜਿੰਨਾ ਤੀਲੇ ਜਿੰਨਾ ਵੀ। ਹੁਣ ਇਹ ਦੇਖ ਲਓ ਆਪਣੀ ਧਰਤੀ ਤੇ ਤੀਲੇ ਦਾ ਕਿੰਨਾ ਕੁ ਮਹੱਤਵ ਹੈਗਾ ਤੇ ਦੁਨੀਆ ਦੇ ਵਿੱਚ ਤੀਲੇ ਦੀ ਕਿੰਨੀ ਕੁ ਵੈਲਿਊ ਹੈਗੀ ਹੈ। ਕਹਿੰਦੇ ਤ੍ਰਿਣ ਨਾ ਪਾਇਓ ਬੱਪੜੀ, ਬੱਪੜੀ ਕਹਿੰਦੇ ਵਿਚਾਰਿਆਂ ਨੇ, ਇੱਕ ਖੋਜਣ ਵਾਲਿਆਂ ਨੇ, ਮਾਲਕ ਪਰਮਾਤਮਾ ਦਾ ਅੰਤ ਲੱਭਣ ਵਾਲਿਆਂ ਨੇ, ਉਹਦੀ ਕਾਰ ਦਾ ਅੰਤ ਲੱਭਣ ਵਾਲਿਆਂ ਨੇ ਇੱਕ ਤੀਲੇ ਜਿੰਨਾ ਵੀ, ਕਹਿੰਦੇ ਤੀਲੇ ਜਿੰਨਾ ਵੀ ਨਹੀਂ ਪਾਇਆ ਅੰਤ, ਇਹ ਪਾ ਨਹੀਂ ਸਕੇ ਉਹ ਮਾਲਕ ਪਰਮਾਤਮਾ ਦੀ ਰਚਨਾ ਦਾ। ਨਾਨਕ ਕਹੇ ਗਵਾਰ। ਇੱਕ ਹੋਰ ਕਹਿੰਦੇ ਗੱਲ ਮਹਾਰਾਜ ਕਹਿੰਦੇ ਗਵਾਰ ਕਹਿ ਸਕਦੇ ਇਹਨਾਂ ਨੂੰ ਜਦੋਂ ਉਹਨਾਂ ਨੂੰ ਪਤਾ ਹੈ ਵੀ ਮਾਲਕ ਪਰਮਾਤਮਾ ਇੰਨਾ ਵੱਡਾ ਹੈਗਾ ਤੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਾਹਦੇ ਵਾਸਤੇ ਜਿਹੜੇ ਹੈਗੇ ਉਹਦੀ ਜਿਹੜੀ ਹੈਗੀ ਰਚਨਾ ਦੇ ਵਿੱਚ ਜਿਹੜਾ ਹੈਗਾ ਰਚਨਾ ਨੂੰ ਲੱਭ ਕੇ ਰਚਨਾ ਤੋਂ ਰਚੀਏਤੇ ਤੱਕ ਜਾਣ ਦੀ ਕੋਸ਼ਿਸ਼ ਕਰਦੇ ਆ ਧਿਆਨ ਸਿਮਰਨ ਨੂੰ ਛੱਡ ਕੇ। ਹਾਂਜੀ ਗੁਰਕੀ ਸਾਹਿਬ। ਠੀਕ ਹੈ ਜੀ। ਸਾਧ ਸੰਗਤ ਜੀ, ਬਾਣੀ ਤੇ ਆਪਾਂ ਨੂੰ ਇਹੋ ਹੀ ਸਮਝਾ ਰਹੀ ਹੈ ਕਿ ਵੈਸੇ ਤੇ ਸਾਇੰਟਿਸਟ ਵੀ ਪੂਰੀ ਕੋਸ਼ਿਸ਼ ਕਰਦੇ ਨੇ, ਜਦੋਂ ਪਦਾਰਥ ਨੂੰ ਤੋੜਦੇ ਜਾਂਦੇ ਆਖਰ ਤੇ ਜਾ ਕੇ ਵਹਿੰਦੇ ਆ ਕਿ ਲੋਹਾ ਵੀ ਜਿਹੜਾ ਦਿਖਾਈ ਦਿੰਦਾ ਦਿਖਦਾ ਤਾਂ ਹੈ ਲੋਹਾ, ਪਰ ਇੱਕ ਸਮਾਂ ਆਉਂਦਾ ਇਹ ਵੀ ਇੱਕ ਐਨਰਜੀ ਜੀ ਬਣ ਜਾਂਦਾ। ਬਿਲਕੁਲ ਬਣ ਜਾਂਦਾ ਜੀ, ਬਿਲਕੁਲ ਬਣ ਜਾਂਦਾ। ਹਾਂ, ਇੱਕ ਸ਼ਕਤੀ ਜੀ ਜੇ ਸਟੀਲ ਲਾ ਲਓ, ਕਾਪਰ ਲਾ ਲਓ, ਐਲੂਮੀਨੀਅਮ ਲਾ ਲਓ, ਸੋਨਾ ਲਾ ਲਓ, ਇਹਨੂੰ ਤੋੜਦੇ ਜਾਂਦੇ ਤੋੜੀ ਜਾਂਦੇ ਇੱਕ ਸਮਾਂ ਆਉਂਦਾ ਕਿ ਕੁਛ ਵੀ ਨਹੀਂ ਰਹਿ ਜਾਂਦਾ। ਹਾਂਜੀ ਗੋਰਖੀ ਸਾਹਿਬ, ਇਹ ਨਾ ਮੈਂ ਸਾਇੰਸ ਦੇ ਹਿਸਾਬ ਨਾਲ ਦੱਸਦਾ ਥੋੜਾ ਜਿਹਾ। ਇਹਦੇ ਵਿੱਚ ਨਾ ਆਪਣੇ ਸਾਰੇ ਜਿੰਨਾ ਵੀ ਮੈਟਰ ਆ ਦੁਨੀਆ ਦਾ, ਇਹ ਸਾਰੇ ਜਿਹੜੇ ਹੈਗੇ ਆ ਇਹ ਬਣੇ ਹੋਏ ਆ ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ ਦੇ ਨਾਲ। ਇਲੈਕਟ੍ਰੋਨ ਜਿਹੜੇ ਨੈਗੇਟਿਵ ਐਨਰਜੀ ਪਾਰਟੀਕਲਸ ਹੁੰਦੇ ਆ ਤੇ ਪ੍ਰੋਟੋਨ ਜਿਹੜੇ ਹੁੰਦੇ ਆ ਉਹ ਪੋਜ਼ਿਟਿਵ ਪਾਰਟੀਕਲਸ ਹੁੰਦੇ ਆ। ਪ੍ਰੋਟੋਨ ਭਾਰੀ ਹੁੰਦੇ ਆ, ਇਲੈਕਟ੍ਰੋਨ ਹਲਕੇ, ਸਭ ਤੋਂ ਹਲਕੇ ਹੁੰਦੇ ਆ। ਔਰ ਇਹਦੇ ਅੰਦਰ ਇੱਕ ਨਿਊਟਰੋਨ ਹੁੰਦੇ ਆ, ਉਹ ਸੈਂਟਰ ਦੇ ਵਿੱਚ ਹੁੰਦੇ ਆ। ਕਿਸੇ ਵੀ ਪਦਾਰਥ ਨੂੰ ਤੋੜਦੇ ਜਾਈਏ ਤੇ ਇੱਕ ਐਟਮ ਤੱਕ ਆ ਜਾਵਾਂਗੇ। ਉਹਦਾ ਇੱਕ ਐਟਮ ਹੈ ਜਿਹਦੇ ਵਿੱਚ ਉਹ ਪਦਾਰਥ ਦਾ ਪੂਰਾ ਸਾਰਾ ਕੁਝ ਹੈਗਾ ਉਹਦਾ। ਤੇ ਉਹਨੂੰ ਜੇ ਆਪਾਂ ਉਹਦੀ ਰਚਨਾ ਨੂੰ ਦੇਖਾਂਗੇ ਤੇ ਉਹਦੇ ਵਿੱਚ ਮਿਲਣਗੇ ਆਪਾਂ ਨੂੰ ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ। ਇਹ ਸਾਰੇ ਇਲੈਕਟ੍ਰੋਨ ਮੂਵ ਕਰ ਰਹੇ ਆ। ਦੇਖੋ ਉਹਦੇ ਵਿੱਚ ਵੀ ਇਲੈਕਟ੍ਰੋਨ ਮੂਵ ਕਰ ਰਹੇ ਆ। ਉਹ ਜਿਹੜਾ 2n² ਦਾ ਫਾਰਮੂਲਾ ਆਰਬਿਟਸ ਦੇ ਨਾਲ, ਪਹਿਲੇ ਚੱਕਰ ਉਹਦੇ ਵਿੱਚ 2 ਹੁੰਦੇ ਆ, ਦੂਜੇ 8 ਹੁੰਦੇ ਆ, ਤੀਜੇ ਇਸ ਤਰ੍ਹਾਂ ਉਹਨਾਂ ਦਾ ਇਲੈਕਟ੍ਰੋਨ ਦਾ ਉਹਨਾਂ ਦਾ ਰੂਲ ਹੈਗਾ। ਤੇ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਇਹ ਸਾਰੇ ਐਲੀਮੈਂਟਸ ਜਿਹੜੇ ਹੈਗੇ ਬਦਲਦੇ ਆ। ਲੋਹਾ, ਚਾਂਦੀ, ਹੋਰ ਹਾਈਡਰੋਜਨ ਦਾ ਇੱਕੋ ਹੀ ਐਲੀਮੈਂਟ, ਇੱਕ ਐਟਮ ਹੁੰਦਾ ਹਾਈਡਰੋਜਨ ਦੇ ਵਿੱਚ, ਬਾਕੀਆਂ ਦੇ ਵਿੱਚ ਕਿਸੇ 'ਚ 2 ਹੁੰਦੇ, ਕਿਸੇ 'ਚ ਇਸ ਤਰ੍ਹਾਂ ਹੁੰਦੇ, ਅਲੱਗ-ਅਲੱਗ ਉਹਨਾਂ ਦੇ ਜਿਹੜੇ ਹੈਗੇ ਮਾਲੀਕੂਲਸ ਦੇ ਵਿੱਚ। ਤੇ ਇਸ ਤਰ੍ਹਾਂ ਇਹਨੂੰ ਦੇਖਿਆ ਜਾਏ ਤੇ ਬਾਅਦ ਵਿੱਚ ਨੈਗੇਟਿਵ ਔਰ ਪੋਜ਼ਿਟਿਵ ਔਰ ਨਿਊਟਰਲ ਆਹੀ ਐਨਰਜੀ ਲੱਭਦੀ ਹੈ ਮੈਟਰ ਦੇ ਵਿੱਚੋਂ। ਐਨਰਜੀ ਹੈਗੀ, ਹੋਰ ਕੁਛ ਹੈ ਹੀ ਨਹੀਂ। ਸ਼ਕਤੀ ਦੇ ਨਾਲ ਹੀ ਸਾਰਾ ਕੁਝ ਬਣਿਆ ਹੋਇਆ। ਹਾਂਜੀ ਗੋਰਖੀ ਜੀ। ਹਾਂ ਬਿਲਕੁਲ ਠੀਕ ਹੈ। ਇਹ ਕਹਿੰਦੇ ਕਿ ਸਾਧ ਸੰਗਤ ਜੀ ਇਹ ਸਾਰਾ ਜਿਹੜੀ ਜੋ ਬ੍ਰਹਿਮੰਡ ਦਿਖਾਈ ਦੇ ਰਿਹਾ ਨਾ ਸਾਨੂੰ, ਇਹ ਜਦੋਂ ਤੋੜਦੇ ਜਾਓਗੇ ਤੇ ਇੱਕ ਐਨਰਜੀ ਹੈ ਬਸ। ਹਾਂ ਬਸ ਉਹ ਐਨਰਜੀ, ਮੁੜ ਕੇ ਕਹਿਣ ਤੋਂ ਭਾਵ ਕਿ ਐਨਰਜੀ ਵੀ ਏਦਾਂ ਦੀ ਆ, ਉਹਦਾ ਕੋਈ ਰੰਗ ਰੁੰਗ ਨਹੀਂ ਹੈਗਾ। ਉਹ ਵੀ ਸਾਇੰਟਿਸਟ ਵੀ ਜਦੋਂ ਇੰਨਾ ਛੋਟਾ ਕਰਦੇ ਜਾਂਦੇ ਮੁੜ ਕੇ ਉਹ ਦਿਖਣੋਂ ਹਟ ਜਾਂਦੀ ਸੀ। ਮਤਲਬ ਉਹਨੂੰ ਦੇਖ ਨਹੀਂ ਸਕਦੇ, ਉਹ ਇੰਨਾ ਛੋਟਾ ਵਾ। ਪਤਾ ਨੀ ਇੱਕ ਕਹਿੰਦੇ ਕਿ ਜਿਹੜਾ ਆਪਣੇ ਸੂਈ ਦੇ ਨੱਕੇ ਦੇ ਪਤਾ ਨੀ ਕਿੰਨੀ ਵੱਡੀ ਲੱਖਾਂ ਦੀ ਗਿਣਤੀ ਆ ਜਾਂਦੀ ਉਹਦੀ, ਇੰਨਾ ਛੋਟਾ ਉਹ। ਬਿਲਕੁਲ ਐਟਮ ਐਨਰਜੀ ਹੈ ਬਸ। ਤੇ ਅੱਛਾ ਹੁਣ ਠੀਕ ਹੈ। ਇਹ ਸਾਧ ਸੰਗਤ ਜੀ ਇਹਦੇ ਵਿੱਚ ਬਾਣੀ ਆਪਾਂ ਚੱਲਦੇ ਵਾਪਸ, ਆਪਾਂ ਟੈਕਨੀਕਲ ਗੱਲ ਹੋ ਗਈ। ਦੇਖੋ ਸਾਧ ਸੰਗਤ ਜੀ, ਜਿਹੜਾ ਜੀਵਨ ਹੈ ਨਾ, ਜੀਵਨ ਨੂੰ ਖਾਸ ਕਰਕੇ ਸਮਝਣਾ ਬੜਾ ਜ਼ਰੂਰੀ ਹੈ। ਇੱਥੇ ਬੇਹੋਸ਼ੀ ਦੀ ਕੋਈ ਜਗ੍ਹਾ ਨਹੀਂ ਹੈਗੀ।
ਆਪ ਇਹ ਚੀਜ਼ ਨੂੰ ਅੰਡਰਸਟੈਂਡ ਕਰੋ, ਕਿਉਂਕਿ ਜਿੰਨਾ ਚਿਰ ਤੱਕ ਅਸੀਂ ਉਹ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰਦੇ ਉਹਨਾਂ ਚਿਰ ਸਫ਼ਰ ਕਰਨ ਦਾ ਵੀ ਫਾਇਦਾ ਨਹੀਂ ਹੈਗਾ, ਕਿਉਂਕਿ ਐਵੇਂ ਭੱਜੀ ਜਾਓ ਪਤਾ ਹੀ ਨਹੀਂ ਜਾਣਾ ਕਿੱਥੇ। ਅੱਜ ਤੱਕ ਜਿਹੜਾ ਅਗਿਆਨ ਆ ਉਹਦਾ ਵਧਣ ਦਾ ਕਾਰਨ ਇਹੋ ਹੀ ਆ ਕਿ ਇਨਸਾਨ ਨੇ ਖੋਜ ਨਹੀਂ ਕੀਤੀ ਪਰ ਦੂਜੇ ਦੀ ਕਈ ਗੱਲ ਮੰਨ ਲਈ। ਜਦਕਿ ਅਧਿਆਤਮਿਕ ਇੱਕ ਐਸਾ ਸਫ਼ਰ ਆ ਜਿਹਦੇ ਵਿੱਚ ਜਿੰਨੇ ਵੀ ਸਫ਼ਰ ਕਰਨਾ ਹੈ ਨਾ ਉਹਨੂੰ ਸ਼ੁਰੂਆਤ ਆਪਣੀ ਸੀੜੀ ਦੇ ਆਪਣੀ ਪਹਿਲੇ ਡੰਡੇ ਤੋਂ ਹੀ ਕਰਨੀ ਪਊਗੀ। ਏਦਾਂ ਨਹੀਂ ਹੋ ਸਕਦਾ ਕਿ ਬੰਦਾ ਕਿਸੇ ਨੂੰ ਕਹਿ ਦੂਗਾ ਕਿ ਹੁਣ ਸਾਇੰਟਿਸਟ ਏਦਾਂ ਹੁੰਦੇ ਆ ਕਿ ਉਹਨੇ ਜਿੰਨੀ ਖੋਜ ਕੀਤੀ ਹੈ ਦੂਜੇ ਸਾਇੰਟਿਸਟ ਆਉਣਗੇ ਉਹਨਾਂ ਨੇ ਉੱਥੇ ਹੀ ਖੋਜ ਸ਼ੁਰੂ ਕਰ ਦੇਣੀ। ਪਰ ਅਧਿਆਤਮਿਕ ਨੇ ਦਾ ਸਫ਼ਰ ਏਦਾਂ ਦਾ ਵਾ ਕਿ ਹਰ ਇੱਕ ਇਨਸਾਨ ਨੂੰ ਸਫ਼ਰ ਆਪਣੇ ਅੰਦਰ ਹੀ ਕਰਨਾ ਹੈ ਤੇ ਔਰ ਖੁਦ ਹੀ ਜਾਣਾ ਪਊਗਾ, ਉਹਦੇ ਚ ਉਹਦੀ ਬਾਹਰੋਂ ਮਦਦ ਨਹੀਂ ਕਰ ਸਕਦਾ। ਔਰ ਇਹੋ ਹੀ ਹੈ ਇਹਦਾ ਜਿਹੜੀ ਫਿਲਾਸਫੀ ਹੈਗੀ ਹੈ, ਜਿੰਨੇ ਵੀ ਜਾਣਾ ਹੈ ਪਰਮਾਤਮਾ ਕੋ ਉਹਨੂੰ ਖੁਦ ਜਾਣਾ ਪਊਗਾ, ਉਹਦੇ ਨਾਲ ਕੋਈ ਨਹੀਂ ਜਾ ਸਕਦਾ। ਕਿਉਂਕਿ ਜਿਹੜਾ ਸਾਡਾ ਆਖਰੀ ਬਿੰਦੂ ਹੈ ਜਿੱਥੇ ਜਾ ਕੇ ਸਾਰਾ ਕੁਝ ਖਤਮ ਹੋ ਜਾਣਾ। ਤੇ ਕੱਲ ਨਾ ਮੈਂ ਨਿੱਜਰ ਸਾਹਿਬ ਕੱਲ ਸਮਾਧੀ ਲੱਗੀ ਮੇਰੀ, ਕੱਲ ਮਤਲਬ ਅੱਜ ਹੀ ਸਵੇਰ ਦੀ, ਬੜੀ ਸ਼ਾਨਦਾਰ ਸਮਾਧੀ। ਏਦਾਂ ਮੈਂ ਨਾ ਮਤਲਬ ਏਦਾਂ ਮਹਿਸੂਸ ਕੀਤਾ, ਮੈਂ ਮਤਲਬ ਜਿੱਦਾਂ ਮੈਂ ਸਾਧਨਾ ਚ ਬੈਠਾ ਹਾਂ 45 ਮਿੰਟ ਦੀ ਸਮਾਧੀ। ਪਹਿਲਾਂ ਵਿਚਾਰ ਵੇਖੀਏ, ਵਿਚਾਰ ਨਹੀਂ ਹੈਗੇ ਚਿੱਤ ਤੇ, ਬਿਲਕੁਲ ਖਾਲੀ ਹੈਗਾ। ਮੈਂ ਵੇਖਣ ਡਿਆ ਚਿੱਤ ਨੂੰ, ਚਿੱਤ ਹੌਲੀ ਹੌਲੀ ਕਰਕੇ ਜਿਹੜਾ ਮੈਂ ਵਾਂ ਮਨ ਉਹ ਹੀ ਵਹਿੰਦਾ ਪਿਆ ਤੇ ਕਹਿੰਦਾ ਭਾਵ ਸਾਖੀ ਦੇ ਪਿੱਛੇ ਅੱਗੇ ਮਨ ਹੈਗਾ ਨਾ, ਮਨ ਚਿੱਤ ਤੇ ਵਹਿੰਦਾ ਵਾ ਕਿ ਸ਼ਾਇਦ ਕੁਝ ਚੀਜ਼ ਰਿਫਲੈਕਟ ਹੋਵੇ, ਕੁਝ ਵਿਚਾਰ ਆਵੇ। ਵਿਚਾਰ ਕੋਈ ਨਹੀਂ ਆ ਰਿਹਾ। 7 ਮਿੰਟ ਹੋ ਗਏ ਹੋਣਗੇ, 7 ਮਿੰਟ ਦਾ ਕੰਮ ਆ। ਉਸ ਤੋਂ ਬਾਅਦ ਪੱਚ ਏਦਾਂ ਦੀ ਆਵਾਜ਼ ਆਈ ਮਸਤਕ ਤੇ ਹੋਰ ਗਹਿਰੀ ਸਮਾਧੀ ਹੋ ਗਈ। ਫਿਰ ਇੱਕ ਵਾਰੀ ਫਿਰ ਹੋਰ ਆਵਾਜ਼ ਆਈ ਪੱਚ, ਦੂਜੀ ਪੱਚ ਕਦੀ, ਜਿੱਦਾਂ ਮੈਨੂੰ ਲੱਗਦਾ ਕੁਝ ਆਪਣੇ ਮਸਤਕ ਚ ਕੋਈ ਚੀਜ਼ਾਂ ਖੁੱਲਦੀਆਂ ਪਈਆਂ ਜਾਂ ਬੰਦ ਹੁੰਦੀਆਂ, ਏਦਾਂ ਦਾ ਕੋਈ ਚੀਜ਼। ਫਿਰ ਹੋਰ ਗਾਹ ਮੈਂ ਚਲ ਗਿਆ, ਬਿਲਕੁਲ ਚਿੱਤ ਇੱਕਦਮ ਕੋਰਾ ਹੋ ਗਿਆ। ਇੰਨਾ ਕੋਰਾ ਨਾ ਮਤਲਬ ਉੱਥੇ ਦੇਹੀ ਭਾਵ ਨਹੀਂ ਹੈਗਾ ਮੇਰਾ, ਬਿਲਕੁਲ ਮੈਨੂੰ ਨਹੀਂ ਪਤਾ ਮੈਂ ਕੌਣ ਆ, ਮੈਂ ਬੰਦਾ ਜਾਂ ਬੁੱਢੀ ਆ ਜਾਂ ਮੈਂ ਧਰਤੀ ਦਾ ਜੀਵ ਆ, ਮੈਂ ਕੌਣ ਆ। ਨਾ ਮੇਰੇ ਪਰਿਵਾਰ ਦਾ ਮੈਨੂੰ ਪਤਾ, ਨਾ ਮੈਨੂੰ ਪਤਾ ਮੈਂ ਕੰਮ ਤੇ ਬੈਠਾ, ਨਾ ਮੈਨੂੰ ਪਤਾ ਮੈਂ ਜਹਾਜ਼ ਤੇ ਬੈਠਾ। ਇੱਕਦਮ ਇੱਕ ਚੇਤਨ ਮੈਂ ਆ ਗਿਆ ਤੇ ਮੈਂ ਹੋਰ ਗਾਂ ਤੁਰਿਆ ਜਾ ਰਿਹਾ। ਬਿਲਕੁਲ ਤੁਰਿਆ ਨਹੀਂ ਜਾ ਰਿਹਾ, ਮਤਲਬ ਉੱਥੇ ਹੀ ਖਲੋਤਾ ਵਾਂ, ਬਟ ਜਿੱਦਾਂ ਕੋਈ ਚੀਜ਼ ਫਿਲਟਰ ਹੋਈ ਜਾ ਰਹੀ ਆ, ਪਿਓਰ ਹੋਈ ਜਾ ਰਹੀ ਹੈ। ਬਹੁਤ ਅੱਗੇ ਜਾ ਕੇ ਫਿਰ ਜਿਹੜਾ ਮੈਂ ਵੇਖਣ ਵਾਲਾ ਬਿੰਦੂ ਆ ਨਾ ਤੇ ਜਿਹੜਾ ਅਗਲੇ ਬੰਨੇ ਜਿਹੜਾ ਚਿੱਤ ਆ, ਦੋਨੋਂ ਇਕੱਠੇ ਹੋ ਗਏ ਆ, ਹੌਲੀ ਹੌਲੀ ਲਾਗੇ ਆ ਗਏ। ਫਿਰ ਉਹ ਚਿੱਤ ਰਿਹਾ ਕੁਝ ਸਮੇਂ ਲਈ, 5-6 ਮਿੰਟ ਰਿਹਾ ਹੋਊਗਾ। ਉਸ ਤੋਂ ਬਾਅਦ ਉਹ ਚਿੱਤ ਵੀ ਚਲ ਗਿਆ। ਇੰਨਾ ਪਿਓਰ ਬਿਲਕੁਲ। ਉਹ ਇੱਕ ਐਸੀ ਸ਼ਕਤੀ ਆ, ਪਰਮਾਤਮਾ ਇੱਕ ਐਸਾ ਤੱਤ ਆ, ਜਦੋਂ ਤੁਸੀਂ ਅਨੁਭਵ ਕਰੋਗੇ ਨਾ ਗਹਿਰੀ ਸਮਾਧੀ ਚ, ਬਹੁਤ ਜ਼ਿਆਦਾ ਇੱਕ ਨਿਰਮਲ ਹੈ ਉਹ। ਉਹਦੇ ਵਿੱਚ ਕੋਈ ਦੋਸ਼ ਨਹੀਂ ਹੈਗਾ, ਦੋਸ਼ ਤੋਂ ਰਹਿਤ ਆ। ਉੱਥੇ ਕੋਈ ਪ੍ਰਕਾਸ਼ ਵੀ ਨਹੀਂ ਹੈਗਾ। ਇਹ ਨਹੀਂ ਕਹਿ ਸਕਦੇ ਕਿ ਉਹ ਪ੍ਰਕਾਸ਼ ਦਿੰਦਾ ਜਾਂ ਪ੍ਰਕਾਸ਼ ਚ ਤੁਹਾਨੂੰ ਪਤਾ ਨਾ ਵੱਧ ਘੱਟ ਹੋ ਸਕਦਾ, ਪਰ ਉਹ ਕੁਝ ਹੋਰ ਹੀ ਸ਼ਕਤੀ ਹੈ। ਔਰ ਫਿਰ ਮੈਂ ਜਦੋਂ ਉੱਥੇ ਚੱਲ ਗਿਆ ਨਾ, ਫਿਰ ਮੈਨੂੰ ਪਤਾ ਉਦੋਂ ਲੱਗਾ ਵਾ ਕਿ ਜਦੋਂ 45 ਮਿੰਟ ਹੋ ਗਏ ਮੇਰਾ ਅਲਾਰਮ ਵੱਜਿਆ, ਉਹ ਮੈਂ ਜਦੋਂ ਉਹਦੇ ਵਿੱਚ ਵੜ ਗਿਆ ਨਾ ਤੇ ਇੰਨਾ ਨਿਰਮਲ ਹੈ ਨਾ, ਤੇ ਉਹਨੇ ਮੇਰੀ ਚੇਤਨਾ ਨੂੰ ਵੀ ਡਿਸਕਨੈਕਟ ਕਰਤਾ। ਇਹ ਨਹੀਂ ਮੈਂ ਬੇਹੋਸ਼ ਹੋ ਗਿਆ ਵਾ। ਸਮਾਧੀ ਨਾਰਮਲੀ ਹੁਣ ਮੇਰੀ ਸੁੱਤੀ ਤੇ ਚੜ੍ਹਦੀ ਨਹੀਂ ਨਾ, ਆਮ ਨਵੇਂ ਸਾਧਕ ਦੀ ਚੜ੍ਹਦੀ ਹੈ, ਮੇਰੀ ਨਹੀਂ ਚੜੇਗੀ। ਭਾਵੇਂ ਮੈਂ 3 ਘੰਟੇ ਬੈਠਾ ਰਹੂੰ, ਮੈਂ ਉੱਥੇ ਬੈਠਾ ਰਹਿਣਾ। ਪਰ ਉਹ ਇੰਨਾ ਪਿਓਰ ਸੀ, ਉਹਨੇ ਮੇਰੀ ਚੇਤਨਾ ਨੂੰ ਵੀ ਆਪਣੇ ਚ ਹੀ ਰੰਗ ਲਿਆ, ਜਿੱਦਾਂ ਬੂੰਦ ਗਈ ਹੈ ਸਮੁੰਦਰ ਚ ਤੇ ਉਹਦੇ ਵਰਗੀ ਹੋ ਗਈ। ਉਹ ਮੁੜ ਕੇ ਉੱਥੇ ਮੈਨੂੰ ਆਪਣਾ ਹੋਣਾ ਭਾਵੇਂ ਵੀ ਮੈਨੂੰ ਮੇਰੇ ਕੋਲ ਚਲਾ ਗਿਆ ਵਾ। ਇਹ ਨਹੀਂ ਕਿ ਮੈਨੂੰ ਟਾਈਮ ਲੱਗਾ ਵਾ, ਬਸ 5-10 ਮਿੰਟ ਦੇ ਵਿੱਚ ਇੰਨਾ ਗਹਿਰਾ, ਇੰਨਾ ਪਿਓਰ। ਵਿਚਾਰ ਨਹੀਂ ਹੈਗਾ ਉੱਥੇ ਕੋਈ ਵੀ, ਬਿਲਕੁਲ। ਇਹ ਤੇ ਵੇਲੇ ਇੱਕ ਹੋਇਆ ਨਾ 5-10 ਮਿੰਟ ਚ ਵਿਚਾਰ ਆ ਜਾਂਦਾ, ਉਹ ਵੀ ਨਹੀਂ ਹੈਗਾ। ਔਰ ਪਿਓਰ ਹੁੰਦਾ ਗਿਆ ਪਿਓਰ ਹੁੰਦਾ ਗਿਆ। ਇੱਕ ਜਿਹੜਾ ਚਿੱਤ ਫਿਰ ਗਿਆ, ਚਿੱਤ ਵੀ ਬੁਝ ਗਿਆ। ਫਿਰ ਉਹ ਜਿਹੜੀ ਜਿੱਦਾਂ ਸਾਖੀ ਚ ਮੈਂ ਚਲਾ ਗਿਆ ਤੇ ਉਹ ਸਾਖੀ ਦੇ ਵਿੱਚ ਜਦੋਂ ਮੈਂ ਐਂਟਰੀ ਮਾਰੀ ਹੈ, ਉੱਥੇ ਅਨੁਭਵ ਹੈ ਮੇਰਾ ਆਪਣੇ ਆਪ ਦਾ ਵੀ, ਜਿਹੜੀ ਮੇਰੀ ਹੋਂਦ ਉਹ ਵੀ ਵਿੱਚ ਲੀਨ ਹੋ ਗਿਆ। ਇੰਨਾ ਪਿਓਰ ਸੀ ਉਹ, ਕਿਉਂਕਿ ਉਹਨੇ ਮੈਨੂੰ ਖਿੱਚ ਹੀ ਲਿਆ। ਔਰ ਮੈਂ ਉੱਥੇ ਜ਼ਰਾ ਬੈਠਾ ਰਹਿ ਗਿਆ ਬਸ। ਔਰ ਮੈਨੂੰ ਨਹੀਂ ਪਤਾ ਮੈਂ ਕਿੱਧਰ ਚਲ ਗਿਆ। ਮੇਰੇ ਹਿਸਾਬ ਨਾਲ ਜੇ ਮੈਂ ਵਾਪਸ ਨਾ ਵੀ ਆਉਂਦਾ ਨਾ ਤੇ ਮੈਨੂੰ ਪਤਾ ਵੀ ਨਹੀਂ ਲੱਗਣਾ ਮੈਂ ਸਮਾਧੀ ਤੇ ਬੈਠਾ। ਏਦਾਂ ਦੀ ਅਵਸਥਾ ਤੇ ਉਹ ਇੰਨਾ ਆਨੰਦ ਸੀ ਕਿ ਜੀ ਕਰਦਾ ਸੀ ਵਾਪਸ ਨਾ ਹੀ ਜਾਵਾਂ, ਉੱਥੇ ਹੀ ਹੋ ਜਾ। ਜੇ ਮੈਂ ਚਲਾ ਵੀ ਜਾਂਦਾ ਨਾ ਤੇ ਹੋ ਸਕਦਾ ਵਾਪਸ ਨਾ ਵੀ ਆਉਂਦਾ ਤੇ ਮੈਨੂੰ ਪਤਾ ਵੀ ਨਹੀਂ ਲੱਗਣਾ ਕਿ ਮੈਂ ਸਮਾਧੀ 'ਚ ਬੈਠਾ।
ਆਪ ਹਿਸਾਬ ਲਾ ਲਓ, ਇੰਨੀ ਪਿਓਰ ਚੀਜ਼ ਹੈ। ਔਰ ਇਦਾਂ ਦਾ ਮੌਕਾ ਆਵੇ ਨਾ ਤੇ ਪਿੱਛੇ ਨਹੀਂ ਹੋਣਾ, ਡਰਨਾ ਨਹੀਂ, ਘਬਰਾਉਣਾ ਨਹੀਂ, ਤੁਰੇ ਜਾਣਾ ਤੁਰੇ ਜਾਣਾ ਤੁਰੇ ਜਾਣਾ ਤੁਰੇ ਜਾਣਾ। ਔਰ ਬਹੁਤ ਸ਼ਾਨਦਾਰ ਗਿਆਨ ਔਰ ਮਜ਼ਾ ਆਊਗਾ। ਮੈਂ ਬਿਆਨ ਤੇ ਨਹੀਂ ਕਰ ਸਕਦਾ, ਪਰ ਤੁਹਾਨੂੰ ਮੈਂ ਦੱਸਦਾ, ਤੁਸੀਂ ਜਦੋਂ ਤੁਹਾਡੇ ਨਾਲ ਵਾਪਰੂਗਾ ਤਾਂ ਤੁਸੀਂ ਆਨੰਦ ਲੈ ਲਿਓ। ਠੀਕ ਹੈ ਨਿੱਜਰ ਸਾਹਿਬ ਤੇ ਆਪ ਜੀ। ਹਾਂ ਤੇ ਇਹਦੇ ਵਿੱਚ ਅਗਲੀ ਹਾਂਜੀ 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 ਦੱਸੋ। ਬੋਲੋ ਬੋਲੋ। ਮੈਂ ਕਿਹਾ ਵੀ ਇਹ ਆਪਾਂ ਜਿਹੜਾ ਸ਼ਲੋਕ ਲੈ ਰਹੇ ਸੀਗੇ ਉਹ ਲੈਣ ਲੱਗਾ ਸੀ ਮੈਂ। ਹਾਂਜੀ ਬੋਲ। ਹਾਂ ਸ਼ਲੋਕ ਮਹਲਾ ਪਹਿਲਾ। ਇਹਦੇ ਵਿੱਚ ਨਾ ਮਹਾਰਾਜ ਜਿਹੜੇ ਹੈਗੇ ਸਾਰਾ ਪੂਰਾ ਦੱਸਦੇ ਆ ਵੀ ਜਿੰਨੇ ਵੀ ਮਾਲਕ ਪਰਮਾਤਮਾ ਦੀ ਜਿੰਨੀ ਵੀ ਰਚਨਾ ਹੈਗੀ ਆ, ਸਾਰੀ ਦੀ ਸਾਰੀ ਰਚਨਾ ਦੇ ਬਾਰੇ ਜੇ ਆਪਾਂ ਕਹਿੰਦੇ ਸਭੇ ਸਾਰੇ ਲੈ ਲਏ ਮਹਾਰਾਜ ਨੇ, ਸਾਰੇ ਲੈ ਲਏ। ਕਹਿੰਦੇ ਜਦ ਨੂੰ ਤੂੰ ਸਾਰੇ ਲੈ ਕੇ ਤੂੰ ਕੈਲਕੂਲੇਟ ਕਰੇਗਾ ਉਨੀ ਦੇਰ ਤਾਂ ਉਨੇ ਕੁ ਤਾਂ ਉਹਨੇ ਹੋਰ ਬਣਾ ਦੇਣੇ ਆ ਮਾਲਕ ਪਰਮਾਤਮਾ ਨੇ। ਹਾਂ ਇਹ ਪਤਾ ਕੀ ਨਿੱਜਰ ਸਾਹਿਬ, ਇਹ ਉਹਨਾਂ ਲੋਕਾਂ ਵਾਸਤੇ ਸਮਝਾਉਣ ਦੀਆਂ ਗੱਲਾਂ ਕੀਤੀਆਂ ਨੇ ਵੀ ਜੇ ਲੋਕਾਂ ਨੇ ਗ੍ਰੰਥ ਵੀ ਲਿਖੇ ਪਰਮਾਤਮਾ ਦੇ ਬਾਰੇ, ਪ੍ਰਕਿਰਤੀ ਦੇ ਬਾਰੇ, ਮਤਲਬ ਏਦਾਂ ਵਾ ਪਰ ਉਹਦੀ ਚੀਜ਼ ਹੈ ਨਾ, ਉਹ ਸ਼ਕਤੀ ਦੇ ਬਾਰੇ ਕਹਿਣਾ ਮਤਲਬ ਕੋਈ ਸਮਝਦਾਰੀ ਨਹੀਂ ਹੈ ਨਿੱਜਰ ਸਾਹਿਬ। ਹਾਂ ਉਹ ਉੱਥੇ ਨਾ ਬੋਲੀਏ ਤੇ ਜ਼ਿਆਦਾ ਬੈਟਰ ਆ। ਔਰ ਚਲੋ ਆਪਣੀ ਲੈਵਲ ਤੇ ਕੋਸ਼ਿਸ਼ ਹੈ, ਆਪਾਂ ਨੂੰ ਲੋੜ ਹੈ, ਆਪਾਂ ਕਾਢਾਂ ਕਰ ਲਈਆਂ, ਆਪਾਂ ਚੀਜ਼ਾਂ ਲੱਭ ਲਈਆਂ ਨੇ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲਈਆਂ। ਅਸਲ ਚ ਨਿੱਜਰ ਸਾਹਿਬ ਜੇ ਉਹਨੇ ਪਦਾਰਥ ਪਾਏ ਆ ਤੇ ਅਸੀਂ ਉਹਨੂੰ ਕਿਵੇਂ ਡਿਸਕਵਰ ਕੀਤਾ, ਅਸੀਂ ਬਣਾਇਆ ਕੁਛ ਨਹੀਂ ਹੈ। ਬਿਲਕੁਲ ਡਿਸਕਵਰ ਕੀਤਾ ਕੱਲ ਅਸੀਂ ਕੇਵਲ ਉਹ ਚੀਜ਼ ਨੱਪੀ ਸੀ, ਅਸੀਂ ਉਹਨੂੰ ਲੱਭ ਲਿਆ ਵਾ। ਇਹ ਨਹੀਂ ਕਿ ਉੱਥੇ ਨਹੀਂ ਸੀ। ਅਸੀਂ ਕੁਛ ਵੀ ਨਹੀਂ ਪੈਦਾ ਕਰ ਸਕਦੇ, ਨਾ ਹੀ ਪੈਦਾ ਕਰ ਸਕਦੇ ਹਾਂ, ਨਾ ਹੀ ਅਸੀਂ ਰੇਤਾ ਦਾ ਕਣ ਤੱਕ ਵੀ ਨਹੀਂ ਖਤਮ ਕਰ ਸਕਦੇ। ਆਪ ਸਾਧ ਸੰਗਤ ਜੀ ਸ਼ਾਇਦ ਆਪ ਨੂੰ ਪਤਾ ਨਹੀਂ ਆ, ਇਸ ਧਰਤੀ ਤੇ ਆਪਣੇ ਕੋਈ ਏਦਾਂ ਦੀ ਟੈਕਨੋਲੋਜੀ ਨਹੀਂ ਆ ਜਿਹਦੇ ਨਾਲ ਆਪਾਂ ਤੇ ਰੇਤਾ ਦੇ ਕਣ ਨੂੰ ਵੀ ਖਤਮ ਕਰ ਦਈਏ। ਆਪਣੇ ਕੋਲ ਕੁਛ ਨਹੀਂ ਹੈਗਾ ਏਦਾਂ, ਨਾ ਹੀ ਕੁਛ ਪੈਦਾ ਕਰ ਸਕਦੇ ਹਾਂ। ਆਪ ਚੀਜ਼ ਨੂੰ ਫਿਰ ਸੁਣੋ, ਅਸੀਂ ਨਾ ਕੋਈ ਚੀਜ਼ ਪੈਦਾ ਕਰ ਸਕਦੇ ਹਾਂ ਅਤੇ ਨਾ ਹੀ ਚੀਜ਼ ਅਸੀਂ ਖਤਮ ਕਰ ਸਕਦੇ ਹਾਂ। ਪਰ ਪਰਮਾਤਮਾ ਇੱਕ ਐਸੀ ਸ਼ਕਤੀ ਜੇ, ਇਸ ਕਹਿੰਦੇ ਕਿ ਮੰਡਲ ਦੇ ਵਿੱਚ ਇੱਕ ਬਲੈਕ ਹੋਲ ਹੈਗਾ ਵਾ, ਉਹਦੇ ਅੰਦਰ ਜਦੋਂ ਤਾਰਾ, ਧਰਤੀ, ਸੂਰਜ ਵੀ ਚੱਲ ਜਾਏਗਾ ਤੇ ਉਹਨੂੰ ਵੀ ਖਤਮ ਕਰ ਦੇਗਾ। ਨਥਿੰਗ ਚੱਲ ਜੂਗਾ, ਨਥਿੰਗਨੈਸ ਚ ਚੱਲ ਜੂਗਾ। ਉਹ ਕਹਿੰਦੇ ਉਹਦਾ ਬਲੈਕ ਹੋਲ ਆ, ਉਹਦੇ ਚ ਕਹਿੰਦੇ ਲਾਈਟ ਵੜ ਜਾਏ ਨਾ, ਲਾਈਟ ਪ੍ਰਕਾਸ਼ ਉਹਨੂੰ ਵੀ ਖਿੱਚ ਲੈਂਦਾ। ਤੇ ਇਹ ਵੇਖ ਲਓ ਪਰਮਾਤਮਾ ਦੀ ਕਲਾਕਾਰੀ। ਇੱਥੇ ਵੇਖੋ ਜੇ ਧਰਤੀ ਖਤਮ ਵੀ ਹੁੰਦੀ ਹੈ ਤੇ ਨਵੀਂ ਧਰਤੀ ਪੈਦਾ ਵੀ ਕਰ ਦਿੰਦਾ। ਹਾਂਜੀ ਨਿੱਜਰ ਸਾਹਿਬ ਇਹ ਹੁਣ ਸਾਰਿਆਂ ਦੇ ਵਿੱਚ ਸਾਰੇ ਮਹਾਰਾਜ ਆਖਰੀ ਆਪਾਂ ਲਈਏ ਇਹਦੀ, ਕਿਉਂਕਿ ਉੱਪਰ ਤਾਂ ਸਾਰਾ ਦੱਸਿਆ ਮਹਾਰਾਜ ਨੇ ਕਿ ਸਾਰੀਆਂ ਵੀਰ ਜੀ ਮੈਨੂੰ ਇੱਕ ਮਿੰਟ ਦਿਓ ਜੀ ਵੀਰ ਜੀ। ਹਾਂਜੀ ਹਾਂਜੀ ਜ਼ਰੂਰ। ਕਿ ਜਦੋਂ ਆਇਨਸਟਾਈਨ ਜਿਹੜਾ ਅਮਰੀਕਾ ਦਾ ਸਾਇੰਟਿਸਟ ਸੀ, ਉਹ ਮਤਲਬ ਅਖੀਰ ਤੇ ਜਾ ਕੇ ਜਦੋਂ ਮਰਨ ਤੋਂ ਪਹਿਲਾਂ ਜਾਪਾਨ ਵਿੱਚ ਗਿਆ, ਉੱਥੇ ਉਹਨੇ 1920 ਦੇ ਵਿੱਚ ਇੱਕ ਚਿੱਠੀ ਲਿਖੀ ਜੀ ਉਹਨੇ। ਉਹ ਲਿਖਿਆ ਉਹਨੇ ਆਪਦਾ ਅਖੀਰ ਦੇ ਵਿੱਚ, ਕਹਿੰਦਾ ਵੀ ਮੈਂ ਫੇਲ ਹੋ ਗਿਆ ਜ਼ਿੰਦਗੀ ਦੇ ਵਿੱਚ ਪੂਰਾ ਹੀ। ਕਹਿੰਦਾ ਜਦੋਂ ਐਟਮ ਨੂੰ ਅਸੀਂ ਤੋੜਦੇ ਜਾਂਦੇ ਹਾਂ ਮੈਟਰ ਦੇ ਐਟਮ ਨੂੰ, ਕੋਈ ਵੀ ਮੈਟਰ ਆ, ਤੇ ਸਾਰੇ ਮਤਲਬ ਮਾਲੀਕੂਲ, ਲਿਕੁਇਡ, ਸੋਲਿਡ, ਸਾਰੇ ਮਤਲਬ ਇਹ ਐਟਮ ਹੀ ਹੈਗੇ ਆ। ਉੱਥੋਂ ਜਾ ਕੇ ਟੁੱਟ ਕੇ ਇੱਕੋ ਹੀ ਹੋ ਜਾਂਦੇ। ਅਖੀਰ ਤੇ ਜਾ ਕੇ ਕਹਿੰਦਾ ਇੱਕ ਤਾਂ ਨਿਊਕਲੀਅਸ ਬਚ ਗਿਆ, ਪ੍ਰੋਟੋਨ, ਹਾਂਜੀ ਹਾਂਜੀ, ਤੇ ਇੱਕ ਇਲੈਕਟ੍ਰੋਨ। ਉਹ ਕਹਿੰਦਾ ਜਿਹੜਾ ਉਹ ਇੱਕ ਇਲੈਕਟ੍ਰੋਨ ਸੀ, ਕਦੇ ਤਾਂ ਕਹਿੰਦਾ ਇੱਕ ਹੋ ਜਾਂਦਾ ਸੀ, ਕਦੇ ਕਹਿੰਦੇ ਦੋ ਹੋ ਜਾਂਦੇ ਸੀਗੇ। ਉਹ એનર્ਜੀ ਮਤਲਬ ਕਦੇ ਸਾਨੂੰ ਇੱਕ ਦਿਸੇ, ਕਦੇ ਦੋ ਦਿਸੇ। ਅਸੀਂ ਫਿਰ ਉੱਥੇ ਜਾ ਕੇ ਫੇਲ ਹੋ ਗਏ ਵੀ ਇਹਨੂੰ ਜਾਂ ਤਾਂ ਇੱਕ ਹੋਵੇ, ਅਸੀਂ ਤਾਂ ਵੀ ਉਹ ਫਾਈਨਲ ਕਰ ਦਈਏ, ਜਾਂ ਦੋ ਹੋਵੇ ਤਾਂ। ਉਹ ਕਹਿੰਦਾ ਕਿਤੇ ਇੱਕ ਹੋ ਜੇ, ਕਿਤੇ ਦੋ ਹੋ ਜੇ। ਵੀ ਇਹ ਜੋ ਚੀਜ਼ ਹੈ ਇੱਥੇ ਦੁਨੀਆ ਦੀ ਸਾਰੀ ਸਾਇੰਸ ਫੇਲ ਹੋ ਗਈ। ਮੈਂ ਟੋਟਲੀ ਫੇਲ ਹੋ ਗਿਆ, ਮੇਰੀ ਜ਼ੀਰੋ ਪ੍ਰੋਗਰੈਸ ਆ। ਉਸ ਤੋਂ ਬਾਅਦ ਇਹ ਕੁਛ ਨਹੀਂ ਹੋ ਸਕਦਾ। ਉਸ ਤੋਂ ਬਾਅਦ ਮਤਲਬ ਉਹ ਅੱਗੇ ਤਰੱਕੀ ਵੀ ਕੋਈ ਨਹੀਂ ਹੋਈ ਸਾਇੰਸ ਦੀ। ਸਾਇੰਸ ਮਤਲਬ ਤੇ ਜ਼ੀਰੋ ਹੋ ਗਈ ਵੀ ਇਹ એનર્ਜੀ ਦਾ ਪਤਾ ਨਹੀਂ ਹੈਗਾ ਸਾਨੂੰ, ਕਿਤੇ ਇੱਕ ਦੇ ਦਿੰਦੀ ਹੈ, ਕਦੇ ਉਹ ਇਕੱਠੇ ਹੋ ਜਾਂਦੇ ਆ। ਉਹਦਾ ਅਸੀਂ ਗਾਂ ਕੁਛ ਸਪਲਿਟ ਕਰ ਹੀ ਨਹੀਂ ਸਕਦੇ, ਉੱਥੇ ਬੰਦ ਹੋ ਗਈ ਮਤਲਬ। ਠੀਕ ਹੈ ਜੀ, ਇੰਨਾ ਹੀ। ਹਾਂਜੀ ਹਾਂਜੀ। ਤੇ ਮਹਾਰਾਜ ਜਿਹੜੇ ਹੈਗੇ ਕਹਿੰਦੇ ਕਿ ਜੇ ਸਾਰਾ ਜਿਹੜਾ ਹੈਗਾ, ਸਾਰੀ ਧਰਤੀਆਂ, ਸਾਰੀਆਂ ਰੁੱਤਾਂ, ਸਾਰੇ ਦਿਨ, ਸਾਰੇ ਜੋ ਵੀ ਹੈਗਾ, ਪਾਣੀ, ਹਵਾ, ਸਾਰਾ ਇਹਨਾਂ ਨੂੰ ਇਕੱਠਾ ਕਰ ਲਓ, ਸਾਰਿਆਂ ਨੂੰ ਇਕੱਠਾ ਕਰ ਲਓ, ਤਾਂ ਵੀ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦਾ ਹੁਕਮ ਨਹੀਂ ਪਤਾ ਲੱਗ ਸਕਦਾ ਵੀ ਮਾਲਕ ਪਰਮਾਤਮਾ ਜਿਹੜਾ ਹੈਗਾ ਕਿੰਨਾ ਕੁ ਵੱਡਾ ਹੈਗਾ, ਕਿੰਨਾ ਕੁ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਿ ਉਹਦਾ ਐਂਡ ਆ ਗਿਆ, ਕਿ ਉਹ ਮਾਲਕ ਪਰਮਾਤਮਾ ਨੇ ਬਣਾਉਣਾ ਬੰਦ ਕਰਤਾ, ਬਸ ਉਹਦੀ ਸਮਰੱਥਾ ਖਤਮ ਹੋ ਗਈ। ਕਹਿੰਦੇ ਨਾ ਬਈ ਨਾ,
ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀ ਜੇ ਕਾਰ। ਉਹਦੀ ਕਾਰ ਨੂੰ ਤਾਂ ਕਹਿ ਹੀ ਨਹੀਂ ਸਕਦੇ, ਬੋਲ ਹੀ ਨਹੀਂ ਸਕਦੇ। ਉਹ ਤਾਂ ਜਿੰਨੀ ਹੈਗੀ ਉਨੀ ਹੋਰ ਬਣਾ ਦੂਗਾ। ਉਹ ਤਾਂ ਮਾਲਕ ਪਰਮਾਤਮਾ ਜਿਹੜਾ ਹੈਗਾ ਇੰਨਾ ਵੱਡਾ ਹੈਗਾ। ਹੁਕਮ ਨਾ ਜਾਪੀ, ਹਾਲੇ ਵੀ ਜਿਹੜੀ ਹੈਗੀ ਆ, ਹਾਲੇ ਵੀ ਉਹਦਾ ਹਾਲੇ ਐਕਸਪਾਂਡ ਹੀ ਕਰ ਰਿਹਾ ਉਹ, ਹਾਲੇ ਮਾਲਕ ਪਰਮਾਤਮਾ ਹਾਲੇ ਵੱਧ ਰਹੀ ਆ। ਹੁਕਮ ਨਾ ਜਾਪੀ ਖੇਤੜਾ ਕਹਿ ਨਾ ਸਕੀ ਜੇ ਕਾਰ। ਉਹਦੀ ਫੈਕਟਰੀ ਦੇ ਵਿੱਚ ਦੇਖੋ, ਕੋਈ ਵੀ ਉਹਨੇ ਇੱਕ ਜਿਹੀ ਜੀ ਚੀਜ਼ ਬਣਾਈ ਨਹੀਂ ਹੈ ਮਾਲਕ ਪਰਮਾਤਮਾ ਨੇ। ਕੋਈ ਬੰਦਾ ਜਿਹੜਾ ਹੈਗਾ ਇੱਕ ਦੂਸਰੇ ਦੇ ਨਾਲ ਨਹੀਂ ਰਲਦਾ। ਕੋਈ ਰੇਤਾ ਦਾ ਕਣ ਜਿਹੜਾ ਹੈਗਾ ਇੱਕ ਦੂਸਰੇ ਦੇ ਨਾਲ ਨਹੀਂ ਰਲਦਾ। ਕੋਈ ਦਰਖਤ ਜਿਹੜਾ ਹੈਗਾ ਇੱਕ ਦੂਸਰੇ ਦੇ ਨਾਲ ਨਹੀਂ ਰਲਦਾ ਆਕਾਰ ਦੇ ਵਿੱਚ ਔਰ ਜਾਂ ਬ੍ਰਾਂਚਾਂ ਦੇ ਵਿੱਚ ਦੇਖ ਲਓ ਭਾਵੇਂ। ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀ ਜੇ ਕਾਰ। ਕਹਿੰਦੇ ਆਖੈਂ ਥੱਕੇ ਆਖ ਕਰ ਸਿਫਤੀ ਵਿਚਾਰ। ਕਹਿੰਦੇ ਥੱਕ ਜਾਏਗਾ ਪਿਆਰਿਆ, ਇਸ ਤਰ੍ਹਾਂ ਥੱਕ ਗਏ ਆ ਬਥੇਰੇ ਜਿਹੜੇ ਬ੍ਰਹਮੇ ਵਰਗੇ ਸਿਫਤਾਂ ਕਰ ਕਰਕੇ ਇਸ ਤਰ੍ਹਾਂ ਆਕਾਰ ਦੇ ਵਿੱਚੋਂ ਨਿਰਾਕਾਰ ਨੂੰ ਖੋਜਣ ਦੀਆਂ ਜਿਹੜੀਆਂ ਹੈਗੀਆਂ, ਫਿਰ ਅਖੀਰ ਦੇ ਵਿੱਚ ਜਾ ਕੇ ਨੇਤੀ ਕਰਕੇ ਜਿਹੜੇ ਹੈਗੇ ਆ ਉਹ ਚਲੇ ਗਏ ਬ੍ਰਹਮੇ ਇੱਥੋਂ। ਕਹਿੰਦੇ ਤੂੰ ਵੀ ਨਹੀਂ ਇਸ ਚੀਜ਼ ਨੂੰ ਆਖ ਸਕਦਾ, ਤੂੰ ਵੀ ਨਹੀਂ ਇਸ ਚੀਜ਼ ਨੂੰ, ਇਸ ਆਕਾਰ ਦੇ ਵਿੱਚੋਂ ਨਿਰਾਕਾਰ ਨੂੰ ਨਹੀਂ ਪਾ ਸਕਦਾ। ਤ੍ਰਿਣ ਨਾ ਪਾਇਓ ਬੱਪੜੀ ਨਾਨਕ ਕਹੇ ਗਵਾਰ। ਕਹਿੰਦੇ ਇੱਕ ਤੀਲਾ ਜਿੰਨਾ ਵੀ ਉਹਨਾਂ ਨੇ ਮਾਲਕ ਪਰਮਾਤਮਾ ਦਾ ਉਹਦਾ ਅੰਤ, ਉਹਦੀ ਸ੍ਰਿਸ਼ਟੀ ਦਾ ਇੱਕ ਜ਼ਰਰਾ ਜਿਹੜਾ ਹੈਗਾ, ਇੱਕ ਤੀਲੇ ਜਿੰਨਾ ਵੀ ਨਹੀਂ ਉਹਨਾਂ ਨੇ ਉਹ ਲੱਭ ਸਕੇ ਉਸਨੂੰ। ਉਹਦੀ ਸ੍ਰਿਸ਼ਟੀ ਤੋਂ ਇੱਕ ਤੀਲੇ ਜਿੰਨਾ ਵੀ ਨਹੀਂ ਉਹਨਾਂ ਨੇ ਖੋਜ ਕਰ ਸਕੇ। ਕਹਿੰਦੇ ਗਵਾਰ ਹੈਗੇ ਜਿਹੜੇ ਇਸ ਤਰੀਕੇ ਦੇ ਨਾਲ ਬਾਹਰ ਜਿਹੜੇ ਹੈਗੇ ਪਦਾਰਥਾਂ ਦੇ ਵਿੱਚ, ਜਿਹੜੇ ਸ਼ਕਤੀ ਦੇ ਵਿੱਚ ਜਿਹੜਾ ਹੈਗਾ, ਜਿਹੜਾ ਕਿ ਫੈਬਰੀਕੇਟਡ ਹੈਗੀ, ਮਾਲਕ ਪਰਮਾਤਮਾ ਦੀ ਸ਼ਕਤੀ ਜਿਹੜੀ ਹੈਗੀ, ਉਸ ਸ਼ਕਤੀ ਨੂੰ ਜਿਹੜਾ ਹੈਗਾ ਉਸੇ ਦੇ ਵਿੱਚ ਜਿਹੜੇ ਹੈਗੇ ਇਹ ਮ੍ਰਿਗ ਤ੍ਰਿਸ਼ਨਾ ਨੂੰ ਹੀ ਲੱਭੀ ਜਾਂਦੇ ਆ, ਇਸੇ ਨੂੰ ਖੋਜੀ ਜਾਂਦੇ ਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ। ਹੁਣ ਸਾਧ ਸੰਗਤ ਜੀ ਦੇਖੋ, ਮੈਂ ਤੇ ਇਹ ਸੋਚ ਕੇ ਹੈਰਾਨ ਹੁੰਦੇ ਆ ਕਿ ਗੁਰੂਆਂ ਨੇ 700-800 ਸਾਲ ਪਹਿਲਾਂ ਹੀ ਗੱਲ ਇਹ ਕਹੀ ਹੈ ਕਿ ਉਸ ਚੀਜ਼ ਦਾ ਕੋਈ ਅੰਤ ਨਹੀਂ ਹੈ ਤਾਂ ਪਤਾ ਵੀ ਨਹੀਂ ਲੱਗਣਾ। ਇਹਦਾ ਮਤਲਬ ਕਿ ਉਹਨਾਂ ਨੇ ਸੁਖਮ ਟਰੈਵਲ ਕੀਤਾ ਹੋਊਗਾ। ਪੱਕਾ ਜਿਹੜਾ ਬਾਣੀ ਉਚਾਰਨ ਕਰ ਰਹੇ ਸੁਖਮ ਟਰੈਵਲ ਕੀਤਾ। ਬਿਲਕੁਲ ਜੀ ਬਿਲਕੁਲ। ਹੁਣ ਦੇਖੋ ਤੁਸੀਂ ਇੱਕ ਚੀਜ਼ ਨੂੰ ਨੋਟਿਸ ਕਰੋ, ਆਪ ਜੀ ਨੇ ਸ਼ਾਇਦ ਪਹਿਲਾਂ ਵੀ ਵਿਚਾਰ ਕੀਤਾ ਸੀ, ਥੋੜਾ ਟੈਕਨੀਕਲ ਗੱਲ ਹੈ। 3 ਲੱਖ ਕਿਲੋਮੀਟਰ ਪਰ ਸੈਕਿੰਡ ਸਪੀਡ ਹੈ ਪ੍ਰਕਾਸ਼ ਦੀ। ਇਹ ਸੂਰਜ ਤੋਂ ਜਦੋਂ ਕਿਰਨ ਸਾਡੇ ਵੱਲ ਆਉਂਦੀ ਹੈ ਤੇ ਕਹਿੰਦੇ ਅਬਾਊਟ 6 ਮਿੰਟ ਲੱਗ ਜਾਂਦੇ ਨੇ। ਕਿੰਨਾ ਦੂਰ ਹੋਊਗਾ ਆਪ ਜਸਟ ਸੋਚੋ, ਗੁਣਾ ਕਰੋ 3 ਲੱਖ ਨੂੰ 1 ਮਿੰਟ 'ਚ ਪਤਾ ਨਹੀਂ ਕਿੰਨੇ ਬਣ ਜਾਣੇ। ਉਸ ਤੋਂ ਬਾਅਦ ਕਹਿੰਦੇ ਜਿਹੜੇ ਸਾਨੂੰ ਤਾਰੇ ਦਿਖਦੇ ਆ ਉਹ ਤਾਰੇ ਇੰਨੇ ਦੂਰ ਆ, ਜੇਕਰ 3 ਲੱਖ ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਜੇ ਉਹ ਆਪਾਂ ਟਰੈਵਲ ਕਰਦੇ ਆ, ਉਸ ਦੀ ਤਾਰੇ ਦੀ ਜਿਹੜੀ ਲਾਈਟ ਸਾਡੇ ਤੱਕ ਪਹੁੰਚਣ ਲਈ 5 ਸਾਲ ਲੱਗ ਜਾਂਦੇ। ਆਪ ਜਸਟ ਸੋਚੋ, ਜਿਹੜਾ ਤਾਰਾ ਤੇ ਇਹ ਤਾਰੇ ਆਖਰੀ ਤਾਰੇ ਥੋੜੀ ਅੱਗੇ ਤੋਂ ਅੱਗੇ ਪਤਾ ਨਹੀਂ ਕਿੰਨਾ ਕੁਝ ਹੈ। ਤੇ ਆਪ ਉਹ ਦੇਖੋ ਕਿ ਉਹ ਸ਼ਕਤੀ ਕਿਹੋ ਜਿਹੀ ਸ਼ਕਤੀ ਹੈ ਜਿਹਨੇ, ਇਹਦਾ ਮਤਲਬ ਜਿਹਨੇ ਪ੍ਰਕਾਸ਼ ਬਣਾਇਆ ਵਾ 3 ਲੱਖ ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਚੱਲਣ ਵਾਲਾ, ਉਹ ਆਪ ਕਿਹੜੀ ਉਹ ਕਪੈਸਿਟੀ ਹੋਊਗੀ। ਦੇਖੋ ਆਪ ਜਸਟ ਸੋਚੋ, ਉਹਦੀ ਇੰਜੀਨੀਅਰਿੰਗ ਦੇਖੋ, ਇੱਕ ਚੀਜ਼ ਉਹਦੀ ਗਲਤੀ ਨਹੀਂ ਹੈਗੀ ਬਿਲਕੁਲ। ਦੇਖੋ ਕਿੱਦਾਂ ਪਹਾੜਾਂ ਤੇ ਪਾਣੀ ਵਰਦਾ, ਸਮੁੰਦਰ ਤੋਂ ਬੱਦਲ ਪਾਣੀ ਚੁੱਕਦੇ ਲੱਖਾਂ ਕਰੋੜਾਂ ਅਰਬਾਂ ਟਨ, ਨਿੱਤ ਚੁੱਕ ਕੇ ਮੀਂਹ ਵਰਾਉਂਦੇ, ਨਦੀਆਂ ਦੇ ਰਾਹੀਂ ਪਾਣੀ ਜਾਂਦਾ, ਜ਼ਮੀਨ ਨੂੰ ਜਰਖੇਜ ਕਰਦਾ, ਫਿਰ ਪਹਾੜਾਂ ਤੇ ਬਰਫ਼ ਜੰਮ ਜਾਂਦੀ, ਫਿਰ ਉਹੀ ਬਰਫ਼ ਪਿਘਲ ਕੇ ਸਾਰਾ ਸਾਲ ਥੱਲੇ ਨਦੀਆਂ ਦੇ ਰੂਪ ਸਾਡੇ ਆਉਂਦੀ ਗਰਮੀਆਂ ਦੇ ਵਿੱਚ। ਇਹ ਸਭ ਪਲੈਨਿੰਗ ਹੈ, ਬਿਲਕੁਲ ਬੈਲੈਂਸ ਕੀਤਾ ਹੋਇਆ। ਔਰ ਉਸ ਬੈਲੈਂਸ ਦੇ ਵਿੱਚ ਮਤਲਬ ਕਿ ਗੜਬੜੀ ਨਹੀਂ ਹੁੰਦੀ। ਜਿੱਦਾਂ ਉਹ ਬੈਲੈਂਸ ਮੇਨਟੇਨ ਕੀਤਾ, ਧਰਤੀ ਜਿੰਨੇ ਚਿਰ ਤੇ ਘੁੰਮਦੀ ਆ, ਸੂਰਜ ਦੇ ਚੱਕਰ ਲਾਉਂਦੀ ਆ, ਸੂਰਜ ਆਪਣੇ ਦੁਆਲੇ ਬੰਨੇ ਕਿੰਨੇ ਚਿਰ ਤੇ ਘੁੰਮਦਾ, 365 ਦਿਨ ਚ ਜਿਹੜੀ ਧਰਤੀ ਆ ਸੂਰਜ ਦਾ ਚੱਕਰ ਲਾਉਂਦੀ ਆ ਤੇ 24 ਘੰਟੇ ਚ ਆਪਣੇ ਆਲੇ ਦੁਆਲੇ ਘੁੰਮ ਲੈਂਦੀ ਆ। ਕਿੱਦਾਂ ਵੇਖੋ, ਉਹ 365 ਦਿਨਾਂ ਦੇ ਵਿੱਚ ਘੁੰਮਣ ਦੇ ਨਾਲ ਹੀ ਮੌਸਮ ਆਪਣੇ ਬਦਲਦੇ ਆਪਣੇ ਮੌਸਮ। ਉਹ ਪਤਾ ਕੀ ਹੈ, ਦੇਖੋ ਸਾਧ ਸੰਗਤ ਜੀ, ਕਈ ਇਹ ਧਰਤੀ ਸੂਰਜ ਦੇ ਲਾਗੇ ਆ ਜਾਂਦੀ ਆ ਤੇ ਕਈ ਇਹ ਸੂਰਜ ਤੋਂ ਦੂਰ ਚੱਲ ਜਾਂਦੀ, ਇਸ ਲਈ ਤੇ ਮੌਸਮ ਠੰਡਾ ਹੁੰਦਾ ਉਹ ਧਰਤੀ ਤੇ। ਇਹ ਵੇਖੋ ਕਲਾਕਾਰੀ ਕਿੱਦਾਂ ਦੀ ਉਹ ਪਰਮਾਤਮਾ ਦੀ ਸਿਰਜਣਾ ਕੀਤੀ ਆ। ਔਰ ਮੈਂ ਤੇ ਹੈਰਾਨ ਹੁੰਦਾ, ਇੱਕ ਕੀੜੀ ਆ, ਉਹ ਕੀੜੀ ਦੇ ਵਿੱਚ ਵੀ ਪਰਮਾਤਮਾ ਨੇ ਉਹਦੀ ਇੰਨੀ ਸੈਂਸ ਪਾਈ ਆ। ਮੈਨੂੰ ਤੇ ਕੀੜੀ ਜਿਹਾ ਕੋਈ ਅੱਖਰ ਪਾਉਣ ਲਈ ਕਹੋ, ਮੇਰੇ ਕੋਲ ਪੈਣਾ ਹੀ ਨਹੀਂ। ਪਰ ਉਹਨੇ ਕੀੜੀ ਦੇ ਵਿੱਚ ਦਿਮਾਗ ਵੀ ਪਾਇਆ ਵਾ,
ਉਹਦੇ ਅੰਦਰ ਕੋਈ ਨਾ ਕੋਈ ਉਹਨੂੰ ਦਿਲ ਦੁਲ ਵਰਗੀ ਕੋਈ ਚੀਜ਼ ਤੇ ਹੋਊਗੀ ਇਹਨੂੰ ਸਪਲਾਈ ਕਰ ਰਹੀ ਆ। ਉਹਦਾ ਮਤਲਬ ਆਪ ਜਸਟ ਸੋਚੋ, ਇਹ ਕੀੜੀ ਸਭ ਤੋਂ ਛੋਟੀ ਆ, ਜਦ ਕਿ ਮਾਈਕਰੋ ਬੈਕਟੀਰੀਆ ਵੀ ਹੈਗਾ ਵਾ, ਨੈਨੋ ਬੈਕਟੀਰੀਆ ਵਾ, ਉਹ ਵੀ ਜਿੰਦਾ ਵਾ ਨਾ। ਕੀੜੀ ਦੀਆਂ ਲੱਤਾਂ ਦੇਖੋ ਗੋਰਖੀ ਸਾਹਿਬ, ਕੀੜੀ ਦੇ ਵਿੱਚ ਪਾਵਰ ਕਿੱਧਰੋਂ ਆ ਰਹੀ ਹੈ, ਲੱਤਾਂ ਕਿਵੇਂ ਚਲਾ ਰਹੀ ਹੈ, ਕਿਵੇਂ ਦੇਖੋ ਕਿੰਨੀਆਂ ਬਰੀਕ ਲੱਤਾਂ ਹੈ ਉਹਦੀਆਂ। ਆਹੋ ਕੀੜੀ ਤੇ ਨਿੱਜਰ ਸਾਹਿਬ ਇੱਕ ਚੀਜ਼ ਹੋਰ ਆ, ਕਹਿੰਦੇ ਕੀੜੀ ਇੱਕ ਐਸਾ ਜੀਵ ਆ ਜਿਹੜਾ ਉਹਨੂੰ ਪ੍ਰਮਾਤਮਾ ਨੇ ਸ਼ਕਤੀ ਨਹੀਂ ਦਿੱਤੀ ਕਿ ਆਪਣੇ ਤੋਂ 40 ਕਿਲੋ ਵੱਧ ਵਜਨ ਚੁੱਕ ਲੈਂਦੀ ਜੋ। ਆਪ ਜਸਟ ਸੋਚੋ, ਮੈਨੂੰ ਤੁਸੀਂ ਕਹੋਗੇ ਮੈਂ ਮੰਨ ਲਓ ਮੇਰਾ 100 ਕਿਲੋ ਮੰਨ ਲਓ ਵਜਨ ਹੈ, ਮੇਰਾ 95 ਕਿਲੋ ਹੁਣ, ਪਹਿਲਾਂ 100 ਸੀ, ਇਹਦਾ ਮਤਲਬ ਮੈਂ 40 ਕੁਇੰਟਲ ਵਜਨ ਚੁੱਕ ਸਕਦਾ। ਉਹ ਉਨੀ ਸ਼ਕਤੀ ਪ੍ਰਮਾਤਮਾ ਨੇ ਕੀੜੀ ਨੂੰ ਦਿੱਤੀ ਜੇ। ਆਪ ਜਸਟ ਸੋਚੋ ਕਿ ਪ੍ਰਮਾਤਮਾ ਜਦੋਂ ਦਿੰਦਾ ਹੈ ਇੱਕ ਛੋਟੇ ਜਿਹੇ ਕੀੜੇ ਨੂੰ ਇੰਨੀ ਸ਼ਕਤੀ ਦੇ ਛੱਡੀ ਹੈ। ਆਪ ਜਸਟ ਸੋਚੋ ਕਿ ਜਿਹਨੂੰ ਤੁਸੀਂ ਆਪ ਸੋਚੋ ਕਿ ਉਹ ਪ੍ਰਮਾਤਮਾ ਦੀ ਕਲਾਕਾਰੀ ਹੈ ਔਰ ਉਹਦੀ ਇੰਜੀਨੀਅਰਿੰਗ ਵੇਖੋ। ਜੇ ਆਪਾਂ ਜੀਵਨ ਨੂੰ ਜੇ ਦੇਖੋ ਧਿਆਨ ਤੇ ਮੈਨੂੰ ਤਾਂ ਮਤਲਬ ਪਤਾ ਕੀ ਹੈ, ਸਭ ਤੋਂ ਪਹਿਲਾਂ ਤੁਹਾਨੂੰ ਆਲੇ ਦੁਆਲੇ ਵੇਖਣਾ ਪਊਗਾ ਜੀਵਨ ਨੂੰ। ਸਾਧਨਾ ਦਾ ਮਤਲਬ ਕੀ ਆ? ਕੁਦਰਤ ਦੇ ਨਾਲ ਜੁੜਨਾ, ਕੁਦਰਤ ਦਾ ਪਸਾਰਾ ਵੇਖਣਾ। ਅਗਲੇ ਬੰਨੇ ਥੋੜੀ ਹੋਸ਼ ਲਿਆਓ ਕਿ ਦੇਖੋ ਕਿੱਦਾਂ ਸਿਸਟਮ ਚੱਲਣ ਦਿਆ ਵਾ, ਕਿੱਦਾਂ ਰੁੱਖ ਨੇ। ਇੱਕ ਮੈਂ ਕਹਿੰਦਾ ਕਿ ਤੁਸੀਂ ਲੋਹਾ ਬੜਾ ਮੋਟਾ 40-50 ਕਿਲੋ ਦਾ ਧੁੱਪੇ ਰੱਖ ਦੋ, ਸ਼ਾਮੀ ਤੁਹਾਡਾ ਹੱਥ ਨਹੀਂ ਲੱਗਣਾ, ਇੰਨਾ ਨੇ ਗਰਮ ਹੋ ਜਾਣਾ। ਪਰ ਇੱਕ ਗੁਲਾਬ ਦੇ ਫੁੱਲ ਦੀ ਪੱਤੀ ਹੈ, ਉਹਨੂੰ ਕੁਛ ਨਹੀਂ ਕਹਿੰਦੀ ਧੁੱਪ। ਦੇਖਿਆ, ਇਹ ਕਲਾਕਾਰੀ ਨਹੀਂ। ਉਹ ਤੇ ਸੜ ਜੂਗੀ। ਹਾਂ, ਸੜਦੀ ਵੀ ਨਹੀਂ, ਸੜਦੀ ਉਹ ਨਹੀਂ ਸੜਦੀ। ਨਿਜਰ ਸਾਹਿਬ, ਹਾਂ ਬਿਲਕੁਲ ਨਹੀਂ ਸੜਦੀ। ਅੱਛਾ ਇੱਕ ਚੀਜ਼ ਹੋਰ ਛੱਡੋ, ਮੈਂ ਹੋਰ ਤੁਹਾਨੂੰ ਅੱਗੇ ਲੈ ਕੇ ਜਾਣਾ, ਥੋੜਾ ਤਾਂ ਦਿਮਾਗ ਦੀਆਂ ਨਾੜੀਆਂ ਖੁੱਲ ਗਏ। ਪਰਮਾਤਮਾ ਨੂੰ ਪਤਾ ਸੀ ਬੱਤੀ ਦੀ ਖੋਜ ਹੋਣੀ ਆ ਬੰਨੇ, ਪਰ ਜਿਹੜੀਆਂ ਚਿੜੀਆਂ ਨੇ, ਘੁੱਗੀਆਂ ਨੇ, ਉਹਨਾਂ ਦੀਆਂ ਲੱਤਾਂ 'ਚ ਖੂਨ ਨਹੀਂ ਪਾਇਆ। ਦੇਖਿਆ, ਨੋਟਿਸ ਕੀਤਾ ਕਿ ਉਹਨਾਂ ਨੂੰ ਕਰੰਟ ਨਹੀਂ ਪੈਂਦਾ। ਇਹਦਾ ਮਤਲਬ ਉਹਨੂੰ ਪਤਾ ਸੀ ਟੈਕਨੋਲੋਜੀ ਦਾ। ਇਹਦਾ ਮਤਲਬ ਇੱਕ ਇੱਕ ਚੀਜ਼ ਜਿਹਨੇ ਬੰਦੇ ਨੂੰ ਜਿਹੜੀ ਵੀ ਬਣਾਈ ਹੈ ਉੱਤੇ ਗਲਤੀ ਦੀ ਗੁਜਾਇਸ਼ ਨਹੀਂ। ਉਦਾਂ ਤੇ ਸਾਰੀਆਂ ਚਿੜੀਆਂ ਮਰ ਜਾਣੀਆਂ ਸੀ ਬੱਤੀ ਦੀ ਤਾਰਾਂ ਦੇ ਉੱਤੇ ਬਹਿ ਬਹਿ ਕੇ, ਪਰ ਪ੍ਰਮਾਤਮਾ ਨੇ ਉਹਦਾ ਵੀ ਰੇਂਜ ਕੀਤਾ ਜੀ। ਨਹੀਂ, ਇਹਦਾ ਇੱਕ ਹੋਰ ਚੀਜ਼ ਹੈ ਗੋਰਖੀ ਸਾਹਿਬ, ਉਹ ਦੋ ਤਾਰਾਂ ਦੇ ਨਾਲ ਜਦ ਦੋ ਦੇ ਵਿੱਚ ਆਪਾਂ ਦੋਨਾਂ ਨੂੰ ਹੱਥ ਲਾਵਾਂਗੇ ਤਾਂ ਜਿਹੜੀ ਹੈਗੀ ਉਹ ਬੰਦਾ ਸੜੂਗਾ। ਤੇ ਜੇ ਇੱਕ ਤਾਰ ਨੂੰ ਫੜ ਕੇ ਰੱਖੋ, ਕਿਤੇ ਹੋਰ ਟੱਚ ਨਾ ਕਰੋ ਤੇ ਆਪਣੇ 'ਚ ਕਰੰਟ ਨਹੀਂ ਫਲੋ ਹੋ ਸਕਦਾ। ਪਰ ਕਰ ਨਹੀਂ ਸਕਦਾ। ਪਰ ਨਿੱਜਰ ਸਾਹਿਬ ਅਸਕਰ ਉਹ ਫਾਰਮੂਲਾ ਉਹਨੇ ਕੱਢੇ ਤੇ ਤਾਂ ਹੀ ਉਹ ਫਾਰਮੂਲਾ ਹੈਗਾ। ਬਿਲਕੁਲ ਠੀਕ ਹੈ, ਹਾਂ ਬਿਲਕੁਲ ਸਹੀ ਹੈ। ਉਹ ਚੀਜ਼ ਨੂੰ ਆਪ ਜਸਟ ਇੱਕ ਮੈਂ ਮਤਲਬ ਕਿ ਉੱਚ ਕਲਾਉਸ ਹੈਗੀ ਆ, ਉਹ ਸ਼ਕਤੀ ਨੂੰ ਪਤਾ ਸੀ ਤੇ ਤਾਂ ਹੀ ਤੇ ਉਹਨੇ ਪਲਾਨ ਕੀਤੀ ਹੈ। ਇਹਦਾ ਮਤਲਬ ਕਿ ਅੰਡਰ ਕੰਟਰੋਲ ਹੀ ਆ, ਵਾਈਲਡ ਤੇ ਨਹੀਂ ਨਾ ਹੈਗੀ ਇਲੈਕਟ੍ਰਿਸਿਟੀ। ਮਤਲਬ ਕਿ ਉਹ ਪ੍ਰਸਾਈਜ਼ਲੀ ਉਹਦੇ ਚ ਕਲਾਉਸ ਪਾਈ ਹੋਈ ਹੈ ਕਿ ਜੇਕਰ ਬੰਦਾ ਲੱਕੜ ਤੇ ਖਲੋਤਾ ਵਾ, ਹੱਥ ਦੇ ਤਾਰ ਫੜਦਾ, ਉਹਨੂੰ ਕਰੰਟ ਨਹੀਂ ਲੱਗੂਗਾ। ਇਹਦਾ ਮਤਲਬ ਕਿ ਉਹਦੇ ਦਿਮਾਗ 'ਚ ਹੀ ਉਹਨੇ ਉਹ ਚੀਜ਼ ਨੇ ਡਿਜ਼ਾਈਨ ਕੀਤਾ ਹੋਇਆ ਹੈ। ਰਾਈਟ, ਬਿਲਕੁਲ ਠੀਕ ਹੈ ਜੀ। ਕਿਉਂਕਿ ਉਹਦੇ ਸਿਰ ਤੇ ਫਿਰ ਜਾਨਵਰ ਬਚਨੇ ਹੀ ਸਾਰੇ, ਹੁਣ ਜਿਹੜੀਆਂ ਘੁੱਗੀਆਂ ਘੱਗੀਆਂ ਜਿਹੜੀਆਂ ਐਰਾ ਵਗੈਰਾ। ਹਾਂਜੀ ਠੀਕ ਹੈ ਨਿੱਜਰ ਸਾਹਿਬ, ਚੱਲੀ ਅੱਗੇ ਚਲੀਏ ਤੇ ਅੱਗੇ ਜੋ ਤੁਸੀਂ ਕਹਿ ਰਹੇ ਸੀ ਨਾ, ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ, ਉਸੇ ਗੱਲ ਨੂੰ ਅੱਗੇ ਮਾਲਕ ਨੇ ਲਿਆ ਹੈ, ਮਹਾਰਾਜ ਨੇ ਉਸੇ ਗੱਲ ਨੂੰ ਅੱਗੇ ਲਿਆ ਹੈ। ਤੁਸੀਂ ਕਹਿ ਰਹੇ ਸੀ ਨਾ ਵੀ ਸੂਰਜ ਦੀ ਐਸੀ ਇੰਨੀ ਸੂਰਜ ਦੀ ਪ੍ਰਕਾਸ਼ ਦੀ ਇੰਨੀ ਗਤੀ ਹੈਗੀ ਆ, ਤੇ ਹੁਣ ਮਹਾਰਾਜ ਇਹੀ ਚੀਜ਼ ਅੱਗੇ ਕਹਿ ਰਹੇ, ਕਹਿੰਦੇ ਪ੍ਰਕਾਸ਼ ਤੋਂ ਵੀ ਜ਼ਿਆਦਾ ਗਤੀ ਵੀ ਹੈਗੀ ਹੈ। ਇੱਕ ਚੀਜ਼ ਦੀ ਗਤੀ ਪ੍ਰਕਾਸ਼ ਤੋਂ ਜ਼ਿਆਦਾ ਹੈ। ਉਹ ਕਹਿੰਦੇ ਤੁਹਾਡੀ ਸੁਰਤ ਦੀ ਗਤੀ ਪ੍ਰਕਾਸ਼ ਤੋਂ ਜ਼ਿਆਦਾ ਹੈ। ਆਪਣੀਆਂ ਅੱਖਾਂ ਦੀ ਗਤੀ ਪ੍ਰਕਾਸ਼ ਤੋਂ ਜ਼ਿਆਦਾ ਹੈ। ਦੇਖੋ, ਪ੍ਰਕਾਸ਼ ਨੂੰ ਤਾਂ 6 ਮਿੰਟ ਲੱਗਦੇ, ਆਪਣੀ ਅੱਖਾਂ ਨੂੰ ਸੂਰਜ ਨੂੰ ਦੇਖਣ ਵਾਸਤੇ ਕਿੰਨੀ ਕੁ ਦੇਰ ਲੱਗਦੀ ਹੈ, ਦੇਖ ਲਓ। ਚੰਦਰਮਾ ਨੂੰ ਦੇਖਣ ਨੂੰ ਕਿੰਨੀ ਦੇਰ। ਹਾਂ ਨਿਜਰ ਸਾਹਿਬ, ਜਦੋਂ ਆਪਾਂ ਇਹ ਮੰਨ ਲਓ ਕਿ ਇਹਨੇ ਸੂਖਮ ਟਰੈਵਲ ਕਰਨਾ, ਬੰਦਾ ਕਰ ਸਕਦਾ ਟਰੈਵਲ, ਇਹ ਵੀ ਸਾਧਨਾ ਤੇ ਹੈ ਕਲਾਉਸ। ਅੱਗੇ ਧਿਆਨ ਕਰਤਾ ਨਾ, ਬਿਲਕੁਲ ਜਾ ਸਕਦੇ ਹਾਂ, ਬਿਲਕੁਲ ਜਾ ਸਕਦੇ ਹਾਂ, ਬਿਲਕੁਲ ਸਹੀ। ਅੱਗੇ ਮਹਾਰਾਜ ਇਹੀ ਗੱਲ ਤਾਂ ਕਹਿ ਰਹੇ ਆ, ਕਹਿੰਦੇ ਅੱਖੀ ਭਰਨੇ ਅੱਖੀ। ਮੇਰੀ ਗੱਲ ਸੁਣ ਨਿੱਜਰ ਸਾਹਿਬ, ਮੈਂ ਇੱਕ ਮੇਰੀ ਗੱਲ ਤੇ ਸੁਣੋ, ਇੱਕ ਮਿੰਟ ਤੁਹਾਡੀ ਗੱਲ ਰੋਕੀ। ਹਾਂਜੀ ਇੱਕ ਨਾ ਮੇਰੇ ਇੱਕ ਬੇਬੀ ਆਈ, ਕਹਿੰਦੀ ਵੀਰ ਜੀ ਮੈਂ ਨਾ ਸਾਧਨਾ ਕਰਦੀ ਆ। ਮੈਂ ਠੀਕ ਹੈ, ਬਹੁਤ ਵਧੀਆ ਸਾਧਨਾ ਕਰਦੀ। ਕਹਿੰਦੀ ਮੈਂ ਸਾਧਨਾ ਕਰਦੀ ਸਰੀਰ ਤੋਂ ਬਾਹਰ ਨਿਕਲਦੀ। ਤੇ ਮੈਂ ਕਿਹਾ ਬੀਬੀ ਤੈਨੂੰ ਪਤਾ ਹੈਗਾ ਜੇ ਤੂੰ ਬਾਹਰ ਨਿਕਲ ਗਈ ਤੂੰ ਵਾਪਸ ਕਿੱਦਾਂ ਆਉਣਾ ਹੈ? ਤੇ ਮੈਂ ਕਿਹਾ ਜਿਹੜੀ ਚੀਜ਼ ਦਾ ਪਤਾ ਨਹੀਂ ਹੈ, ਮੈਂ ਕਾਹਨੂੰ YouTube 'ਚ ਵੇਖ ਕੇ ਆਪਣੇ ਆਪ ਨੂੰ ਪਰੇਸ਼ਾਨ ਕਰਦੀ ਹਾਂ। ਪਰ ਲੋਕੀ ਲੱਗੇ ਨੇ ਚੱਕਰਾਂ 'ਚ ਨਿੱਜਰ ਸਾਹਿਬ, ਬੜੀ ਦੁਨੀਆ ਬੈਠੀ ਜੇ। ਬਿਲਕੁਲ ਬਿਲਕੁਲ, ਉਹਨਾਂ ਨੂੰ ਸ਼ਕਤੀਆਂ ਚਾਹੀਦੀਆਂ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਕਹਿੰਦੇ ਅੱਖੀਂ ਪਰਣੇ ਜੇ ਫਿਰਾਂ ਦੇਖਾਂ ਸਭ ਆਕਾਰ। ਕਹਿੰਦੇ ਅੱਖਾਂ ਦੀ ਜਿਹੜੀ ਸਪੀਡ ਦੇ ਨਾਲ ਜੇ ਮੈਂ ਚੱਲਾਂ
ਅੱਖੀ ਭਰਨੇ, ਜੇ ਮੈਂ ਫਿਰਨ ਲੱਗ ਜਾ ਸਾਰੇ ਆਕਾਰ ਨੂੰ ਦੇਖਣ ਲੱਗ ਜਾ। ਦੇਖੋ ਅੱਖਾਂ ਤਾਂ ਕਿੰਨੀ ਫਾਸਟ ਹੈਗੀਆਂ ਆਪਣੀ ਦ੍ਰਿਸ਼ਟੀ। ਪੁੱਛਾਂ ਗਿਆਨੀ ਪੰਡਤਾਂ, ਪੁੱਛਾਂ ਵੇਦ ਵਿਚਾਰ, ਗਿਆਨੀਆਂ ਨੂੰ ਜਾ ਕੇ ਸਾਰਾ ਗਿਆਨ ਲੈ ਲਾਂ ਪੰਡਤਾਂ ਕੋਲੋਂ, ਵੇਦਾਂ ਦੇ ਵਿਚਾਰ ਜਿੰਨੇ ਗ੍ਰੰਥ ਆ ਸਾਰਿਆਂ ਦਾ ਵਿਚਾਰ ਪੁੱਛ ਲਵਾਂ। ਪੁੱਛਾਂ ਦੇਵਾਂ ਮਾਨਸਾਂ, ਜੋਧ ਕਰੇ ਅਵਤਾਰ, ਦੇਵਤਿਆਂ ਨੂੰ ਮਾਨਸਾਂ ਨੂੰ ਸਾਰਿਆਂ ਨੂੰ ਮੈਂ ਕੰਸਲਟ ਕਰ ਲਵਾਂ। ਯੋਧਿਆਂ ਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਜਿਹੜੇ ਬਹੁਤ ਪਾਵਰਫੁਲ ਆ, ਦੂਸਰਿਆਂ ਨਾਲੋਂ ਵੱਡੇ, ਜਿਹੜੇ ਆਪਣੇ ਆਪ ਨੂੰ ਅਵਤਾਰ ਸਮਝਦੇ ਆ, ਕਹਿੰਦੇ ਉਹਨਾਂ ਨੂੰ ਵੀ ਮੈਂ ਜਾ ਕੇ ਕੰਸਲਟ ਕਰ ਲਵਾਂ। ਸਿੱਧ ਸਮਾਧੀ ਸਭ ਸੁਣੀ, ਜਾਏ ਦੇਖਾਂ ਦਰਬਾਰ। ਕਹਿੰਦੇ ਸਾਰੇ ਸਿੱਧ ਲੋਕੀ ਜਿਹੜੇ ਹੈਗੇ ਆ ਉਹ ਸਮਾਧੀਆਂ ਲਾਉਂਦੇ ਆ, ਸਿੱਧ ਲੋਕ, ਪਰ ਉਹ ਸਮਾਧੀ ਜਿਹੜੀ ਹੈਗੀ ਆ ਉਹ ਪਰਮਾਤਮਾ ਦਾ ਟੇਕ ਨਹੀਂ ਹੈਗੀ ਉਹਨਾਂ ਦੀ। ਉਸ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਕੋਸ਼ਿਸ਼ ਕਰਦੇ ਆ ਕੋਈ ਜਿਹੜੇ ਹੈਗੇ ਆ ਉਹ ਸਵਾਸ ਚੜਾ ਕੇ ਜਿਹੜੇ ਹੈਗੇ ਆ ਉਸ ਉਹਨਾਂ ਦੇ ਵਿੱਚ ਜਾਣ ਦੀ। ਕਹਿੰਦੇ ਸਿੱਧ ਸਮਾਧੀ ਸਭ ਸੁਣੀ, ਜਾਏ ਦੇਖਾਂ ਦਰਬਾਰ, ਵੀ ਮੈਂ ਵੀ ਜਿਹੜਾ ਹੈਗਾ ਮਾਲਕ ਪਰਮਾਤਮਾ ਦਾ ਦਰਬਾਰ ਦੇਖ ਲਾਂ, ਮਾਲਕ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਲਵਾਂ। ਕਹਿੰਦੇ ਨਹੀਂ ਭਾਈ, ਇਹਦੇ ਨਾਲ ਤਾਂ ਨਹੀਂ ਹੋ ਰਹੀ, ਇਹਦੇ ਨਾਲ ਨਹੀਂ ਹੋਣਾ, ਮਾਲਕ ਪਰਮਾਤਮਾ ਦੀ ਨੇੜਤਾ ਨਹੀਂ ਮਿਲਣੀ। ਕਹਿੰਦੇ ਕੀ ਰੂਲ ਬਣਾਇਆ ਮਾਲਕ ਨੇ ਉਹਦੀ ਨੇੜਤਾ ਪ੍ਰਾਪਤ ਕਰਨ ਦੇ ਵਾਸਤੇ? ਕਹਿੰਦੇ ਅੱਗੇ ਸੱਚਾ ਸੱਚ ਨਾਏ, ਨਿਰਭਉ ਭੈ ਵਿਣ ਸਾਰ। ਕਹਿੰਦੇ ਅੱਗੇ ਉਹ ਮਾਲਕ ਪਰਮਾਤਮਾ ਸੱਚਾ ਹੈਗਾ, ਉਹ ਹਮੇਸ਼ਾ ਰਹਿਣ ਵਾਲਾ ਹੈਗਾ। ਉਹਨੇ ਸੱਚੇ ਨਾਮ ਦੇ ਨਾਲ, ਸੱਚ ਨਾਏ ਮਤਲਬ ਉਹਨੇ ਧਿਆਨ ਸਿਮਰਨ ਦੇ ਨਾਲ, ਸੱਚ ਨਾਏ ਮਤਲਬ ਸੱਚੇ ਨਾਮ ਦੇ ਦੁਆਰਾ ਨਹੀਂ, ਧਿਆਨ ਸਿਮਰਨ ਤੋਂ ਇਲਾਵਾ ਉਹਨੇ ਨਹੀਂ ਮਿਲਣਾ ਉਸ ਨਿਰਭਉ ਨੇ। ਉਹ ਭੈ ਤੋਂ ਬਗੈਰ ਹੈਗਾ, ਔਰ ਸਾਰ ਜਿਹੜੀ ਗੱਲ ਹੈਗੀ ਉਹ ਧਿਆਨ ਸਿਮਰਨ ਹੈਗੀ, ਸੱਚ ਨਾਏ ਇਹ ਸਾਰਿਆ ਉਸ ਮਾਲਕ ਪਰਮਾਤਮਾ ਨੂੰ ਮਿਲਣਾ। ਇਸੀ ਦੁਨੀਆ ਦਾ ਤੱਤ ਵਸਤੂ ਹੈ। ਖੇਡ ਦਾ ਮਤਲਬ ਮਾਲਕ ਨੇ ਜਿਹੜੀ ਖੇਡ ਪਾਈ ਆ, ਇਹਦਾ ਸਾਰ ਚੀਜ਼ ਆ ਹੈਗੀ ਵੀ ਮਾਲਕ ਪਰਮਾਤਮਾ ਨੂੰ ਧਿਆਨ ਸਿਮਰਨ ਦੇ ਦੁਆਰਾ ਪਹੁੰਚਿਆ ਜਾਏ ਮਾਲਕ ਪਰਮਾਤਮਾ ਦੇ ਕੋਲ, ਆਪਣੀ ਆਤਮਾ ਦੇ ਕੋਲ। ਬਾਕੀ ਕਹਿੰਦੇ ਹੋਰ ਕੱਚੀ ਮੱਤੀ ਕੱਚ ਪਿੱਛ, ਅੰਧਿਆ ਅੰਧ ਵਿਚਾਰ। ਕੱਚ ਪਿੱਛ ਦਾ ਮਤਲਬ ਹੈ ਜਿਵੇਂ ਨਾ ਇਹ ਜਿਹੜੇ ਹੁੰਦੇ ਨਿਹੰਗ ਸਿੰਘ ਨਹੀਂ ਹੁੰਦੇ, ਕਹਿੰਦੇ ਪਰੇ ਹੋ ਜਾ ਕੱਚੇ ਪਿੱਲੇ, ਦੂਜਿਆਂ ਨੂੰ ਤਾਂ ਕੱਚੇ ਪਿੱਲੇ ਹੀ ਦੱਸਦੇ ਆ। ਕੱਚ ਪਿੱਛ ਦਾ ਮਤਲਬ ਹੈ ਕੱਚੇ ਪਿੱਲੇ। ਕਹਿੰਦੇ ਹੋਰ ਕੱਚੀ ਮੱਤੀ, ਕਹਿੰਦੇ ਹੋਰ ਤਾਂ ਕੱਚੀ ਮੱਤ ਹੈਗੀ ਪਾਏ, ਕੱਚ ਪਿੱਛ ਹੈਗੀ ਆ। ਅੰਧਿਆ ਅੰਧ ਵਿਚਾਰ, ਬਾਕੀ ਅੰਨਿਆਂ ਦੀ ਅੰਨੀ ਵਿਚਾਰ ਹੈਗੀ ਪਾਏ। ਜੇ ਇਹ ਆਪਾਂ ਸੱਚ ਨਾਏ ਜਿਹੜੇ ਹੈਗੇ ਪਰਮੇਸ਼ਰ ਦੇ ਧਿਆਨ ਸਿਮਰਨ, ਜੇ ਆ ਚੀਜ਼ ਨਹੀਂ ਕਰਦੇ, ਉਸ ਨਿਰਭਉ ਦੇ ਨਾਲ ਨਹੀਂ ਜੁੜਦੇ, ਤੇ ਬਾਕੀ ਮੱਤਾਂ ਸਾਰੀਆਂ ਜਿਹੜੀਆਂ ਹੈਗੀਆਂ ਕੱਚ ਪਿੱਛ ਹੈਗੇ, ਅੰਨਿਆਂ ਦੀ ਅੰਨੀ ਵਿਚਾਰ ਹੈਗੀ। ਇਸ ਕਰਕੇ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ। ਕਹਿੰਦੇ ਕਿਤੇ ਕਰਮ ਜਾਗ ਜਾਣ ਇਨਸਾਨ ਦੇ ਤੇ ਬੰਦਗੀ ਕਰਨ ਨੂੰ ਮਿਲ ਜਾਏ, ਆ ਐਕਸ਼ਨ ਕਰਨ ਨੂੰ ਮਿਲ ਜਾਏ, ਕਰਮ ਕਰਨ ਨੂੰ ਮਿਲ ਜਾਏ, ਤੇ ਮਾਲਕ ਦੀ ਮਿਹਰ ਜਿਹੜੀ ਹੈਗੀ ਹੋ ਜਾਏ ਉਸ ਇਨਸਾਨ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਇਨਸਾਨ। ਹਾਂਜੀ ਵੀਰ ਜੀ। ਹਾਂ ਠੀਕ ਹੈ ਉਸਤਾਦ ਸੰਗਤ ਜੀ, ਇੱਥੇ ਬਾਣੀ ਜੋ ਆਪਾਂ ਨੂੰ ਸਮਝਾ ਰਹੀ ਹੈ ਨਾ, ਬਾਹਰ ਮੁਖੀ ਤੇ ਫਾਇਦਾ ਕੁਛ ਨਹੀਂ ਹੈਗਾ। ਲੋਕੀ ਜੇ ਬਾਹਰ ਤੁਰੇ ਫਿਰਦੇ ਆ ਨਾ, ਤਾਂ ਬਾਹਰ ਤੇ ਮਤਲਬ ਹੀ ਨਹੀਂ ਨਾ, ਬਾਹਰ ਤੇ ਮਿਲਣਾ ਹੀ ਨਹੀਂ ਕਿਸੇ ਨੂੰ, ਤੇ ਨਾ ਹੀ ਅਜੇ ਤੱਕ ਬ੍ਰਹਮ ਚੋਂ ਬਾਹਰ ਭੱਜਣ ਦੇ ਨਾਲ ਕੋਈ ਚੀਜ਼ ਦੀ ਪ੍ਰਾਪਤੀ ਹੋਈ। ਸੁੱਖ ਹੈਗਾ, ਆਨੰਦ ਹੈਗਾ, ਸ਼ਾਂਤੀ ਹੈਗਾ, ਆਤਮਾ ਹੈਗੀ ਆ ਸਾਡੇ ਅੰਦਰ ਆ। ਕਿਉਂਕਿ ਜਿਹੜੇ ਹੀ ਫਾਰਮੂਲੇ ਦੇ ਨਾਲ ਸਮੁੰਦਰ ਬਣਿਆ, ਉਸੇ ਹੀ ਫਾਰਮੂਲੇ ਦੇ ਨਾਲ ਪਾਣੀ ਦੀ ਬੂੰਦ ਬਣੀ। ਆਪ ਇਹ ਚੀਜ਼ ਅੰਡਰਸਟੈਂਡ ਕਰੋ। ਹੁਣ ਜਦੋਂ ਆਪਾਂ ਅੱਖਾਂ ਬੰਦ ਕਰਕੇ ਆਪਾਂ ਆਪਣੀ ਅੱਖਾਂ ਨੂੰ ਅੰਦਰ ਮੋੜ ਲਿਆ, ਕੰਨਾਂ ਨੂੰ ਅੰਦਰ ਮੋੜ ਲਿਆ, ਤੇ ਆਪਣੇ ਮਨ ਨੂੰ ਵੀ ਅੰਦਰ ਮੋੜ ਲਿਆ। ਹੁਣ ਸਾਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਕੀ ਕੀਤੀਆਂ? ਆਪਾਂ ਅੰਦਰਮੁਖੀ ਕੀਤੀਆਂ। ਹੁਣ ਜਦੋਂ ਅੰਦਰਮੁਖੀ ਕਰਦੇ ਗਏ ਛੋਟੀਆਂ ਹੁੰਦੀਆਂ ਜਾਣੀਆਂ। ਪਹਿਲਾਂ ਤੁਹਾਨੂੰ ਵਿਚਾਰ ਮਿਲਣੇ ਆ, ਵਿਚਾਰ ਵੀ ਤਾਂ 15-20 ਦਿਨ ਹੀ ਰਹਿੰਦੇ ਨੇ। 15-20 ਦਿਨਾਂ ਚ ਵਿਚਾਰਾਂ ਚ ਗੈਪ ਆਉਣ ਡਿਆ ਪੈਂਦਾ ਜੇ ਤੁਸੀਂ ਸਹੀ ਤਰੀਕੇ ਨਾਲ ਸਾਧਨਾ ਕਰਦੇ ਜੇ। ਮਤਲਬ ਜੇ ਤੁਹਾਡੇ ਜੇ ਜਗਿਆਸਾ ਵਾ, ਜੇ ਤੂੰ ਨਕਲੀ ਜਗਿਆਸਾ ਵਾ ਤਾਂ ਫਿਰ ਨਹੀਂ, ਜੇ ਸਹੀ ਜਗਿਆਸਾ ਵਾ ਤੇ 10-15 ਦਿਨ ਚ ਬੜੀ ਸ਼ਾਨਦਾਰ ਸਮਾਧੀ ਲੱਗਣ ਡਿਆ ਪੈਂਦੀ। ਬਹੁਤ ਵਧੀਆ ਜੀ, ਬਿਲਕੁਲ ਸਹੀ ਹੈ ਜੀ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਹਾਂਜੀ ਹਾਂ, ਜੇ ਤੂੰ ਠਰਕ ਭੋਲਦੇ ਫਿਰਦੇ ਜੋ ਗੱਲਾਂ ਹੀ ਗੱਲਾਂ ਵਾ, ਤੇ ਫਿਰ ਭਾਵੇਂ 20 ਸਾਲ ਕੀ ਕਰੋੜ ਸਾਲ ਤੁਰੇ ਫਿਰੋ, ਫਿਰ ਨਹੀਂ ਗੱਲ ਹੈਗੀ ਹੈ। ਉਹ ਟਾਈਮ ਦੀ ਕੋਈ ਕੀਮਤ ਨਹੀਂ ਹੈਗੀ। ਜੇ ਤੁਹਾਡੇ ਚ ਸੱਚੀ ਪਿਆਸ ਹੈਗੀ ਆ, 5-6 ਦਿਨ 7 ਦਿਨ ਬੜੀ ਹੁੰਦੀ। ਹੁਣ ਮੈਂ ਇੱਥੇ ਕਈਆਂ ਦੀ ਸਮਾਧੀ ਲਵਾਈ ਆ, ਕੋਈ ਮਾਤਾ ਦੀ ਸਮਾਧੀ ਤੇ ਪਹਿਲੇ ਦਿਨ ਹੀ ਲੱਗ ਗਈ, 2 ਘੰਟੇ ਬਾਅਦ ਉੱਠੀ। ਉਹ ਇੱਥੇ ਸਭ ਉਹਦੇ ਜ਼ਮੀਨ ਤਿਆਰ ਸੀ। ਬਿਲਕੁਲ
ਉਹਨੇ ਸੱਜਾ ਨਹੀਂ ਪੁੱਛਿਆ, ਖੱਬਾ ਨਹੀਂ ਪੁੱਛਿਆ, ਕਿਉਂਕਿ ਤਰਕ ਨਹੀਂ ਨਾ ਹੈਗਾ। ਬਿਨਾਂ ਮਤਲਬ ਤੋਂ ਬਹਿਸ ਕਰਨ ਦਾ ਮਤਲਬ ਨਹੀਂ। ਉਹ ਕਹਿੰਦੀ ਹਾਂ ਪੁੱਤ ਦੱਸ ਦੇ, ਮੈਂ ਕਰ ਲਈ। ਤਿਆਰ ਸੀ ਉਹ, ਬਸ ਗੁੱਟ ਫੜੋ ਤੇ ਲਓ ਸਮਾਧੀ 'ਚ ਲੈ ਜਾਓ। ਅਗਲਾ ਗੁੱਟ ਫੜ ਕੇ ਨਾਲ ਹੀ ਲੈ ਜਾਓ। ਹੋ ਗਿਆ ਕੰਮ, ਹੋ ਗਿਆ ਬਸ ਬਸ ਬਸ। ਤੇ ਜਿਹੜਾ ਬੰਦਾ ਗਿਆਨ ਇਕੱਠਾ ਕਰਕੇ ਬੈਠਾ ਵਾ ਉਹਨੂੰ ਬੜੀ ਮੁਸ਼ਕਲ ਆ ਜਾਣੀ, ਕਿਉਂਕਿ ਉਹਦੇ ਗਿਆਨ ਹੀ ਉਹਦਾ ਰੋਕ ਬਣ ਜਾਣਾ ਹੈਗਾ, ਵਿਚਾਰ ਨਹੀਂ ਉਹਦੇ, ਉਹੀ ਰੋਕ ਉਹਨੂੰ ਅੰਦਰ ਗਿਆਨ ਨਹੀਂ ਰੋਕ ਬਣ ਜਾਣਾ। ਹਾਂ, ਤੈਨੂੰ ਬਾਣੀ ਬਾਰ-ਬਾਰ ਮਨਾ ਕਰਦੀ, ਪੜ ਗੱਡੇ ਲੱਗੀ। ਮੈਨੂੰ ਪਤਾ ਲੱਗਾ ਨਾ ਕਿਉਂਕਿ ਮਨਾ ਕਿਉਂ ਕਰਦੀ, ਕਿਉਂਕਿ ਗਿਆਨ ਨਹੀਂ ਹੈਗਾ, ਵਿਚਾਰ ਹੀ ਇਕੱਠੇ ਕਰ ਲੈਣੇ ਤੂੰ। ਵਿਚਾਰ ਤੇ ਅੱਗੇ ਬੜੇ ਅੰਦਰ। ਤੇ ਉਹ ਹੁਣ ਜਦੋਂ ਤੁਸੀਂ ਅੰਦਰ ਗਏ ਨਾ, ਤੁਹਾਡੀ ਜਿਹੜੀ ਨਾ ਤੁਹਾਡੀ ਸੁਰਤੀ ਬਰੀਕ ਹੋਣੀ, ਬਰੀਕ ਹੋਈ ਜਾਣੀ। ਫਿਰ ਤੁਹਾਨੂੰ ਇੰਝ ਲੱਗਣਾ ਕਿ ਪਤਾ ਨਹੀਂ ਮੈਂ ਕਿੰਨਾ ਕੁ ਟਰੈਵਲ ਕਰ ਰਿਹਾ, ਬੜੀ ਦੂਰ ਜਾ ਰਿਹਾ। ਕਿਤੇ ਜਾ ਕਿਤੇ ਨਹੀਂ ਰਹੇ, ਤੁਸੀਂ ਆਪਣੇ ਅੰਦਰ ਹੀ ਟਰੈਵਲ ਕਰ ਰਹੇ ਹੋ। ਸੁਖਮ ਹੋਈ ਜਾਣਾ। ਉਹ ਜਿੱਦਾਂ ਨਹੀਂ ਕਹਿੰਦੇ ਗਿੱਲ ਸਾਹਿਬ, ਉਹ ਤੋੜਦੇ ਗਏ। ਆਖਰ ਤੇ ਤੁਸੀਂ ਇੰਨੇ ਛੋਟੇ ਹੋ ਜਾਣਾ ਵਾ, ਫਿਰ ਉਸ ਸ਼ਕਤੀ ਦੇ ਵਿੱਚ ਤੁਸੀਂ ਆਪਣੇ ਆਖਰੀ ਬਿੰਦੂ ਤੇ ਆ ਜਾਣਾ ਵਾ, ਜਿਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ। ਜਿੱਦਾਂ ਤੁਸੀਂ ਉਸ ਬਿੰਦੂ 'ਚ ਪਹੁੰਚ ਗਏ ਨਾ, ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ। ਤੁਹਾਨੂੰ ਕੀ ਪੁੱਛਣ ਦੀ ਲੋੜ ਨਹੀਂ ਆ ਕਿ ਹਾਂ ਇਹ ਸੀ ਮੇਰੇ ਦਿਲ ਦੀ ਪਿਆਰ, ਜਿਹੜੀ ਮੇਰੇ ਅੰਦਰੋਂ ਆਵਾਜ਼ ਆਉਂਦੀ ਸੀ। ਇੱਥੇ ਇਹਦੀ ਆਵਾਜ਼ ਆਉਂਦੀ ਸੀ, ਪਰ ਮੈਂ ਬਾਹਰ ਜਾ ਰਿਹਾ ਸਾਂ। ਇਸ ਕਰਕੇ ਕਿਤੇ ਉਹ ਗੁਰਦੁਆਰੇ, ਕਿਸੇ ਉਹ ਮੰਦਿਰ, ਕਿਤੇ ਉਹ ਮਸਜਿਦ ਤੁਰਿਆ ਫਿਰ ਰਿਹਾ ਸੀ। ਅਸਲ 'ਚ ਜਿਹੜੀ ਆਵਾਜ਼ ਸੀ ਮੈਨੂੰ ਆਉਂਦੀ ਸੀ, ਉਹ ਸੀ ਆ ਤੀਰਥ ਅਸਥਾਨ ਜਿਹੜਾ ਮੇਰੇ ਅੰਦਰ ਸੀ। ਇੱਥੇ ਪਹੁੰਚਣਾ। ਪਰ ਜਦੋਂ ਇੱਥੇ ਪਹੁੰਚ ਗਏ, ਉਸ ਤੋਂ ਬਾਅਦ ਤੇ ਫਿਰ ਬ੍ਰੇਕ ਵੱਜ ਜਾਣੀ। ਫਿਰ ਤੁਹਾਡਾ ਮਨ ਬਾਹਰ ਨਹੀਂ ਆਊ, ਅੰਦਰ ਹੀ ਸ਼ਾਂਤ ਹੋ ਜਾਣਾ। ਉਹੀ ਇਹਦੀ ਇੱਕੋ ਹੀ ਫਾਰਮੂਲਾ ਵਾ। ਜਦੋਂ ਵੀ ਤੁਹਾਡਾ ਮਨ ਆਤਮਾ ਤੱਕ ਇੱਕ ਤੇ ਚੜ ਗਿਆ ਨਾ, ਇਹਨੇ ਇੱਕਦਮ ਵੈਰਾਗੀ ਹੋ ਜਾਣਾ। ਇਹਨੇ ਨਹੀਂ ਬਾਹਰ ਨਿਕਲਣਾ। ਉਹਦਾ ਕਾਰਨ ਕੀ ਆ? ਤੁਸੀਂ ਵੇਖ ਲਿਓ, ਘਰੋਂ ਤੁਹਾਡਾ ਬਾਹਰ ਨਿਕਲਣ ਜੀ ਨਹੀਂ ਕਰਨਾ, ਕਿਉਂਕਿ ਉਹ ਜਿਹੜੀ ਚੀਜ਼ ਚਾਹੀਦੀ ਉਹਨੂੰ ਮਿਲ ਗਈ ਆ। ਹੁਣ ਉਹ ਵਿਰਾਗ ਆਪਾਂ ਕਹਿ ਤੇ ਦਿੰਦੇ ਆ ਨਾ, ਸਹਿਜ ਅਵਸਥਾ ਵਿਰਾਗ, ਇਹ ਤੇ ਉਦੋਂ ਹੀ ਬਣਦੀ ਹੈ ਜਦੋਂ ਮਨ ਆਤਮਾ ਤੱਤ 'ਚ ਜਾਂਦਾ, ਫਿਰ ਛੱਡੀ ਜਾਂਦਾ ਹੈ ਕਿ ਬੜੀ ਸਪੀਡ ਨਾਲ ਗਤੀ ਕਰਦਾ, ਕਿਉਂਕਿ ਇਹਨੂੰ ਆਪਣੇ ਆਪ ਨੂੰ ਨਸ਼ਟ ਕਰਕੇ ਹੀ ਇਹਨੂੰ ਮਜ਼ਾ ਆਉਂਦਾ, ਆਨੰਦ ਆਉਂਦਾ, ਕਿ ਆਪਣੇ ਆਪ ਨੂੰ ਖਤਮ ਕਰਨਾ ਚਾਹੁੰਦਾ। ਕਿਉਂਕਿ ਇਹ ਵੀ ਤੇ ਸ਼ਾਂਤੀ ਚਾਹੁੰਦਾ ਨਾ, ਪਤਾ ਨੀ ਕਦੋਂ ਤਾਂ ਤੁਰਿਆ ਫਿਰਦਾ। ਬਾਣੀ ਦਾ ਇਹੋ ਕਹਿਣਾ, ਮਨ ਮਾਨਿਆ ਤੇ ਹਰ ਜਾਣਿਆ। ਜਿੰਨਾ ਚਿਰ ਤੱਕ ਮਨ ਨਹੀਂ ਮੰਨਦਾ, ਹਰ ਨੂੰ ਨਹੀਂ ਜਾਣਿਆ ਜਾ ਸਕਦਾ। ਦੁੱਖ ਤਾਂ ਹੈ ਹੀ, ਜਿਹੜੇ ਨਾ ਵਿਚਾਰ ਹੀ ਆ ਦੁੱਖ, ਤਾਂ ਇਹਦੇ ਵਿਚਾਰ ਹੀ ਦੁੱਖ ਹੈਗੇ। ਔਰ ਵਿਚਾਰ ਛੱਡੇ ਤੇ ਦੁੱਖ ਗਿਆ, ਤੇ ਸੁਖੀ ਤਾਂ ਹੋ ਹੀ ਜਾਣਾ ਆਟੋਮੈਟਿਕਲੀ ਉਹਨੇ। ਹਾਂ, ਹੁਣ ਤੁਸੀਂ ਦੱਸੋ ਮੈਨੂੰ, ਹੁਣ ਮੈਨੂੰ ਕਾਹਦਾ ਦੁੱਖ ਹੈ? ਜਾਂ ਨੇਜਰ ਸਾਹਿਬ ਨੂੰ ਜਾਂ ਤੁਹਾਨੂੰ ਕਾਹਦਾ ਦੁੱਖ ਹੈ? ਦੁੱਖ ਤੇ ਹੈ ਹੀ ਨਹੀਂ ਹੈ। ਕਿਉਂ ਨਹੀਂ ਦੁੱਖ ਹੈਗਾ? ਦੁੱਖ ਤੇ ਆ ਕੇ ਚੱਲ ਗਿਆ ਵਾ। ਵਰਤਮਾਨ ਦੀ ਕਾਲ 'ਚ ਕਿੱਥੇ ਦੁੱਖ ਹੈਗਾ? ਦੁੱਖ ਅਸੀਂ ਦੁਖੀ ਕਿਉਂ ਹੋ ਰਹੇ ਹਾਂ? ਅਸੀਂ ਅਗਿਆਨ ਹੈ ਕਿ ਫਸੇ ਹੋਏ ਹਾਂ। ਅਸੀਂ ਵਿਚਾਰਾਂ ਦੇ ਕਰਕੇ ਆਪਣੇ ਆਪ ਨੂੰ ਦੁਖੀ ਕਰ ਰਹੇ ਹਾਂ, ਔਰ ਅਸੀਂ ਸੋਚਦੇ ਹਾਂ ਕਿ ਜੀਵਨ ਸਾਡੀ ਮਰਜ਼ੀ ਨਾਲ ਚੱਲੇ, ਤੇ ਤਾਂ ਹੀ ਉਹ ਉਦਾਂ ਚੱਲਣ ਨਹੀਂ ਦਿਆ, ਤੇ ਸਾਨੂੰ ਦੁੱਖ ਲੱਗਣ ਦਿਆ। ਪਰ ਤੁਸੀਂ ਆਪ ਸਿਆਣੇ ਜੋ, ਤੁਸੀਂ ਜਸਟ ਇੱਕ ਸੋਚੋ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਹੀ ਦੇਣਾ। ਮੰਨ ਲਓ ਪਰਮਾਤਮਾ ਤੁਹਾਡੇ ਕਹਿ ਅਨੁਸਾਰ ਜੀਵਨ ਚਲਾਵੇ, ਤੁਸੀਂ ਸ਼ਾਮ ਤੱਕ ਜ਼ਿਆਦਾ ਨਹੀਂ ਤੇ 100 ਬੰਦਾ ਮਾਰ ਦੇਣਾ ਸੋਚਾਂ ਚ ਸਾਹਿਬ। ਬਿਲਕੁਲ। ਤੁਸੀਂ ਕਈਆਂ ਨੂੰ ਅਮੀਰ ਬਣਾ ਦੇਣਾ, ਕਈਆਂ ਨੂੰ ਗਰੀਬ ਬਣਾ ਦੇਣਾ, ਕਈਆਂ ਦੀ ਲੱਤਾਂ ਤੋੜ ਦੇਣੀਆਂ। ਤੁਹਾਡੇ ਮਨ 'ਚ ਏਦਾਂ ਦੇ ਵਿਚਾਰ ਚੱਲਦੇ ਆ। ਤੁਸੀਂ ਸੋਚੋ, ਜਸਟ ਸੋਚੋ ਮੇਰੀ ਗੱਲ। ਤੁਸੀਂ ਖੰਡਰ ਬਣਾ ਦਿਓ ਧਰਤੀ। ਇਸੇ ਲਈ ਸ਼ੁਕਰ ਹੈ ਕਿ ਸਾਡਾ ਕਿਆ ਨਹੀਂ ਮੰਨਿਆ ਜਾਂਦਾ, ਕਿਉਂਕਿ ਸਾਡੀ ਬੁੱਧੀ ਨਹੀਂ ਹੈਗੀ। ਅਸੀਂ ਤੇ ਕੁਝ, ਸਾਨੂੰ ਇਹ ਨਹੀਂ ਪਤਾ ਸ਼ਾਮੀ 2 ਦਿਨ ਪਹਿਲਾਂ ਸਬਜ਼ੀ ਕਿਹਦੀ ਖਾਧੀ, ਪਤਾ ਸਾਨੂੰ? ਤੁਹਾਨੂੰ ਪਤਾ? ਕੁਛ ਨਹੀਂ ਪਤਾ ਤੁਹਾਨੂੰ, ਜਾਂ ਮੈਨੂੰ ਨਹੀਂ ਪਤਾ, ਕਿਉਂਕਿ ਸਾਨੂੰ ਪਤਾ ਹੀ ਕੁਛ ਨਹੀਂ ਹੈ। ਸਾਨੂੰ ਇਹ ਨਹੀਂ ਪਤਾ ਕਿ ਸ਼ਾਮੀ ਕੀ ਬਣਾਉਣਾ, ਕੀ ਲਿਆਉਣਾ, ਕਿੰਨਾ ਆਟਾ ਪਿਆ ਭੜੋਲੇ 'ਚ, ਕਿੰਨੀ ਕਣਕ ਪਈ ਹੈ। ਜੇ ਅਸੀਂ ਸੋਚੀਏ ਕਿ ਸਾਡੇ ਅਨੁਸਾਰ ਜੀਵਨ ਚੱਲੇ, ਤੇ ਉਹ ਤੇ ਜੀਵਨ ਕਿੱਦਾਂ ਦਾ ਹੋਊਗਾ ਦੱਸੋ ਮੈਨੂੰ? ਉਹ ਤੇ ਬੜਾ ਫਾਲਤੂ ਜਿਹਾ ਜੀਵਨ ਹੋਣਾ ਵਾ। ਉਹ ਜੀਵਨ 'ਚ ਕੋਈ ਦਮ ਨਹੀਂ ਹੋਣਾ। ਇਹ ਪਰਮਾਤਮਾ ਹੀ ਚਲਾ ਰਿਹਾ, ਤੇ ਉਹੀ ਚਲਾਵੇ। ਮੈਂ ਤੇ ਇਹ ਕਹਿੰਦਾ ਜੀ, ਜਿੱਦਾਂ ਤੁਸੀਂ ਕਹਿੰਦੇ। ਬਿਲਕੁਲ ਠੀਕ ਹੈ ਜੀ, ਬਿਲਕੁਲ ਸਹੀ ਹੈ। ਸਾਡੀ ਬੁੱਧੀ ਨਹੀਂ ਹੈਗੀ। ਸਾਡੀ ਬੁੱਧੀ ਦੇ ਬੱਲੇ ਕੀ, ਅਸੀਂ ਤੇ ਸੂਈ ਚੜ੍ਹਨਾ ਹੀ ਭੁੱਲ ਦਾਂਗੇ। ਇੱਕ ਦਿਨ ਕਹਾਂਗੇ ਖੂਨ ਬੰਦ ਕਰ ਦੋ। ਸਾਡੇ ਕੋਲ ਗਿਆਨ ਹੀ ਨਹੀਂ ਹੈਗਾ। ਠੀਕ ਹੈ ਨੇਜਰ ਸਾਹਿਬ, ਬਾਕੀ ਕੁਦਰਤ ਕਰਦੀ, ਬਿਲਕੁਲ ਠੀਕ ਕਰਦੀ। ਅੱਗੇ ਚਲੀਏ। ਇੱਕ ਗੋਰਕੀ ਸਾਹਿਬ, ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਸੰਗਤ ਨੂੰ, ਕਿ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਕਹਿੰਦੇ ਨਾ ਵੀ ਜਨਮਾਂ ਦਾ ਜਿਹੜਾ ਹੈਗਾ ਇਨਸਾਨ ਦਾ ਜਿਹੜਾ ਹੈਗਾ, ਆਪਾਂ ਨੇ ਲੇਖਾ ਜਿਹੜਾ ਜੋ ਵੀ ਕਰਮ ਕੀਤੇ ਹੋਏ, ਕਹਿੰਦੇ ਜਨਮਾਂ ਦਾ ਭਾਰ ਚੜਿਆ ਹੋਇਆ ਆ। ਐਕਚੁਅਲੀ ਜਿਹੜਾ ਹੈਗਾ, ਜੇ ਥੋੜਾ ਹੋਰ ਡੀਪ ਵਿਚਾਰ ਕਰੀਏ ਤੇ ਆਪਾਂ ਨੂੰ ਮਹਿਸੂਸ ਹੋਊਗਾ
ਬਈ ਇਹ ਕੋਈ ਜਨਮਾਂ ਜਨਮਾਂ ਦਾ ਲੇਖਾ ਨਹੀਂ ਹੈਗਾ। ਜਨਮਾਂ ਜਨਮਾਂ ਦੇ ਜਿਹੜੇ ਵੀ ਆਪਣੇ ਜਿਹੜੇ ਹੈਗੇ ਕਰਮ ਹੈਗੇ, ਉਹ ਮਾਲਕ ਪਰਮਾਤਮਾ ਨੇ ਉਹ ਕੀ ਕਰਦਾ ਹੈ ਕਿ ਫਿਰ ਸਾਰੇ ਦੇ ਸਾਰੇ ਆਪਣੇ ਅੰਦਰ ਸੰਸਕਾਰ ਪੈਦਾ ਹੋ ਜਾਂਦੇ ਆ। ਸੰਸਕਾਰ ਮਤਲਬ ਜਿਹੜੇ ਹੈਗੇ ਆਪਣਾ ਕਾਰਨ ਸਰੀਰ ਜਿਹੜਾ ਹੈਗਾ ਉਸ ਤਰ੍ਹਾਂ ਦਾ ਜਿਹੜਾ ਬਿਲਟਅਪ ਹੋ ਜਾਂਦਾ ਹੈ, ਔਰ ਆਪਾਂ ਨੇ ਉਹ ਜਿਹੜੇ ਆਪਣੀਆਂ ਆਦਤਾਂ ਉਹੀ ਜਿਹੀਆਂ ਹੋ ਜਾਂਦੀਆਂ ਆ, ਆਪਾਂ ਉਸ ਅਮਲ ਹੋ ਜਾਂਦੇ ਆਪਾਂ ਨੂੰ। ਜਦ ਆਪਾਂ ਆਵਾਂਗੇ ਤੇ ਆਪਣੇ ਅੰਦਰ ਉਹ ਅਮਲ ਜਿਹੜੇ ਉਹ ਸੰਸਕਾਰ ਜਿਹੜੇ ਉਹ ਡਿਵੈਲਪ ਹੋਣਗੇ, ਉਹ ਆਪਾਂ ਨੂੰ ਪ੍ਰਭਾਵਿਤ ਕਰਨਗੇ। ਪਰ ਮਾਲਕ ਪਰਮਾਤਮਾ ਜਿਹੜਾ ਹੈਗਾ ਹਰੇਕ ਨੂੰ ਜਦ ਵੀ ਜਨਮ ਦਿੰਦਾ ਹੈ, ਮਨੁੱਖੀ ਜੂਨ ਦੇ ਵਿੱਚ ਕੋਈ ਆਉਂਦਾ ਹੈ ਤੇ ਉਹਨੂੰ ਪਿਛਲਾ ਕੁਛ ਵੀ ਯਾਦ ਨਹੀਂ ਰਹਿੰਦਾ। ਹੁਣ ਆਪਾਂ ਦੇਖ ਲਓ ਇਸ ਜਨਮ ਦੇ ਵਿੱਚ ਆ ਕੇ ਜਿੱਥੇ ਜਿੱਥੇ ਆਪਾਂ ਗਤੀ ਕਰਾਂਗੇ, ਜਿੱਥੇ ਜਿੱਥੇ ਆਪਾਂ ਦ੍ਰਿਸ਼ਟੀ ਟਿਕਾਵਾਂਗੇ, ਉਹ ਫਿਲਮਾਂ ਆਪਣੇ ਅੰਦਰ ਬਣ ਜਾਂਦੀਆਂ, ਉਹ ਸਾਰੀ ਫੀਲਡ ਬਣ ਜਾਂਦੀ, ਉਹ ਡਾਟਾ ਸਾਰਾ ਇਕੱਠਾ ਹੋ ਜਾਂਦਾ ਆਪਣੇ ਅੰਦਰ। ਪਹਿਲੇ ਜਨਮਾਂ ਦਾ ਕੋਈ ਡਾਟਾ ਨਹੀਂ ਹੁੰਦਾ, ਸਿਰਫ ਜਿਹੜੇ ਹੈਗੇ ਸੰਸਕਾਰ ਹੁੰਦੇ ਆਪਣੇ। ਔਰ ਇਸ ਜਨਮ ਦਾ ਦੇਖ ਲਓ 40 ਸਾਲ ਪੁਰਾਣਾ ਵੀ ਡਾਟਾ ਜਿਹੜਾ ਹੈਗਾ ਆਪਣੇ ਕੋਲ, 50 ਸਾਲ ਪੁਰਾਣਾ ਬਿਲਕੁਲ ਕੈਮਰੇ ਵਾਂਗੂ, ਕਈਆਂ ਦੇ ਤਾਂ ਬਿਲਕੁਲ ਕ੍ਰਿਸਟਲ ਕਲੀਅਰ ਜਿਹੜਾ ਹੈਗਾ ਹੁੰਦਾ ਹੈ। ਜਦ ਚਾਹੋ ਉਹਨੂੰ ਕੱਢ ਕੇ ਤੇ ਜਦ ਚਾਹੋ ਉਹ ਵੀਡੀਓ ਨੂੰ ਦੇਖ ਲਓ। ਇਸ ਤਰ੍ਹਾਂ ਦੀ ਹਾਲਤ ਹੈ ਆਪਣੀ। ਆਪਾਂ ਜਿਹੜੇ ਹੈਗੇ ਵਿਚਾਰਾਂ ਦੇ ਵਿੱਚ ਇਸ ਤਰ੍ਹਾਂ ਫਸਦੇ ਆ ਭਾਈ। ਮਾਲਕ ਨੇ ਤਾਂ ਪਿਓਰ ਚਾਂਸ ਦਿੰਦਾ ਹੈ। ਮਾਲਕ ਕਹਿੰਦਾ ਵੀ ਦੇਖ ਪੁਰਾਣੇ ਸੰਸਕਾਰ ਹੈਗੇ ਉਹਨਾਂ ਨੂੰ ਜਾਂ ਤਾਂ ਤੋੜ ਲਾ, ਔਰ ਜਿਹੜੇ ਹੈਗੇ ਨਵੇਂ ਨਾ ਬਣਾ। ਆਪਾਂ ਜਿਹੜੇ ਹੈਗੇ ਹੋਰ ਜ਼ਿਆਦਾ ਉਹਨਾਂ ਨੂੰ ਸੰਸਕਾਰਾਂ ਨੂੰ ਵਧਾ ਲੈਂਦੇ ਆ। ਇਸ ਤਰ੍ਹਾਂ ਚੱਲਦਾ ਹੈ ਜੀ। ਨਗਦੋ ਨਗਦੀ ਹੈ ਵੀਰ ਜੀ, ਸਾਰਾ ਕੁਝ ਵਧਾਣਾ ਕੁਝ ਨਹੀਂ, ਨਗਦੋ ਨਗਦ ਹੈ। ਜਿਹੜੇ ਜਾਂ ਕਰ ਲਓਗੇ ਉਹਦੇ ਜਾਂ ਬਸ। ਤੇ ਠੀਕ ਹੈ ਨਿੱਜਰ ਸਾਹਿਬ। ਹਾਂਜੀ ਸਾਧ ਸੰਗਤ ਜੀ, ਅਸਲ 'ਚ ਨਾ ਜਿਹੜਾ ਤੁਸੀਂ ਦੇਖਿਆ ਹੋਣਾ ਨਾ ਕਿ ਸਾਡੇ ਜਿਹੜਾ ਸੁਭਾਅ ਆ, ਤੁਹਾਡਾ ਵੀ ਸੁਭਾਅ ਆ, ਨਿੱਜਰ ਸਾਹਿਬ ਦਾ ਸੁਭਾਅ ਆ, ਅਸਲ ਦੇ ਵਿੱਚ ਹੁਣ ਜਿੱਦਾਂ ਦੇ ਸੰਸਕਾਰ ਨੇ ਸਾਡੇ, ਤੇ ਉਹ ਅਸੀਂ ਉਹੀ ਭਾਸ਼ਾ ਬੋਲਣੀ ਹੈ। ਇਹ ਸਾਡੇ ਗਹਿਰੇ ਅੰਦਰ ਸਾਡਾ ਜਿਹੜਾ ਗਹਿਰਾ ਜਿਹੜਾ ਸਾਡਾ ਅੰਦਰ ਜਿਹੜੀ ਬਣਤਰ ਹੈ, ਉਹ ਬਣਤਰ ਹੀ ਏਦਾਂ ਦੀ ਬਣੀ ਹੈ। ਤੇ ਜਿਹੜੀ ਬਣਤਰ ਬਣੀ ਆ ਉਹੀ ਹੁਣ ਜਿੱਦਾਂ ਮਤਲਬ ਜੇ ਗੁਲਾਬ ਦੇ ਫੁੱਲ ਦੀ ਹੈ ਤੇ ਗੁਲਾਬ ਦੇ ਫੁੱਲ ਨੂੰ ਮਹਿਕ ਆਊਗੀ, ਤੇ ਜੇ ਕੋਈ ਹੋਰ ਉਲਟਾ ਪੁਲਟਾ ਜਿਹੜਾ ਜੜੀ ਬੂਟੀ ਹੋਏਗੀ ਸਾਡੇ ਅੰਦਰ ਦੀ ਅਵਸਥਾ ਹੈ, ਉਦਾਂ ਦਾ ਹੀ ਕੰਮ ਕਰਨਾ। ਤੇ ਇਹਦੇ ਵਿੱਚ ਮਤਲਬ ਕਿ ਬੰਦੇ ਦੇ ਵਾਸ ਦੀ ਗੱਲ ਨਹੀਂ ਆ। ਪਰ ਇੱਕ ਚੀਜ਼ ਹੋਰ ਹੈਗੀ ਹੈ ਸਾਧ ਸੰਗਤ ਜੀ, ਜੇਕਰ ਤੁਹਾਡੇ ਅੰਦਰ ਸਹੀ ਸੰਗਤ ਮਿਲ ਗਈ ਹੈ ਤੁਹਾਨੂੰ, ਤੇ ਸੰਗਤ ਦੀ ਰੰਗਤ ਦੇ ਨਾਲ ਜਿਹੜੇ ਨਾ ਔਗਣ ਬੰਦੇ ਤੋਂ ਅਲੱਗ ਹੋ ਜਾਂਦੇ। ਇੱਕ ਚੀਜ਼ ਨੂੰ ਦੇਖੋ, ਤੁਸੀਂ ਦੇਖੋ ਸੰਗਤ ਜਿਹੜੀ ਆਪਾਂ ਕਰਦੇ ਹਾਂ ਨਾ, ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਕੋਈ ਵੀ ਸੰਗਤ ਕਰਦੇ ਹਾਂ, ਹੁਣ ਇਹਦੇ ਵਿੱਚੋਂ ਮੈਨੂੰ ਵੀ ਕਿੰਨਾ ਕੁਝ ਸਿੱਖਣ ਨੂੰ ਮਿਲਿਆ। ਕਿਉਂਕਿ ਸੰਗਤ ਦੇ ਵਿੱਚ ਪਤਾ ਨਹੀਂ, ਮੈਂ ਮਹਿਸੂਸ ਕਰਦਾ ਕਿ ਏਦਾਂ ਦੀ ਆ ਤੁਹਾਡਾ ਜਿਹੜਾ ਵਾਤਾਵਰਨ ਹੈ ਨਾ, ਪੂਰਾ ਸੰਗਤ ਚੇਂਜ ਕਰ ਦਿੰਦੀ ਹੈ। ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਸੀਂ ਆਲਤੂ ਫਾਲਤੂ ਚੀਜ਼ਾਂ ਨੂੰ ਭੱਜ ਸਕੋ। ਸੰਗਤ ਮਤਲਬ ਇੰਨਾ ਕੈਪਚਰ ਜਿਹਾ ਕਰ ਲੈਂਦੀ ਬੰਦੇ ਨੂੰ, ਜਿੱਦਾਂ ਜਾਂ ਐਨਰਜੀ ਆ ਜਾਂ ਪ੍ਰਮਾਤਮਾ ਦਾ ਕਿਉਂ ਏਦਾਂ ਦਾ ਸਿਸਟਮ ਬਣਾਇਆ ਵਾ ਕਿ ਸੰਗਤ ਦਾ ਪ੍ਰਭਾਵ ਸਾਡੇ ਤੇ ਬਹੁਤ ਜ਼ਿਆਦਾ ਪੈਂਦਾ। ਜੇਕਰ ਮਾੜੀਆਂ ਚੀਜ਼ਾਂ ਹੈ ਵੀ ਆ, ਉਹ ਆਟੋਮੈਟਿਕਲੀ ਸੰਗਤ ਕਰਨ ਦੇ ਨਾਲ ਹੀ ਦੂਰ ਹੋ ਜਾਂਦੀਆਂ। ਹਾਂਜੀ ਨਿੱਜਰ ਸਾਹਿਬ। ਮਹੱਲਾ ਪਹਿਲਾ। ਅੱਖੀ ਪਰਣੇ ਜੇ ਫਿਰਾਂ ਦੇਖਾਂ ਸਭ ਆਕਾਰ, ਪੁੱਛਾਂ ਗਿਆਨੀ ਪੰਡਤਾਂ ਪੁੱਛਾਂ ਵੇਦ ਵਿਚਾਰ। ਇਹ ਸਾਰਾ ਦਾ ਸਾਰਾ ਮਹਾਰਾਜ ਜਿਹੜੇ ਹੈਗੇ ਇਹ ਸਾਰਾ ਦੱਸ ਰਿਹਾ ਕਿ ਬਈ ਬਾਹਰ ਜਿਹੜਾ ਆਕਾਰ ਦੇ ਨਾਲ ਜਿਹੜਾ ਹੈਗਾ, ਚਾਹੇ ਸਾਰੀ ਧਰਤੀ ਸਾਰੀ ਦੁਨੀਆ ਜਿਹੜੀ ਹੈ ਫਿਰ ਲਈਏ, ਅੱਖਾਂ ਦੀ ਸਪੀਡ ਦੇ ਨਾਲ ਫਿਰ ਕੇ ਦੇਖ ਲਈਏ, ਤੇ ਗਿਆਨੀਆਂ ਨੂੰ ਪੁੱਛ ਕੇ ਦੇਖ ਲਈਏ, ਪੰਡਤਾਂ ਨੂੰ ਪੁੱਛ ਕੇ ਦੇਖ ਲਈਏ, ਵੇਦ ਜਿਹੜੇ ਗਿਆਨ ਹੈ, ਗ੍ਰੰਥ ਜਿਹੜੇ ਹੈਗੇ ਸਾਰੇ ਉਹਨਾਂ ਦੀ ਵਿਚਾਰ ਲੈ ਕੇ ਦੇਖ ਲਈਏ, ਤੇ ਪੁੱਛਾਂ ਦੇਵਾਂ ਮਾਨਸਾਂ ਜੋਧ ਕਰੇ ਅਵਤਾਰ। ਕਹਿੰਦੇ ਦੇਵਤਿਆਂ ਨੂੰ ਵੀ ਪੁੱਛ ਲਵਾਂ, ਉਹਨਾਂ ਦਾ ਮਨੁੱਖਾਂ ਨੂੰ ਵੀ ਪੁੱਛ ਲਵਾਂ, ਮਨੁੱਖ ਜਿਹੜੇ ਹੈਗੇ ਬੁੱਧੀਮਾਨ ਯੋਧਿਆਂ ਨੂੰ ਵੀ ਪੁੱਛ ਲਵਾਂ, ਜਿਹੜੇ ਕਿ ਮਾਲਕ ਪਰਮਾਤਮਾ ਨੇ ਆਪਣੇ ਆਪ ਨੂੰ ਸਾਰਿਆਂ ਤੋਂ ਉੱਪਰ ਅਵਤਾਰ ਸਮਝਦੇ ਆ। ਜੋਧ ਕਰੇ ਅਵਤਾਰ, ਆਪਣੇ ਆਪ ਨੂੰ ਜਿਹੜੇ ਹੈਗੇ ਪਾਵਰ ਸਮਝਦੇ, ਤਾਂ ਆਪਣੇ ਆਪ ਨੂੰ ਦੂਜਿਆਂ ਤੋਂ ਉੱਪਰ ਸਮਝਦੇ ਆ। ਕਹਿੰਦੇ ਉਹਨਾਂ ਨੂੰ ਵੀ ਜਾ ਕੇ ਮੈਂ ਪੁੱਛ ਲਵਾਂ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਨਿੱਜਰ ਸਾਹਿਬ, ਕੋਈ ਨਹੀਂ, ਹੁਣ ਤੁਸੀਂ ਕਥਾ ਕਰ ਦਿਓ, ਕੋਈ ਗੱਲ ਨਹੀਂ, ਸਾਰੀ ਹੁਣ ਅੱਛਾ ਜੀ ਬੋਲਦੇ ਆਪਾਂ ਸਾਰ ਇਕੱਠਾ ਬੋਲ ਦਿੰਦੇ ਹਾਂ। ਹਾਂਜੀ। ਸਿੱਧ ਸਮਾਧੀ ਸਭ ਸੁਣੀ। ਕਹਿੰਦੇ ਸਿੱਧ ਲੋਕ ਜਿਹੜੇ ਹੈਗੇ ਸਮਾਧੀਆਂ ਲਾਉਂਦੇ ਹੈਗੇ, ਜਿਹੜੇ ਉਹ ਜਿਹੜੇ ਕਰਮ ਕਾਂਡ ਦੇ ਦੁਆਰਾ ਜਿਹੜੇ ਹੈਗੇ ਆ ਧਿਆਨ ਸਿਮਰਨ ਨੂੰ ਛੱਡ ਕੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਭਗਤੀ, ਪ੍ਰੇਮ ਭਗਤੀ ਨੂੰ ਛੱਡ ਕੇ ਜਿਹੜੇ ਹੈਗੇ ਆ, ਉਹਨਾਂ ਦੀ ਵੀ ਮੈਂ ਜਾ ਕੇ ਸਿੱਧ ਸਮਾਧੀ ਸਭ ਸੁਣੀ। ਉਹਨਾਂ ਦੇ ਕੋਲੋਂ ਵੀ ਸਾਰੇ ਗੁਰ ਲੈਣਾ ਸਮਾਧੀਆਂ ਦੇ।
ਜਾਏ ਦੇਖਾਂ ਦਰਬਾਰ, ਕਾਹਦੇ ਵਾਸਤੇ? ਕਹਿੰਦੇ ਮਾਲਕ ਪਰਮਾਤਮਾ ਨੂੰ ਦੀ ਨੇੜਤਾ ਪ੍ਰਾਪਤ ਕਰਨੀ, ਉਹਦੇ ਦਰਬਾਰ 'ਚ ਚਲੇ ਜਾਵਾਂ ਕਿਸੇ ਤਰੀਕੇ ਦੇ ਨਾਲ ਮੈਂ, ਇਹਦੇ ਵਾਸਤੇ ਕਹਿੰਦੇ ਆ। ਹੁਣ ਅੱਗੇ ਨੁਕਤਾ ਆ ਰਿਹਾ, ਕਹਿੰਦੇ ਅੱਗੇ ਸੱਚਾ ਸੱਚ ਨਾਏ, ਨਿਰਭਉ ਭੈ ਵਿਣ ਸਾ। ਕਹਿੰਦੇ ਅੱਗੇ ਉਹ ਮਾਲਕ ਪਰਮਾਤਮਾ ਦਾ ਰੂਲ ਤਾਂ ਡਿਫਰੈਂਟ ਹੈਗਾ। ਮਾਲਕ ਪਰਮਾਤਮਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕਰਮ ਕਾਂਡਾਂ ਦੇ ਨਾਲ ਮਾਲਕ ਦਾ ਦਰਬਾਰ ਨਹੀਂ ਦੇਖਿਆ ਜਾ ਸਕਦਾ। ਅੱਗੇ ਸੱਚਾ, ਉਹ ਸੱਚ ਹੈ, ਹਮੇਸ਼ਾ ਰਹਿਣ ਵਾਲਾ ਹੈਗਾ, ਉਹਦਾ ਰੂਲ ਹੈਗਾ ਸੱਚ ਨਾਏ, ਧਿਆਨ ਸਿਮਰਨ। ਨਿਰਭਉ, ਉਹ ਮਾਲਕ ਪਰਮਾਤਮਾ ਨਿਰਭਉ ਹੈਗਾ, ਭੈ ਵਿਣ ਹੈਗਾ, ਉਹਨੂੰ ਕੋਈ ਭੈ ਨਹੀਂ। ਆਪਾਂ ਨੂੰ ਸਾਰੇ ਜਿਹੜੇ ਜਨਮ ਮਰਨ ਦਾ ਜਿਹੜਾ ਹੈਗਾ, ਹੋਰ ਜਿਹੜਾ ਹੈਗਾ ਆਪਾਂ ਨੂੰ ਸਾਰਾ ਜਿਹੜਾ ਹੈਗਾ ਭੈ ਹੈਗਾ, ਆਪਾਂ ਨੂੰ ਇਹ ਸਰੀਰ ਜਾਣ ਦਾ, ਬੁੱਢੇ ਹੋਣ ਦਾ, ਉਮਰ ਦਾ ਸਾਰਾ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਕੋਈ ਭੈ ਨਹੀਂ ਹੈਗਾ। ਔਰ ਉਹ ਸਾਰਿਆ ਉਹਦੇ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਦੇ ਵਿੱਚ ਮਰਜ ਹੋਣਾ, ਉਸ ਆਪਣੀ ਆਤਮਾ ਦੇ ਵਿੱਚ ਮਰਜ ਹੋਣਾ ਧਿਆਨ ਸਿਮਰਨ ਦੇ ਦੁਆਰਾ। ਕਹਿੰਦੇ ਇਹੀ ਸਾਰ ਹੈਗਾ, ਇਹੀ ਜਿਹੜੀ ਹੈਗੀ ਆ ਦੁਨੀਆ ਦੇ ਬਣਾਉਣ ਦਾ ਮਾਲਕ ਪਰਮਾਤਮਾ ਦਾ ਮਕਸਦ ਆਹੀ ਹੈਗਾ। ਇਹ ਖੇਡ ਬਣਾਈ ਹੈ, ਜੀਵ ਜਿਹੜੇ ਹੈਗੇ ਮਾਲਕ ਨੇ ਜਿਹੜੇ ਹੈਗੇ ਆਪਣੇ ਤੋਂ ਜਿਹੜੇ ਸਾਰੀਆਂ ਬੂੰਦਾਂ ਅਲੱਗ ਕੀਤੀਆਂ ਵੀ ਇਹ ਹੁਣ ਜਿਹੜਾ ਹੈਗਾ ਮੇਰੇ ਵਿੱਚ ਵਾਪਸ ਕਿਸ ਤਰ੍ਹਾਂ ਆਉਂਦੇ ਆ। ਇਹੀ ਸਾਰ ਆ ਖੇਡ ਦਾ। ਬਾਕੀ ਜਿਹੜਾ ਹੈਗਾ ਹੋਰ ਕੱਚੀ ਮੱਤੀ, ਬਾਕੀ ਮੱਤਾਂ ਕੱਚੀਆਂ ਹੈਗੀਆਂ, ਕੱਚ ਪਿੱਚ ਹੈਗੀਆਂ, ਬਿਲਕੁਲ ਕੱਚੀਆਂ ਹੈਗੀਆਂ। ਅੰਧਿਆਂ ਅੰਧ ਵਿਚਾਰ, ਅੰਨਿਆਂ ਦੀ ਅੰਨੀ ਵਿਚਾਰ ਹੈਗੀ ਆ। ਅੰਧੇ ਬੰਦੇ ਨੇ, ਅੰਧਾ ਬੰਦਾ ਕੀ ਵਿਚਾਰ ਕਰ ਸਕਦਾ? ਉਹਨੂੰ ਤਾਂ ਕੁਛ ਪਤਾ ਹੀ ਨਹੀਂ ਹੈ। ਉਹਨੂੰ ਕੀ ਪਤਾ ਹੈ? ਕੋਈ ਹਾਥੀ ਨੂੰ ਕਿਸੇ ਨੇ ਸੁੰਡ ਤੋਂ ਦੇਖਿਆ ਤੇ ਉਹ ਹੋਰ ਦਿਸਣ ਲੱਗ ਗਿਆ, ਪੈਰ ਨੂੰ ਹੱਥ ਲਾਇਆ ਹੋਰ ਦਿਸੂਗਾ, ਪੂਛ ਨੂੰ ਹੱਥ ਲਾਇਆ ਹੋਰ ਦਿਸੂਗਾ। ਇਸ ਤਰੀਕੇ ਦੇ ਨਾਲ ਅੰਨਿਆਂ ਦੀ ਅੰਨੀ ਵਿਚਾਰ ਹੈਗੀ ਆ। ਨਾਨਕ ਕਰਮੀ ਬੰਦਗੀ ਨਜ਼ਰ ਲੰਘਾਏ ਪਾਰ। ਕਹਿੰਦੇ ਕਰਮਾਂ ਦੇ ਨਾਲ ਕਿਤੇ ਉਹ ਇਹ ਧਿਆਨ ਸਿਮਰਨ ਜਿਹੜਾ ਹੈਗਾ, ਇਹ ਬੰਦਗੀ ਜਿਹੜੀ ਹੈਗੀ ਮਿਲਦੀ ਹੈ ਭਾਈ, ਤੇ ਮਾਲਕ ਦੀ ਮਿਹਰ ਦੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ। ਹਾਂਜੀ ਵੀਰ, ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਬਾਣੀ ਵੀ ਇਹ ਸਮਝਾ ਰਹੀ ਆ ਕਿ ਜਦੋਂ ਨਾਨਕ ਕਰਮੀ ਬੰਦਗੀ ਨਦਰੀ ਨਗਾਏ, ਨਜ਼ਰ ਲੰਘਾਏ ਪਾਰ, ਨਜ਼ਰ ਲੰਘਾਏ ਪਾਰ, ਨਜ਼ਰ ਲੰਘਾਏ ਪਾਰ, ਨਜ਼ਰ ਦਾ ਮਤਲਬ ਮਿਹਰ ਦੀ ਨਜ਼ਰ। ਹਾਂ, ਤੇ ਜਦੋਂ ਆਪਾਂ ਨੂੰ ਬੰਦਗੀ ਮਿਲ ਜਾਂਦੀ ਹੈ ਤੇ ਫਿਰ ਅਸੀਂ ਉੱਪਰ ਲਿਖਿਆ ਤਾਂ ਹੈ ਵਾ ਬਾਣੀ ਦੇ ਵਿੱਚ, ਅੱਗੇ ਸੱਚ ਸੱਚਾ ਸੱਚ ਨਾਈ, ਨਿਰਭਉ ਭੈ ਵਿਣ ਸਾਰ। ਸਹੀ ਹੈ, ਬਿਲਕੁਲ। ਤੇ ਵੇਖ ਲਓ, ਜਦੋਂ ਆਪਾਂ ਬੰਦਗੀ ਮਿਲ ਜਾਂਦੀ ਆ, ਆਪਾਂ ਬੰਦਗੀ ਤੇ ਕਰਦੇ। ਹੁਣ ਆਪਾਂ ਕੀ ਕਰ ਰਹੇ ਹਾਂ? ਬੰਦਗੀ ਕਰ ਰਹੇ ਹਾਂ। ਤਾਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋ ਰਹੀ ਹੈ। ਇੱਕ ਸਮਾਂ ਆਉਣਾ ਹੈ ਉਹ ਜਿੱਥੋਂ ਆਪਾਂ ਆਏ ਆ, ਜਿੱਥੋਂ ਦੇਖੋ ਸੂਰਜ ਨੂੰ ਕਿਰਨ ਮਿਲੇ। ਨਿਜ ਸਾਹਿਬ ਬੋਲ ਦੋ, ਆਵੇ ਕਰੀ। ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਜਲੀ ਸੰਪੂਰਨ ਥੀ ਰਾਮ। ਹਾਂ, ਤੇ ਵੇਖ ਲਓ ਸੂਰਜ ਦੀ ਕਿਰਨ ਸੂਰਜ ਚੱਲ ਜੇ, ਤੇ ਜਲ ਦੀ ਜਿਹੜੀ ਬੂੰਦ ਆ ਜਲ ਹੋ ਜੇ, ਉਹ ਜਲ ਚੱਲ ਜੇ, ਸਮੁੰਦਰ ਦੀ ਬੂੰਦ ਤੇ ਚੱਲ ਜੇ, ਤੇ ਇਹਦੀ ਜੋਤੀ ਜੋਤ ਰੜੀ। ਆਪਾਂ ਵੀ ਇੱਕ ਪਰਮਾਤਮਾ ਦੀ ਹੀ ਜੋਤੀ ਆ, ਸਾਡੇ ਕਰਕੇ ਹੀ ਤੇ ਅਸੀਂ ਜਾਗ ਰਹੇ ਹਾਂ। ਹੁਣ ਮੇਰੇ ਨਾਲ, ਮੈਂ ਇੱਧਰੋਂ ਗੱਲ ਕਰ ਰਿਹਾ, ਇੱਧਰੋਂ ਸੁਣ ਰਿਹਾ, ਕੌਣ ਆ ਇਹ? ਸਾਖੀ ਤੇ ਹੈਗਾ ਵਾ। ਔਰ ਇਹੋ ਤੇ ਹੈਗਾ ਵਾ ਜਿਹੜਾ ਸਰੀਰ ਦੇ ਰਾਹੀਂ ਚੱਲਦਾ ਹੈ। ਜਦੋਂ ਸਰੀਰ ਰੁਕ ਜਾਂਦਾ ਤੇ ਰੁਕ ਜਾਂਦਾ, ਸਰੀਰ ਚੱਲਦਾ ਚੱਲੀ ਜਾਂਦਾ। ਪਰ ਇਹ ਗਤੀਹੀਨ ਤੱਤ ਹੈ, ਇਹੋ ਤੇ ਆਤਮਾ, ਜਿਹਦੇ ਕਰਕੇ ਸਾਰੀ ਚੀਜ਼ ਜਿਹੜੀ ਪ੍ਰਕਾਸ਼ ਹੋ ਰਿਹਾ, ਹਰ ਚੀਜ਼ ਗਤੀ ਕਰ ਰਹੀ ਹੈ। ਔਰ ਉਹਦੇ ਵਿੱਚ ਜਦੋਂ ਸਾਨੂੰ ਬੰਦਗੀ ਮਿਲਦੀ, ਅਸੀਂ ਗਤੀ ਕਰਦੇ ਜਾਂਦੇ ਹਾਂ, ਆਪਣੇ ਅੰਦਰ ਤੁਰਦੇ ਜਾਂਦੇ ਹਾਂ। ਤੇ ਫਿਰ ਬੰਦੇ ਕਹਿੰਦੇ ਆ ਕਿ ਬੰਦਗੀ ਨਦਰ ਲੰਘਾਏ ਪਾਰ, ਤੇ ਪਰਮਾਤਮਾ ਫਿਰ ਸਾਨੂੰ ਇਸ ਭਵ ਸਾਗਰ ਤੋਂ ਪਾਰ ਲੰਘਾ ਦਿੰਦਾ। ਕਹਿਣ ਤੋਂ ਭਾਵ ਸਾਡੇ ਅੰਦਰ ਉਹ ਬਿੰਦੂ ਹੈਗਾ, ਉੱਥੇ ਹੀ ਆਪਾਂ ਜਾਣਾ। ਬਾਹਰ ਜਾਵਾਂਗੇ ਤੇ ਬਾਹਰ ਢੂੰਡੇ ਤੇ ਭਰਮ ਭੁਲਾਏ, ਬਾਣੀ 'ਚ ਲਿਖਿਆ ਵਾ। ਔਰ ਇਹ ਸੱਚ ਹੀ ਆ, ਬਾਹਰ ਕੁਛ ਨਹੀਂ ਹੈਗਾ। ਜਿੰਨਾ ਚਿਰ ਤੱਕ ਅਸੀਂ ਆਪਣੇ ਅੰਦਰ ਸਥਿਰ ਨਹੀਂ ਨਾ ਹੁੰਦੇ, ਸਵੈ ਦੇ ਵਿੱਚ ਅਸਥ, ਉਹਨਾਂ ਚਿਰ ਤੱਕ ਜੀਵਨ ਨਹੀਂ ਬਦਲੇਗਾ ਤੁਹਾਡਾ। ਜਦੋਂ ਤੁਸੀਂ ਹੌਲੀ ਹੌਲੀ 2-2, 4-4 ਮਿੰਟ ਅੰਦਰ ਆਪਣੇ ਆਪ 'ਚ ਸਥਿਰ ਹੋਣ ਲੱਗੇ, ਐਟੋਮੈਟਿਕਲੀ ਹੀ ਤੁਹਾਡਾ ਜੀਵਨ ਬਦਲ ਜਾਣਾ। ਤੁਹਾਨੂੰ ਜ਼ਬਰਦਸਤੀ ਕਰਕੇ ਔਗੁਣਾਂ ਦਾ ਤਿਆਗ ਕਰਨ ਦੀ ਲੋੜ ਨਹੀਂ। ਤੁਸੀਂ ਜਿਵੇਂ ਤੁਹਾਡੀ ਸੁਰਤੀ ਅੰਦਰ ਜਾਂਦੀ ਗਈ ਨਾ, ਇਹਨੇ ਔਗੁਣਾਂ ਦਾ ਤਿਆਗ ਕਰਦੇ ਹੀ ਜਾਣਾ ਹੈ। ਤੁਹਾਡੇ ਅੰਦਰ ਜਿਹੜਾ ਜੀਵ ਹੈ ਉਹਨੇ ਆਪਣੇ ਆਪ ਹੀ ਔਗੁਣਾਂ ਦਾ ਤਿਆਗ ਕਰ ਦੇਣਾ। ਫਿਰ ਜਦੋਂ ਚੀਜ਼ ਸੁਖਮ ਹੁੰਦੀ ਜਾਂਦੀ, ਤਿਵੇਂ ਇੱਕ ਸਮਾਂ ਆਉਂਦਾ ਹੈ
ਸੁਰਤੀ ਇੰਨੀ ਬਰੀਕ ਹੋ ਜਾਂਦੀ ਹੈ, ਇਹ ਵਿਚਾਰਾਂ ਦਾ ਵੀ ਤਿਆਗ ਕਰ ਦਿੰਦੀ ਹੈ। ਹੋਰ ਬਰੀਕ ਹੋ ਗਈ, ਇਹਨੇ ਮਨ ਦਾ ਵੀ ਤਿਆਗ ਕਰ ਦੇਣਾ। ਹੋਰ ਬਰੀਕ ਹੋ ਗਈ, ਇਹਨੇ ਚਿੱਤ ਦਾ ਵੀ ਤਿਆਗ ਕਰ ਦੇਣਾ। ਔਰ ਇੱਕ ਸਮਾਂ ਆਉਣਾ ਇਹਨੇ ਆਪਣੇ ਆਪ ਦਾ ਵੀ ਤਿਆਗ ਕਰਕੇ ਬ੍ਰਹਮ 'ਚ ਲੀਨ ਹੋ ਜਾਣਾ। ਉੱਥੇ ਜਦੋਂ ਸੁਰਤੀ ਪਹੁੰਚ ਜਾਂਦੀ ਆ, ਉਸ ਅਵਸਥਾ 'ਚ ਜਿਹੜਾ ਅਨੁਭਵ ਕਰਦੀ ਹੈ ਸੁਰਤੀ, ਉੱਥੋਂ ਨੂੰ ਕੱਢਿਆ ਨਹੀਂ ਜਾ ਸਕਦਾ, ਕਿਉਂਕਿ ਇੰਨੀ ਪਵਿੱਤਰ ਹੋ ਜਾਂਦੀ ਆ। ਫਿਰ ਉਹਨੂੰ ਮਲੀਨਤਾ ਨਹੀਂ ਚਿੰਬੜਦੀ। ਆਪ ਚਾਹ ਕੇ ਵੀ ਥੱਲੇ ਨਹੀਂ ਦਿਖ ਸਕਦੇ, ਇੰਨੀ ਜ਼ਿਆਦਾ ਅੰਦਰ ਪਵਿੱਤਰਤਾ ਆ ਚੁੱਕੀ ਹੈ ਤੁਹਾਡੇ ਅੰਦਰ। ਵੇਖੋ ਤੁਹਾਡੇ ਜੀਵਨ 'ਚ ਪਵਿੱਤਰਤਾ ਆਪਣੇ ਆਪ ਹੀ ਆਉਣੀ ਹੈ। ਸਮਾਧੀ ਦਾ ਇੱਕੋ ਹੀ ਫਾਇਦਾ ਵਾ ਕਿ ਕੁਝ ਕਰਨ ਦੀ ਲੋੜ ਨਹੀਂ। ਔਰ ਇਹ ਜਿਹੜੀ ਸਮਾਧੀ ਆਪਾਂ ਲਾ ਰਹੇ ਹਾਂ, ਆਪਾਂ ਸਹਿਜ ਸਮਾਧੀ ਲਾਉਂਦੇ ਹਾਂ, ਤੇ ਸਮਰਪਣ ਦੀ ਸਮਾਧੀ ਹੈ। ਜਿਹੜਾ ਬੰਦਾ ਇੱਕ ਤਾਂ ਭਗਤੀ ਦੇ ਸਿਰ ਤੇ ਲੋਕੀ ਸੋਚਦੇ ਨੇ ਬੜੇ ਪਹਾੜਾਂ ਦੇ ਬੈਠੇ ਤੇ ਵੇਖੋ ਜਾ ਕੇ ਸਾਧੂ 50 ਸਾਲ ਤੋਂ ਬੈਠਾ, ਕੋਈ 40 ਸਾਲ ਤੋਂ, ਕੋਈ ਜਪ ਤਪ ਦੇ ਨਾਲ ਉਹ ਸ਼ਕਤੀ ਨੂੰ ਜਾਣਾ ਚਾਹੁੰਦੇ ਆ। ਪਰ ਆਪਾਂ ਉਹ ਨਹੀਂ ਕੰਮ ਕਰਨ ਦੇ, ਆਪਾਂ ਕਰਦੇ ਆਪਾਂ ਸਮਰਪਣ ਕਰ ਰਹੇ ਹਾਂ। ਸਮਰਪਣ ਦੇ ਵਿੱਚ ਫਿਰ ਸਾਡੇ ਅਸੀਂ ਜ਼ਿੰਮੇਵਾਰ ਨਹੀਂ ਨਾ ਹੈਗੇ, ਨਾ ਹੀ ਚੰਗੇ ਕੰਮ। ਹੁਣ ਇਹ ਨਹੀਂ ਕਹਿੰਦੇ ਕਿ ਚੰਗਾ ਕੀਤਾ ਤੇ ਮੈਂ ਕੀਤਾ, ਮਾੜਾ ਕੀਤਾ ਤੇ ਰੱਬ ਨੇ ਕੀਤਾ। ਅਸੀਂ ਕਹਿੰਦੇ ਆ ਕਿ ਚੰਗਾ ਵੀ ਨਹੀਂ ਮੈਂ ਨਹੀਂ ਕੀਤਾ ਤੇ ਮਾੜਾ ਵੀ ਮੈਂ ਨਹੀਂ ਕੀਤਾ, ਇਹ ਰੱਬ ਹੀ ਕਰਨ ਦਿਆ। ਇਸੇ ਲਈ ਤੁਸੀਂ ਇਲਜ਼ਾਮ ਤੋਂ ਬਚ ਜਾਂਦੇ ਆ। ਜੇ ਅਸੀਂ ਸੋਚੀਏ ਕਿ ਚੰਗਾ ਹੀ ਕੀਤਾ, ਮਾੜਾ ਰੱਬ ਨੇ ਕੀਤਾ, ਤੇ ਫਿਰ ਕਿੱਦਾਂ ਬਚਾਂਗੇ ਆਪਾਂ? ਜਦੋਂ ਆਪਾਂ ਪਰਮਾਤਮਾ ਦਾ ਹੁਕਮ ਸਮਝਦੇ ਹਾਂ, ਚੰਗਾ ਮਾੜਾ ਜਿਹੜਾ ਹੈਗਾ ਉਹਦਾ ਹੀ ਫੈਸਲਾ ਵਾ, ਤੇ ਫਿਰ ਅਸੀਂ ਕਰਮ ਦੇ ਦੋਸ਼ ਤੋਂ ਮੁਕਤ ਹੋ ਜਾਂਦੇ। ਠੀਕ ਹੈ ਰਜਰ ਸਾਹਿਬ? ਹਾਂਜੀ, ਬਹੁਤ ਵਧੀਆ ਜੀ। ਪੌੜੀ ਨਾਇ ਮੰਨਿਆ ਦੁਰਮਤ ਗਈ, ਮਤ ਪ੍ਰਗਟੀ ਆਇਆ। ਦੇਖ ਲਓ ਭਾਈ, ਧਿਆਨ ਸਿਮਰਨ ਦੇ ਦੁਆਰਾ ਨਾਇ ਮੰਨਿਆ ਮਤਲਬ ਧਿਆਨ ਸਿਮਰਨ ਦੇ ਦੁਆਰਾ, ਹੋਰ ਕੋਈ ਤਰੀਕਾ ਨਹੀਂ ਹੈਗਾ। ਨਾਮ ਮਨ ਦੇ ਵਿੱਚ ਵਸਣਾ ਹੈ, ਧਿਆਨ ਸਿਮਰਨ ਦੇ ਦੁਆਰਾ ਹੀ ਵਸਣਾ ਹੈ। ਉੱਥੇ ਜਿਹੜਾ ਹੈਗਾ ਆਪਣੇ ਮਨ 'ਚ ਵਸਿਆ ਹੋਇਆ ਹੈ। ਦੇਖ ਲਓ ਆਪਣੇ ਸ਼ੌਕ ਜਿਹੜੇ ਹੈਗੇ, ਜੋ ਵੀ ਆਪਣੀਆਂ ਲੀਹਾਂ ਬਣੀਆਂ ਹੈ, ਉਹ ਮਨ 'ਚ ਹਿਰਦੇ 'ਚ ਵਸੀਆਂ ਹੈ। ਜਦ ਇਹ ਨਾਮ ਜਾ ਕੇ ਹਿਰਦੇ 'ਚ ਵਸ ਜਾਏਗਾ, ਉਹ ਆਪਾਂ ਜਿਹੜੇ ਹੈਗੇ ਆ ਆਪਣਾ ਖੇਡ ਜਿਹੜੀ ਹੈਗੀ ਆ ਉਹ ਜਿੱਤਣ ਦੀ ਆਪਾਂ ਨੂੰ ਆ ਜਾਏਗੀ। ਔਰ ਆਪਾਂ ਸਮਾਧੀ ਦੇ ਵਿੱਚ ਜਿਹੜੇ ਹੈਗੇ ਸਹਿਜ ਅਵਸਥਾ ਪ੍ਰਾਪਤ ਕਰ ਲਵਾਂਗੇ। ਨਾਏ ਮੰਨਿਆ ਦੁਰਮਤ ਗਈ। ਦੁਰਮਤ ਕਹਿੰਦੇ ਭੈੜੀ ਮਤ, ਭੈੜੀਆਂ ਲੀਹਾਂ ਜਿਹੜੀਆਂ ਸੰਸਕਾਰ ਜਿਹੜੇ ਹੈਗੇ ਇਹਨਾਂ ਨੇ ਚਲੇ ਜਾਣਾ ਹੈ ਜਦ ਮਨ ਦੇ ਵਿੱਚ ਨਾਮ ਚਲਾ ਗਿਆ ਤੇ, ਕਿਉਂਕਿ ਉੱਥੇ ਤਾਂ ਭੈੜੀ ਮਤ ਦੀਆਂ ਲੀਹਾਂ ਹੈਗੀਆਂ, ਰਿਪਲੇਸ ਹੋ ਜਾਣੀਆਂ। ਨਾਏ ਮੰਨਿਆ ਦੁਰਮਤ ਗਈ, ਮਤ ਪ੍ਰਗਟੀ ਆਇਆ। ਉੱਥੇ ਜਿਹੜੀ ਹੈਗੀ ਗੁਰਮਤ ਪ੍ਰਗਟ ਆਏਗੀ। ਗੁਰੂ ਦੀ ਮੱਤ ਜਿਹੜੀ ਆ, ਬ੍ਰਹਮ ਮੱਤ ਜਿਹੜੀ ਹੈਗੀ, ਉਹ ਆਪਣੇ ਅੰਦਰ ਜਿਹੜੀ ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹ ਜਿਹੜੇ ਹੈਗੇ ਗੁਣ ਆਟੋਮੈਟਿਕਲੀ ਅੰਦਰੋਂ ਪ੍ਰਗਟ ਹੋ ਜਾਣੇ ਆ ਇਨਸਾਨ ਦੇ ਅੰਦਰ। ਔਗਣ ਜਿਹੜੇ ਛੁੱਟ ਜਾਣੇ, ਦੁਰਮਤ ਚਲੀ ਜਾਣੀ ਆ। ਨਾਉ ਮੰਨੀਐ ਮੰਨੈ, ਦੇਖ ਲਓ ਇੱਥੇ ਨਾਏ ਲਿਖਿਆ ਸੀ ਉੱਪਰ, ਹੁਣ ਨਾਉ ਲਿਖਤਾ ਮਹਾਰਾਜ ਨੇ। ਸੇਮ ਗੱਲ, ਇੱਕੋ ਹੀ। ਨਾਉ ਮੰਨੀਐ ਮੰਨੈ ਹਉਮੈ ਗਈ। ਇੱਥੇ ਜਾ ਕੇ ਹਉਮੈ ਜਾਂਦੀ ਹੈ ਇਨਸਾਨ ਦੀ, ਵੀ ਮੈਂ ਕਰਤਾ ਭਾਵ, ਇਹ ਜਿਹੜਾ ਹੈਗਾ ਮਾਲਕ ਹੈਗਾ ਕਰਤਾ, ਆਪਾਂ ਜਿਹੜੇ ਝੂਠੇ ਕਰਤਾ ਬਣੇ ਹੋਏ, ਇਹੀ ਹਉਮੈ ਹੈਗੀ ਆ। ਨਾਉ ਮੰਨੈ ਹਉਮੈ ਗਈ, ਸਭ ਰੋਗ ਗਵਾਇਆ। ਇਸ ਤਰ੍ਹਾਂ ਸਾਰੇ ਦੇ ਸਾਰੇ ਰੋਗ ਜਿਹੜੇ ਹੈਗੇ ਆ ਆਪਾਂ ਨੂੰ, ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਆਪਣੇ ਕੰਟਰੋਲ ਦੇ ਵਿੱਚ ਆ ਜਾਂਦੇ ਆ। ਨਾਇ ਮੰਨੈ ਨਾਮ ਉਪਜੈ, ਸਹਿਜੇ ਸੁਖ ਪਾਇਆ। ਆ ਦੇਖੋ ਕਿੰਨੀ ਵੱਡੀ ਚੀਜ਼ ਲਿਖੀ ਹੋਈ ਹੈ। ਕਹਿੰਦੇ ਨਾਮ ਦੇ ਨਾਲ, ਇਸ ਤਰ੍ਹਾਂ ਨਾਮ ਨੂੰ ਮਨ ਦੇ ਵਿੱਚ ਵਸਾਉਣ ਦੇ ਨਾਲ, ਧਿਆਨ ਸਿਮਰਨ ਦੇ ਦੁਆਰਾ ਇੱਕ ਨਾਮ ਪਦਾਰਥ ਜਿਹੜਾ ਹੈਗਾ, ਅੰਮ੍ਰਿਤ ਰਸ ਜਿਹੜਾ ਹੈਗਾ, ਉਹਨੇ ਪੈਦਾ ਹੋ ਜਾਣਾ ਆਪਣੇ ਅੰਦਰ, ਉਪਜ ਜਾਣਾ ਹੈ ਉਹਨੇ। ਨਾਏ ਮੰਨੈ ਨਾਮ ਉਪਜੈ। ਇਹ ਧਿਆਨ ਸਿਮਰਨ ਕੀ ਕਰ ਰਹੇ ਹਾਂ ਆਪਾਂ ਬੀਜ ਰਹੇ ਹਾਂ, ਉਸ ਨਾਮ ਦਾ ਬੀਜ ਰਹੇ ਹਾਂ, ਇਹਨੇ ਉੱਗ ਜਾਣਾ ਹੈ, 1 ਦੇ 100 ਬਣ ਜਾਣੇ ਆ। ਨਾਏ ਮੰਨੈ ਨਾਮ ਉਪਜੈ, ਸਹਿਜੇ ਸੁਖ ਪਾਇਆ। ਸਹਿਜ ਅਵਸਥਾ ਆ ਜਾਂਦੀ ਹੈ ਔਰ ਇਨਸਾਨ ਸੁਖੀ ਹੋ ਜਾਂਦਾ ਹੈ। ਨਾਏ ਮੰਨੈ ਸ਼ਾਂਤ ਉਪਜੈ। ਦੇਖੋ ਸ਼ਾਂਤੀ ਵੀ ਪੈਦਾ ਹੋਣੀ ਹੈ ਭਾਈ। ਨਾਮ ਮਨ 'ਚ ਵਸਾਉਣਾ ਹੈ। ਤੇ ਦੇਖੋ ਹਰੇਕ ਲਾਈਨ ਦੇ ਵਿੱਚ ਇੰਨਾ ਜ਼ਿਆਦਾ ਇੰਪੋਰਟੈਂਟ ਹੈਗਾ ਨਾਮ ਜਿਹੜਾ ਹੈਗਾ, ਇਹ ਧਿਆਨ ਸਿਮਰਨ, ਕਿ ਮਹਾਰਾਜ ਇੱਕ ਲਾਈਨ ਦੇ ਵਿੱਚ ਦੇ ਰਹੇ, ਔਰ ਆਪਾਂ ਜਿਹੜੇ ਹੈਗੇ ਇਸ ਨੂੰ ਫਾੜ ਹੀ ਨਹੀਂ ਪਾ ਰਹੇ। ਕਿੰਨੇ ਜਿਹੜੇ ਹੈਗੇ ਭਾਗ ਜਿਹੜੇ ਹੈਗੇ ਮੰਦੇ ਹੈਗੇ ਇਨਸਾਨ ਦੇ, ਬਈ ਇੰਨਾ ਜ਼ਿਆਦਾ ਇੰਪੋਰਟੈਂਟ ਚੌਥੀ ਪਾਤਸ਼ਾਹੀ ਜਿਹੜੀ ਇੱਕ ਲਾਈਨ ਦੇ ਵਿੱਚ ਉਹੀ ਧਿਆਨ ਸਿਮਰਨ ਕਹਿ ਰਹੀ ਹੈ। ਹੋਰ ਕੋਈ ਉਹਨਾਂ ਕੋਲ ਹੋਰ ਕੋਈ ਹੈ ਹੀ ਨਹੀਂ। ਕਹਿੰਦੇ ਇੱਕੋ ਹੀ ਗੱਲ ਬਾਰ-ਬਾਰ। ਨਾਇ ਮੰਨੈ ਸ਼ਾਂਤ ਉਪਜੈ, ਹਰ ਮਨ ਨੇ ਵਸਾਇਆ। ਪਰਮਾਤਮਾ ਨੇ ਮਨ ਦੇ ਵਿੱਚ ਵਸ ਜਾਣਾ ਹੈ ਭਾਈ। ਨਾਨਕ ਨਾਮ ਰਤਨ ਹੈ। ਕਹਿੰਦੇ ਇਹੀ ਤਾਂ ਰਤਨ ਹੈ ਭਾਈ,
ਇਹੀ ਤਾਂ ਡਾਇਮੰਡ ਹੈਗਾ ਨਾਮ, ਇਹੀ ਤਾਂ ਸਭ ਤੋਂ ਕੀਮਤੀ ਹੀਰਾ ਹੈਗਾ। ਗੁਰਮੁਖੀ ਹਰ ਧਿਆਇਆ, ਗੁਰੂ ਦੇ ਰਾਹੀਂ ਜਿਹੜਾ ਹੈਗਾ ਧਿਆਨ ਸਿਮਰਨ, ਧਿਆਨ ਦੇ ਨਾਲ ਜਿਹੜਾ ਹੈਗਾ ਜਦ ਮਨ ਦੇ ਵਿੱਚ ਵਸ ਜਾਂਦਾ ਤੇ ਧਿਆਨ ਵਾਲੀ ਅਵਸਥਾ ਆ ਜਾਂਦੀ ਹੈ। ਧਿਆਨ ਲੱਗ ਜਾਂਦਾ ਇਨਸਾਨ ਦਾ, ਉਹਨੂੰ ਆਪਣੇ ਆਪ ਦਾ, ਆਪਣੇ ਸਰੀਰ ਦਾ ਹੀ ਪਤਾ ਨਹੀਂ ਲੱਗਦਾ। ਉਹਦਾ ਸਾਰਾ ਮਾਇਆ ਤੋਂ ਸਾਰੇ ਵਿਚਾਰ ਜਿਹੜੇ ਹੈਗੇ ਕੱਟ ਹੋ ਜਾਂਦੇ ਆ। ਇਹਨੂੰ ਕਹਿੰਦੇ ਆ ਧਿਆਉਣਾ। ਨਾਨਕ ਨਾਮ ਰਤਨ ਹੈ, ਗੁਰਮੁਖੀ ਹਰ ਧਿਆਇਆ। ਮਾਇਆ ਜਿਹੜੀ ਫੈਬਰੀਕੇਟਡ ਆ, ਮਾਇਆ ਜਿੱਥੇ ਵੀ ਆਪਾਂ ਜੋ ਕੁਝ ਵੀ ਦੇਖ ਰਹੇ ਹਾਂ ਨਾ, ਜੇ ਆਪਾਂ ਬਾਹਰ ਮੁਖੀ ਜੋ ਵੀ ਆਪਾਂ ਹੋਰ ਸਾਧਨ ਕਰ ਰਹੇ ਹਾਂ, ਉਹ ਤਾਂ ਛਾਇਆ ਹੈਗੀ ਪਰਮਾਤਮਾ ਦੀ, ਉਹ ਰੀਅਲ ਥੋੜੀ ਨਾ ਹੈਗੀ ਆ। ਉਹ ਰੀਅਲ ਹੈ ਹੀ ਨਹੀਂ ਆ ਚੀਜ਼। ਜਿਹੜੀ ਚੀਜ਼ ਹੈ ਹੀ ਨਹੀਂ ਆ, ਜਿਹੜੀ ਚੀਜ਼ ਝੂਠ ਹੈਗੀ ਆ, ਉਹਦੇ ਨਾਲ ਕਿਵੇਂ ਆਪਾਂ ਸੱਚ ਨੂੰ ਪਾ ਸਕਾਂਗੇ। ਨਾਨਕ ਨਾਮ ਰਤਨ ਹੈ, ਗੁਰਮੁਖੀ ਹਰ ਧਿਆਇਆ। ਕਹਿੰਦੇ ਗੁਰੂ ਦੇ ਰਾਹੀਂ ਪਾਏ ਜਿਹੜੇ ਗਾਈਡ ਜਿਹੜੇ ਹੈਗੇ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ, ਜਿਨ੍ਹਾਂ ਨੇ ਇਹ ਯਾਤਰਾ ਕਰ ਲਈ ਆ, ਜਿਨ੍ਹਾਂ ਨੇ ਇਹਨਾਂ ਦੇ ਨਾਲ ਲੜਾਈ ਕੀਤੀ ਆ, ਜਿਨ੍ਹਾਂ ਨੇ ਜਿਹੜਾ ਹੈਗਾ ਇਹ ਔਖੀ ਘਾਟੀ ਤੇ ਜਿਹੜੇ ਚੜੇ ਹੈਗੇ, ਉਹਨਾਂ ਤੋਂ ਨੁਕਤੇ ਲਓ ਭਾਈ। ਰਸਤੇ 'ਚ ਕਿੱਥੇ ਜਿਹੜਾ ਹੈਗਾ ਕੀ ਰੁਕਾਵਟ ਆਉਣੀ ਆ, ਕਿਸ ਤਰ੍ਹਾਂ ਕਰਨਾ ਹੈ, ਮੈਂ ਕੀ ਸਮਾਨ ਲੈ ਕੇ ਜਾਣਾ ਆ, ਕਿਹੜੇ ਸਮਾਨ ਦਾ ਮਤਲਬ ਕਿਹੜੇ ਗੁਣ ਹੋਣੇ ਚਾਹੀਦੇ ਆ ਮੇਰੇ ਕੋਲ। ਸਤ ਸੰਤੋਖ ਦਇਆ ਧਰਮ ਧੀਰਜ, ਆਹ ਗੁਣ ਹੋਣੇ ਚਾਹੀਦੇ ਆ। ਨਾਨਕ ਨਾਮ ਰਤਨ ਹੈ, ਗੁਰਮੁਖੀ ਹਰ ਧਿਆਇਆ। ਗੁਰੂ ਦੇ ਰਾਹੀਂ ਜਿਹੜਾ ਹੈਗਾ ਇਹ ਪਰਮਾਤਮਾ ਦਾ ਧਿਆਨ ਸਿਮਰਨ ਹੋ ਸਕਦਾ ਹੈ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਦੇਖੋ ਹੁਣ ਪਹਿਲੀ ਪੌੜੀ ਆਪਾਂ ਵਿਚਾਰ ਕਰਦੇ ਹਾਂ। ਆਪ ਜੀ ਨੂੰ ਸ਼ਾਇਦ ਯਾਦ ਹੋਵੇ, ਆਪਾਂ ਪਹਿਲਾਂ ਵੀ ਗੱਲ ਕੀਤਾ ਸੀ ਨਾ ਕਿ ਦੋ ਬੁੱਧੀਆਂ ਹੁੰਦੀਆਂ ਨੇ, ਇੱਕ ਸਧਾਰਨ, ਇੱਕ ਵਿਵੇਕ ਬੁੱਧੀ। ਦੇਖੋ ਬਾਣੀ ਉਸੇ ਚੀਜ਼ ਦੇ ਬਾਰੇ ਸਮਝਾ ਰਹੀ ਹੈ ਆਪਾਂ ਨੂੰ। ਇਹ ਬੋਲੋ ਨੇ ਜਸਮ ਨਾਏ ਮੰਨੀ ਹੈ ਦੁਰਮਤ ਗਈ, ਮਤ ਪ੍ਰਗਟ ਆਇਆ। ਮਤ ਪ੍ਰਗਟ ਹੀ ਆਇਆ। ਹਾਂਜੀ ਠੀਕ ਹੈ। ਹੁਣ ਕਿਤੇ ਨਾ ਜਦੋਂ ਮੈਂ ਨਾਮ ਧਿਆਇਆ, ਧਿਆਨ ਸਿਮਰਨ ਕੀਤਾ, ਪਹਿਲੀ ਲਾਈਨ ਪਹਿਲਾਂ ਦੋ ਹੀ ਅੱਖਰ ਪੜੋ, ਨਾਏ ਮੰਨੀਏ। ਮੰਨੀਏ ਦਾ ਮਤਲਬ ਇੱਥੇ ਆ ਕਿ ਬਾਣੀ, ਦੇਖੋ ਬਾਣੀ ਦਾ ਸ਼ਬਦ ਅਰਥ ਹੋ ਰਿਹਾ, ਭਾਵ ਅਰਥ ਹੋ ਰਿਹਾ। ਇੱਥੇ ਸ਼ਬਦ ਧਿਆਨ ਸਿਮਰਨ ਦੀ ਗੱਲ ਕਰਦੇ, ਭਗਤੀ ਦੀ ਗੱਲ ਕੀਤੀ। ਇੱਥੇ ਮੈਂ ਭਗਤੀ ਕੀਤੀ, ਇੱਥੇ ਭਗਤੀ ਕੀਤੀ ਤੇ ਕੀ ਹੋਇਆ? ਅਗਲੇ ਬੰਨੇ ਦੂਜੇ ਤੀਜੇ ਲਫ਼ਜ਼ 'ਚ ਬੋਲੇ ਦੁਰਮਤ ਗਈ। ਮੇਰੀ ਮਲੀਨ ਜਿਹੜੀ ਬੁੱਧੀ ਸੀ ਉਹ ਉਤਰਦੀ ਗਈ। ਜਿੱਦਾਂ ਮਤਲਬ ਸਾਬਣ ਦੇ ਨਾਲ ਕੱਪੜਾ ਧੋਤਾ, ਨਾਮ ਰੂਪੀ ਸਾਬਣ ਨਾਲ ਮੇਰਾ ਮਨ ਧੋਤਾ, ਤੇ ਉਹ ਕੀ ਹੋਇਆ ਕਿ ਦੁਰਮਤ ਮੇਰੀ ਜਿਹੜੀ ਉਹ ਘਟਣੀ ਸ਼ੁਰੂ ਹੋ ਗਈ, ਚਮਕਾਉਣ ਡੈ ਪਈ, ਮੈਨੂੰ ਹੋਸ਼ ਆਉਣ ਡੈ ਪਈ, ਮੈਨੂੰ ਗਿਆਨ ਹੋਣ ਡੈ ਪਿਆ। ਮੈਂ ਕਰਮਾਂ ਨੂੰ ਕਰਨ ਤੋਂ ਪਹਿਲਾਂ ਵਿਚਾਰ ਕਰਦਾ, ਹੁਣ ਪਹਿਲਾਂ ਨਹੀਂ ਮੈਂ ਕਰਦਾ ਸਾਂ, ਪਰ ਹੁਣ ਕਰਨ ਡੈ ਪੈ ਗਿਆ। ਹੁਣ ਮੈਂ ਬੋਲਣ ਤੋਂ ਪਹਿਲਾਂ ਸੋਚਦਾ ਵਾਂ, ਕਰਨ ਤੋਂ ਪਹਿਲਾਂ ਵੀ ਸੋਚਦਾ ਵਾਂ, ਸੁਣਨ ਤੋਂ ਪਹਿਲਾਂ ਵੀ ਸੋਚਦਾ ਵਾਂ, ਕਹਿਣ ਤੋਂ ਪਹਿਲਾਂ ਵੀ ਸੋਚਦਾ ਵਾਂ, ਖਾਣ ਤੋਂ ਵੀ ਪਹਿਲਾਂ ਸੋਚਦਾ ਵਾਂ। ਇਹ ਕੀ ਆ? ਇਹ ਦੁਰਮਤ ਜਿਹੜੀ ਘਟਦੀ ਪਈ, ਇਹ ਉਹਦੀਆਂ ਨਿਸ਼ਾਨੀਆਂ ਨੇ। ਆਪ ਜੀ ਨੂੰ ਅੰਡਰਸਟੈਂਡ ਕਰੋ। ਹੋਰ ਜੀਵਨ ਕਿੱਦਾਂ ਉੱਚਾ ਹੋਊਗਾ ਤੁਹਾਡਾ? ਇਹੋ ਤੇ ਗੱਲਾਂ। ਬਿਲਕੁਲ। ਤੁਹਾਡਾ ਖਾਣਾ ਪੀਣਾ, ਤੁਹਾਡਾ ਬੋਲਣਾ, ਤੁਹਾਡਾ ਸੁਣਨਾ, ਤੁਹਾਡਾ ਵੇਖਣਾ, ਤਿੰਨ ਤੇ ਚੀਜ਼ਾਂ ਹੀ ਆ। ਤਿੰਨ ਚਾਰ ਚੀਜ਼ਾਂ ਤੇ ਇਹਦੇ ਰਾਹੀਂ ਤੇ ਆਪਾਂ ਸੰਸਕਾਰ ਇਕੱਠੇ ਕਰਦੇ ਹਾਂ। ਇਹ ਕਿਉਂ ਹੁੰਦੀ? ਬਾਣੀ ਕਹਿੰਦੀ ਆ ਕਿ ਦੁਰਮਤ ਗਈ ਤੇ ਮਤ ਪ੍ਰਗਟ ਆਇਆ। ਪ੍ਰਗਟੀ ਆਇਆ, ਮਤ ਜਿਹੜੀ ਆ ਗਈ, ਚੰਗੀ ਮਤ ਪ੍ਰਗਟ ਹੋ ਗਈ, ਵਿਵੇਕ ਬੁੱਧੀ ਆ ਗਈ। ਹਾਂ, ਕਹਿਣ ਤੋਂ ਭਾਵ ਹੈ ਕਿ ਮੈਂ ਕੁਛ ਨਹੀਂ ਕੀਤਾ, ਮੈਂ ਕਿਹਾ ਨਾਮ ਤੇ ਆਇਆ। ਇਹ ਨਹੀਂ ਮੈਂ ਕਿਹਾ ਕਿ ਮੈਂ ਪ੍ਰਗਟ ਕਰ ਲਈ, ਮਤ ਪ੍ਰਗਟ ਕਰ ਲਈ। ਆ ਜਿਹੜਾ ਲੋਕੀ ਕਹੀ ਜਾਂਦੇ ਨਾ ਕਿ ਅਸੀਂ ਅਵਸਥਾ ਨੂੰ ਪ੍ਰਾਪਤ ਕਰ ਲਿਆ, ਆਪਾਂ ਬਾਣੀ ਤੇ ਕਹਿੰਦੀ ਮੈਂ ਨਹੀਂ ਕੀਤਾ, ਮੈਂ ਇਕੱਲੀ ਭਗਤੀ ਕੀਤੀ ਹੈ ਬਸ। ਉਹ ਜਿਹੜਾ ਕਹਿੰਦੇ ਨਾ ਪ੍ਰਕਾਸ਼ ਦਿਖਾਉਂਦੇ ਲੋਕਾਂ ਨੂੰ, ਉਹ ਤਰਾਟਕ ਇੱਕ ਭਗਤੀ, ਇੱਕ ਵਿਧੀ ਹੈਗੀ ਹੈ। ਕੈਂਡਲ ਨੂੰ ਵੇਖੀ ਜੋ ਜਾਂ ਕਿਸੇ ਚੀਜ਼ ਨੂੰ ਆਬਜੈਕਟ ਵੇਖੀ ਜੋ, ਤੁਸੀਂ 5-7 ਮਿੰਟ ਵੇਖਿਆ, ਤੁਹਾਡੀ ਅੱਖਾਂ ਤੇ ਭਾਰ ਪਈ ਜਾਣਾ, ਅੱਖਾਂ ਭਾਰ ਪੈ ਜਾਣੀ, ਹਾਰ ਕੇ ਅੱਖਾਂ ਨੇ ਦਿਖਾਈ ਦੇਣਾ ਬੰਦ ਹੋ ਜਾਣਾ, ਤੇ ਉਹ ਤੁਹਾਨੂੰ ਚਮਕ ਜੀ ਦਿਖਦੀ ਹੈ। ਉਹ ਚਮਕ ਦੇ ਨਾਲ ਜੀਵਨ ਉੱਚਾ ਹੋ ਸਕਦਾ। ਬੰਦਾ ਕਰੇ ਬੱਚਣੀਆਂ ਗੱਲਾਂ ਕਰੀ ਜਾਂਦੇ ਲੋਕੀ, ਪਤਾ ਨਹੀਂ ਕਿੱਥੋਂ ਬਾਣੀ ਦੀਆਂ ਤੁਕਾਂ ਕੱਢ ਕੇ ਆਪਣੀ ਮਰਜ਼ੀ ਨਾਲ ਸਾਰ ਕੱਢੀ ਜਾਂਦੇ ਆ। ਅੱਛਾ, ਇੱਥੇ ਕਹਿੰਦੇ ਨਾ ਇਹ ਮੰਨੀਏ ਦੁਰਮਤ ਗਈ। ਕਹਿੰਦੇ ਮੈਂ ਨਾਮ ਤੇ ਆਇਆ, ਧਿਆਨ ਸਿਮਰਨ ਕੀਤਾ, ਮੇਰੀ ਦੁਰਮਤ ਉੱਡ ਗਈ, ਮਤ ਪ੍ਰਗਟ ਹੋ ਗਈ, ਵਿਵੇਕ ਬੁੱਧੀ ਆਪੇ ਪ੍ਰਗਟ ਹੋਈ। ਕੀਤੀ ਨਹੀਂ ਕਹਿੰਦੇ। ਦੇਖੋ ਥੋੜੀ ਕਹਿੰਦੇ ਕਿ ਮੈਂ ਗ੍ਰੰਥ ਪੜ੍ਹ ਲਿਆ, ਪ੍ਰਗਟ ਹੋ ਗਈ ਆ। ਜਿੱਦਾਂ ਮੈਂ ਕੰਮ ਕੀਤਾ, ਉਸ ਤੋਂ ਬਾਅਦ ਦੋ ਕੰਮ ਹੋ ਗਏ। ਇੱਕ ਤੇ ਮਲੀਨ ਵਾਲੀ ਮੱਤ, ਜਿਹੜੀ ਸਧਾਰਨ ਮੱਤ ਸੀ, ਜਿਹੜੀ ਚੋਰੀਆਂ ਕਰਦਾ ਸਾਂ, ਲੋਕਾਂ ਦੀਆਂ ਬੁਰਾਈਆਂ ਕਰਦਾ ਸਾਂ, ਲੋਕਾਂ 'ਚ ਔਗਣ ਲੱਭਦਾ ਸਾਂ, ਲੋਕਾਂ ਲਈ ਮੈਂ ਬੁਰਾ ਸੋਚਦਾ ਸਾਂ, ਮੈਂ ਬੁਰਾ ਬੋਲਦਾ ਸਾਂ, ਉਹ ਮੇਰੀ ਮੱਤ ਜਿਹੜੀ ਉਹ ਖਤਮ ਹੋ ਗਈ, ਚਲ ਗਈ। ਹੁਣ ਨਹੀਂ ਮੈਂ ਕਿਹਨੂੰ ਮਾੜਾ ਕਹਿੰਦਾ, ਹੁਣ ਮੈਂ ਕਿਸੇ ਧੀ ਪੁੱਤ ਨੂੰ ਨਹੀਂ ਕਹਿੰਦਾ ਤੂੰ ਮਾੜਾ, ਜਾਂ ਨਸ਼ਾ ਪੀਂਦਾ ਵਾ, ਨਸ਼ਾ ਕਰਦਾ, ਜਾਂ ਕੁੜੀ ਕੇ ਗਲਤ ਕੰਮ ਕਰਦੀ ਫਿਰਦੀ ਹੈ, ਮੈਂ ਨਹੀਂ ਕਿਹਨੂੰ ਮਾੜਾ ਕਹਿੰਦਾ। ਇਹ ਵੀ ਦੁਰਮਤ। ਮੈਂ ਮਾੜਾ ਨਹੀਂ ਬੋਲਦਾ ਕਿਸੇ ਨੂੰ। ਹੁਣ ਇਹ ਕਦੋਂ ਆਉਣੀ ਹੈ ਤੁਹਾਡੀ ਅਵਸਥਾ? ਜਦੋਂ ਤੁਹਾਡੇ 'ਚ ਵਿਵੇਕ ਬੁੱਧੀ ਆ ਗਈ।
ਜੇ ਧਿਆਨ ਸਿਮਰਨ ਤੁਹਾਡਾ ਸਹੀ ਹੈ ਨਾ, ਹੁਣ ਤੁਸੀਂ ਬੋਲਣ ਤੋਂ ਪਹਿਲਾਂ ਵਿਚਾਰ ਕਰੋ ਕਿ ਜੇ ਤੁਸੀਂ ਮਤਲਬ ਧਿਆਨ ਤੁਹਾਡਾ ਸਿਮਰਨ ਨਹੀਂ ਸਹੀ ਚੱਲ ਰਿਹਾ, ਫਿਰ ਤੁਸੀਂ ਜੋ ਮਰਜ਼ੀ ਬੋਲੀ ਜਾ ਰਹੇ ਜੋ, ਤੁਹਾਡੇ 'ਚ ਕੋਈ ਬਦਲਾਅ ਨਹੀਂ ਆ ਰਿਹਾ, ਇਹਦਾ ਮਤਲਬ ਕਿ ਧਿਆਨ ਸਿਮਰਨ 'ਚ ਗੜਬੜ ਹੈ। ਜੇਕਰ ਵਿਚਾਰ ਆ ਰਹੀ ਹੈ ਬੋਲਣ ਤੋਂ ਪਹਿਲਾਂ, ਤੇ ਫਿਰ ਇਹਦਾ ਮਤਲਬ ਕਿ ਤੁਹਾਡੀ ਗਤੀ ਬਿਲਕੁਲ ਸਹੀ ਹੈ। ਫਿਰ ਅੱਗੇ ਚੱਲੀਏ ਨਿਜਰ ਸਾਹਿਬ। ਨਾਉ ਮੰਨੈ ਹਉਮੈ ਗਈ, ਦੇਖ ਲਓ ਅੱਗੇ ਕਹਿੰਦੇ ਇਹ ਤਾਂ ਫਲ ਹੀ ਫਲ ਆ ਰਹੇ ਆ, ਨਾਮ ਮੰਨਣ ਦੇ ਜੇ ਫਾਇਦੇ ਹੀ ਫਾਇਦੇ ਆ ਰਹੇ ਆ, ਦੇਖ ਲਓ ਐਕਸ਼ਨ ਸੇਮ ਹੈ, ਐਕਸ਼ਨ ਉਹੀ ਹੈਗਾ। ਸਹੀ ਹੈ। ਫਿਰ ਉਹ ਕਹਿੰਦੇ ਆ ਕਿ ਮੈਂ ਇਹ ਨਹੀਂ ਕਿਹਾ ਨਿਜਰ ਸਾਹਿਬ, ਉਹ ਮੈਂ ਤਾਂ ਦੱਸਿਆ ਨਹੀਂ ਤੁਹਾਨੂੰ, ਇੱਕ ਦਿਨ ਪਹਿਲਾਂ ਵੀ ਵਿਚਾਰ ਕੀਤੇ ਸੀ। ਹਾਂਜੀ ਬੜਾ ਵਧੀਆ ਲੰਗਰ ਲਾਇਆ, ਨਹੀਂ ਜੀ ਇਹ ਤੇ ਪ੍ਰਮਾਤਮਾ ਦਾ ਹੀ ਹੁਕਮ ਹੈ ਜੀ, ਉਹ ਕਰ ਰਿਹਾ, ਉਹ ਨਹੀਂ ਗੱਲ ਕਰਦੇ। ਉਹ ਕਹਿੰਦੇ ਮੈਂ ਨਾਮ ਤੇ ਆਇਆ, ਉਹ ਜਿਹੜੀ ਮੇਰੀ ਅੰਦਰੋਂ ਹਉਮੈ, ਜਿਹੜੀ ਮੇਰੀ ਹਉਮੈ ਸੀ, ਅਗਿਆਨ, ਕਰਤਾ ਭਾਵ ਹਉਮੈ, ਉਹ ਮੇਰੇ ਅੰਦਰੋਂ ਚੱਲ ਗਈ, ਆਪੇ ਚੱਲ ਗਈ, ਮੈਂ ਨਹੀਂ ਭੇਜੀ, ਨਾਮ ਨੇ ਮੇਰੇ ਤੋਂ ਦੂਰ ਕੀਤੀ। ਵੇਖੋ ਨਾਮ ਨੂੰ ਅੱਗੇ ਕਰ ਰਹੇ ਨੇ ਉਹ, ਇਹੋ ਤੇ ਗੱਲ ਹੈ। ਵੇਖੋ ਗੁਰੂ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ ਕਿ ਤੂੰ ਵੇਖਣ ਵੂਖਣ ਦੇ ਚੱਕਰਾਂ 'ਚ ਨਾ ਪੈ, ਤੂੰ ਬਸ ਨਾਮ ਤੇ ਆ, ਬਸ ਕੁਛ ਨਹੀਂ ਕਰਨਾ, ਤੂੰ ਕੁਛ ਨਹੀਂ ਕਰਨਾ। ਤੈਨੂੰ ਮੂਰਖਾ ਕਿਹਨੂੰ ਕੀ ਪਤਾ ਤੇ ਕੀ ਚੰਗਾ ਕੀ ਮਾੜਾ, ਕਿਉਂ ਪਿਕਅਪ ਕਰ ਰਿਹਾ, ਕਿਉਂ ਸਿਲੈਕਟ ਕਰ ਰਿਹਾ, ਤੈਨੂੰ ਪਤਾ ਨਹੀਂ। ਤੂੰ ਗਲਤ ਚੀਜ਼ ਨੂੰ ਮੰਗ ਲੇਗਾ, ਉਹ ਤੈਨੂੰ ਮਿਲ ਜਾਣੀ। ਤੂੰ ਕਿਉਂ ਨਹੀਂ ਪਰਮਾਤਮਾ ਤੇ ਵਿਸ਼ਵਾਸ ਕਰਦਾ, ਛੱਡ ਦੇ ਨਾ। ਉਹ ਫਿਰ ਤੂੰ ਕੀ ਕਰਨਾ, ਕਹਿੰਦਾ ਨਾਮ ਮੰਨੋ ਬਸ। ਅਬੇ ਨਾਮ ਕੀ, ਨਾਮ ਹੀ ਤੁਹਾਡਾ ਕੰਮ ਨਾਮ ਕਰੂਗਾ। ਫਿਰ ਕਹਿੰਦੇ ਆ ਸਭ ਰੋਗ ਗਵਾਇਆ, ਨਿਜਰ ਸਾਹਿਬ। ਹਾਂਜੀ ਸਭ ਰੋਗ ਗਵਾਇਆ, ਸਾਰੇ ਰੋਗ ਚਲੇ ਗਏ, ਕਾਮ ਕ੍ਰੋਧ ਲੋਭ ਅਹੰਕਾਰ। ਹਾਂ ਵੇਖੋ ਹੁਣ ਅਗਲੇ ਬੰਨੇ ਫਿਰ ਕਹਿੰਦੇ ਨੇ ਸਭੇ ਰੋਗ ਗਵਾਇਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਉਹਨਾਂ ਇਹ ਨਹੀਂ ਕਿਹਾ ਕਿ ਮੈਂ ਔਰਤ ਆਈ ਵੇਖ ਲਈ, ਅੱਖਾਂ ਤੇ ਪੱਟੀ ਬੰਨ ਲਈ, ਜਾਂ ਮੈਂ ਜੰਗਲਾਂ 'ਚ ਭੱਜ ਗਿਆ, ਜਾਂ ਮੈਂ ਮਰਦ ਵੇਖਿਆ ਮੇਰੇ ਮਨ 'ਚ ਪਾਪ ਆ ਗਿਆ ਨਾ। ਕਿ ਸਭੇ ਰੋਗ ਗਵਾਇਆ, ਸਾਰੇ ਰੋਗ ਦੂਰ ਹੋ ਗਏ। ਕਿਹਦੇ ਨਾਲ ਦੂਰ ਹੋਏ? ਮੈਂ ਨਹੀਂ ਕੀਤੇ, ਮੈਂ ਕੇਵਲ ਇੰਨਾ ਹੀ ਕੰਮ ਕੀਤਾ। ਆਹ ਤੇ ਲਿਖਿਆ ਨਾ, ਮੈਂ ਨਾਮ ਤੇ ਆਇਆ, ਕੇਵਲ ਨਾਮ ਤੇ ਆਇਆ, ਕੁਛ ਨਹੀਂ ਕਰ ਰਹੇ। ਤੇ ਉਹੀ ਸੱਚ ਜੇ ਕੋਈ ਕਹਿੰਦਾ ਨਾ ਕਿ ਮੈਂ ਕਰ ਰਿਹਾ ਵਾਂ, ਮੈਂ ਉਹ ਕੀਤਾ, ਮੈਂ ਆਹ ਕੀਤਾ, ਉਹ ਬੰਦਾ ਝੂਠ ਬੋਲ ਰਿਹਾ। ਇਹ ਕਿਉਂਕਿ ਇਹ ਤੇ ਸੂਖਮ ਨੇ ਰੋਗ, ਅਸੀਂ ਕਿੱਦਾਂ ਇਹਨਾਂ ਨੂੰ ਨਸ਼ਟ ਕਰ ਸਕਦੇ ਹਾਂ? ਹਾਂਜੀ ਨਿਜਰ ਸਾਹਿਬ ਅੱਗੇ ਬੋਲੀਏ। ਨਾਏ ਮੰਨੈ ਨਾਮ ਉਪਜੈ ਸਹਿਜੇ ਸੁਖ ਪਾਇਆ। ਦੇਖ ਲਓ ਸਾਰੇ ਫਾਇਦੇ ਨਾਮ ਦੇ, ਧਿਆਨ ਸਿਮਰਨ ਦੇ ਫਾਇਦੇ ਹੈਗੇ ਸਾਰੇ ਦੇ ਸਾਰੇ। ਨਾਏ ਮੰਨੈ ਨਾਮ ਉਪਜੈ ਸਹਿਜੇ ਸੁਖ ਪਾਇਆ। ਹੁਣ ਨਾਮ ਉਪਜੇ, ਦੇਖੋ ਬਾਣੀ ਤੇ ਲਿਖਿਆ ਨਾ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਬਿਲਕੁਲ। ਫਿਰ ਕਹਿੰਦੇ ਕੀ ਕਹਿੰਦੇ, ਇੱਥੇ ਕਹਿੰਦੇ ਆ ਨਾਏ ਮੰਨੀਏ, ਕਹਿੰਦਾ ਮੈਂ ਧਿਆਨ ਸਿਮਰਨ ਕੀਤਾ, ਨਾਮ ਉਪਜੇ, ਉਹ ਮੇਰੇ ਸਰੀਰ 'ਚ ਪ੍ਰਗਟ ਹੋ ਗਿਆ। ਜਿਹੜਾ ਵਿਸ਼ਰਾਮ ਅਵਸਥਾ ਸੀ ਉਪਜ ਗਿਆ। ਉਪਜ ਗਿਆ ਮਤਲਬ ਜਿੱਦਾਂ ਕੋਈ ਝਰਨਾ ਸੀ, ਉਹ ਪੱਥਰਾਂ ਦੇ ਨਾਲ ਢੱਕਿਆ ਸੀ, ਤੇ ਉਹ ਮੈਂ ਪੱਥਰ ਥੋੜੇ, ਇਹ ਨਹੀਂ ਕਿ ਆ ਗਿਆ। ਇਹਦਾ ਮਤਲਬ ਉਪਜੇ ਦਾ ਮਤਲਬ ਕਹਿਣ ਤੋਂ ਭਾਵ ਕਿ ਮੇਰੇ ਅੰਦਰ ਹੀ ਸੀ ਉਹ। ਉਹ ਇਹ ਨਹੀਂ ਕਹਿੰਦੇ ਕਿ ਮੈਨੂੰ ਬਾਹਰੋਂ ਆ ਗਿਆ, ਮੇਰੇ ਢਿੱਡ 'ਚ ਪਾਤਾ, ਜੇ ਮੇਰੇ ਮੱਥੇ 'ਚ ਪਾਤਾ ਫਿਰ ਉੱਗਿਆ, ਨਹੀਂ। ਉਹ ਕਹਿੰਦੇ ਨਾਮ ਨਾਏ ਮੰਨੀਏ, ਨਾਮ ਉਪਜੇ, ਮੇਰੇ ਅੰਦਰ ਬੀਜ ਸੀ, ਉਹ ਉੱਗ ਖਲੋਤਾ। ਠੀਕ ਹੈ ਨੀ ਜੀ ਸਾਹਿਬ? ਬਿਲਕੁਲ। ਇਹ ਨਾਮ ਜਿਹੜਾ ਹੈਗਾ ਧਿਆਨ ਸਿਮਰਨ ਹੀ ਤਾਂ ਬੀਜ ਹੈਗਾ ਜੀ। ਹਾਂ, ਤੇ ਉਹ ਜਿਹੜਾ ਮੇਰੇ ਅੰਦਰ ਸੀ ਸੁੱਤਾ, ਮੈਂ ਜਾਗ ਗਿਆ। ਅਗਿਆਨ ਦੇ ਵਾਸਤੇ ਜੇ ਮੈਂ ਸੁੱਤਾ, ਜਿਹੜੀ ਦੁਰਮਤ ਤੇ ਕਹੀ ਆ, ਉਹ ਮੇਰੇ ਤੋਂ ਦੂਰ ਹੋ ਗਈ। ਦੇਖੋ ਆਪ ਇੱਕ ਚੀਜ਼ ਨੂੰ ਸਾਧ ਸੰਗਤ ਜੀ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਪਰਮਾਤਮਾ ਨੂੰ ਕੀ ਲੱਭਣਾ ਵਾ? ਪਰਮਾਤਮਾ ਯਥਾਰਥ ਸੱਚ ਹੈ। ਚੀਜ਼ ਉਹ ਖਤਮ ਹੋ ਸਕਦੀ ਹੈ ਜਿਹੜੀ ਨਕਲੀ ਆ, ਜਿਹੜੀ ਫਾਲਸੀਫਾਈ ਹੈ। ਤੁਹਾਡਾ ਅਸਲੀ ਸਰੂਪ ਜੋ ਹੈਗਾ ਉਹ ਸਾਖੀ ਹੈ। ਤੁਸੀਂ ਤੇ ਬ੍ਰਹਮ ਜੋ, ਉਹਦੇ ਉੱਤੇ ਜਿਹੜੀ ਬਾਕੀ ਪ੍ਰਕਿਰਤੀ ਦੇ ਜਿਹੜੀ ਆ ਬਾਹਰੋਂ ਚੀਜ਼ ਜੁੜੀ ਆ, ਉਹੀ ਨਸ਼ਟ ਹੋਣੀ ਆ। ਕਿਉਂਕਿ ਇਹ ਨਕਲੀ ਨੇ ਦੂਰ ਹੋਣਾ ਸਾਡੇ ਤੋਂ, ਅਸਲੀ ਥੋੜੀ ਦੂਰ ਹੋ ਸਕਦਾ। ਅਸਲੀ ਤੇ ਸਾਡਾ ਸਰੂਪ ਆ। ਅਸੀਂ ਤੇ ਖੁਦ ਹੀ ਉਸੇ ਸ਼ਕਤੀ ਦੇ ਮਾਲਕ ਆ, ਪਰ ਅਸੀਂ ਅਗਿਆਨ ਦੇ ਵਾਸਤੇ ਅਸੀਂ ਜਿੱਥੇ ਮਰਜ਼ੀ ਤੁਰੇ ਫਿਰ ਰਹੇ ਹਾਂ, ਤੇ ਤਾਈਓ ਤੇ ਦੁੱਖ ਵੱਧ ਰਿਹਾ। ਹਾਂਜੀ ਨਗਰ ਸਾਹਿਬ ਅੱਗੇ ਬੋਲੀਏ। ਫਿਰ ਕਿਤੇ ਆ ਸਹਿਜੇ ਸੁਖ ਪਾਇਆ। ਕਹਿੰਦੇ ਨਾਮ ਜਦੋਂ ਉਪਜ ਗਿਆ, ਹੁਣ ਤੁਹਾਡੇ ਅੰਦਰ, ਤੁਹਾਡੇ ਸਰੀਰ ਸਾਰਿਆਂ ਦੇ ਨਾਮ ਉਪਜੇ ਪਏ ਆ। ਵੇਖੋ ਕਿੱਦਾਂ ਛਾਂ ਕਰਦਾ ਉੱਤੇ ਨਹੀਂ ਜਾਂਦਾ, ਤੇ ਪੂਰੇ ਸਪਲਾਈ ਮਿਲਦੀ ਪਈ ਮਸਤਕ ਨੂੰ। ਮਾੜਾ ਮੋਟੇ ਵਿਚਾਰ ਦੀ ਪਰਵਾਹੀ ਕੋਈ ਨਹੀਂ। ਹੁਣ ਪਹਿਲਾਂ ਐਵੇਂ ਤੁਹਾਨੂੰ ਵਿਚਾਰਾਂ ਨੇ ਲਵੇਟਿਆ ਸੀ, ਹੁਣ ਤੁਹਾਡੀ ਚੇਤਨਾ 'ਚ ਵਿਚਾਰ ਆ ਹੀ ਨਹੀਂ ਸਕਦਾ, ਕਿਉਂਕਿ એનર્ਜੀ ਬੜੀ ਹੈ, ਪ੍ਰਾਣ ਊਰਜਾ ਬਹੁਤ ਜ਼ਿਆਦਾ ਪ੍ਰਚੰਡ ਚੱਲ ਰਹੀ ਹੈ। ਉਹ ਛੋਟੇ ਮੋਟੇ ਵਿਚਾਰ ਦੀ ਪਰਵਾਹ ਨਹੀਂ ਕਰਦੀ, ਮਾੜੇ ਮੋਟੇ ਨੁਕਸਾਨ ਦੀ ਪਰਵਾਹ ਨਹੀਂ ਕਰਦੀ। ਆਊਗਾ ਚਿੱਤ ਤੇ ਥੋੜੀ ਹਲਚਲ ਕਰੂਗਾ, ਪਰ 2-3 ਮਿੰਟਾਂ 'ਚ ਆਉ ਗਿਆ, ਚਿੰਬੜੂ ਨਹੀਂ ਹੁਣ।
ਕਿਉਂਕਿ ਚੇਤਨਾ ਇੱਕਦਮ ਚਮਕ ਰਹੀ ਆ, ਇੱਕਦਮ ਜਿਵੇਂ ਜਿਵੇਂ ਪ੍ਰਕਾਸ਼ ਵੱਧਦਾ ਜਾਣਾ ਤਿਵੇਂ ਤਿਵੇਂ ਜਿਹੜਾ ਤੁਹਾਡਾ ਚਿੱਤ ਆ ਉਹਦੀ ਸਫਾਈ ਹੋਈ ਜਾਣੀ। ਜਿੰਨੀ ਜ਼ਿਆਦਾ ਸਫਾਈ ਹੋਊਗੀ ਉਹਨਾਂ ਉਹਦੇ ਨਾਲ ਵਿਚਾਰਾਂ ਦਾ ਮੇਲ ਨਹੀਂ ਹੋਣਾ ਉਹਦਾ, ਕਿਉਂਕਿ ਉਹ ਤੇ ਬਹੁਤ ਸ਼ਕਤੀਸ਼ਾਲੀ ਚੀਜ਼ ਹੋ ਜਾਣੀ। ਹਾਂਜੀ ਨਜ਼ਰ ਸਾਹਿਬ, ਅੱਗੇ ਦੁੱਖ ਮਿਲ ਜਾਣਾ, ਦੁੱਖ ਤੁਸੀਂ ਸਾਰੇ ਪ੍ਰਾਪਤ ਕਰ ਹੀ ਰਹੇ ਜੋ। ਅੱਗੇ ਬੋਲੀ ਨਜ਼ਰ ਸਾਹਿਬ। ਅੱਗੇ ਨਾਏ ਮੰਨੈ ਸ਼ਾਂਤ ਉਪਜੈ ਹਰ ਮਨ ਵਸਾਇਆ। ਕਹਿੰਦੇ ਸ਼ਾਂਤੀ ਵੀ ਨਾਮ ਦੇ ਧਿਆਨ ਸਿਮਰਨ ਦੇ ਨਾਲ ਸ਼ਾਂਤੀ ਵੀ ਪੈਦਾ ਹੋਣੀ ਆ ਅੰਦਰੋਂ, ਬਾਹਰੋਂ ਨਹੀਂ ਲਿਆਉਣੀ ਸ਼ਾਂਤੀ। ਹਰ ਮਨ ਵਸਾਇਆ, ਪਰਮਾਤਮਾ ਮਨ 'ਚ ਵਸ ਜਾਏਗਾ। ਹਾਂ, ਤੇ ਵੇਖੋ ਹਰ ਮਨ ਵਸਾਇਆ। ਕਹਿੰਦੇ ਕਿ ਜਦੋਂ ਹੁਣ ਉੱਪਰ ਆਈਏ, ਜਦੋਂ ਸੁੱਖ ਮਿਲ ਗਿਆ, ਸੁੱਖ ਦਾ ਮਤਲਬ ਕੀ? ਸੁੱਖ ਤੇ ਪਰਮਾਤਮਾ ਦਾ ਜਦੋਂ ਵੀ ਪ੍ਰਵੇਸ਼ ਸਾਡੇ ਜੀਵਨ 'ਚ ਹੁੰਦਾ ਹੈ ਨਾ, ਤੇ ਸੁੱਖ ਆਪਣੇ ਆਪ ਹੀ ਆ ਜਾਂਦਾ ਹੈ। ਦੁੱਖ ਨਹੀਂ ਹੈਗਾ ਜੀਵਨ 'ਚ, ਇਹ ਸਾਡੇ ਅਗਿਆਨ ਕਰਕੇ ਸਾਨੂੰ ਭਰਮ ਲੱਗਦਾ, ਅਸੀਂ ਬੇਵਕੂਫ ਹਾਂ, ਇਸ ਕਰਕੇ ਸਾਨੂੰ ਦੁੱਖ ਚਾਪਦਾ। ਦੁੱਖ ਹੈ ਨਹੀਂ। ਤੇ ਨਾਮ ਜਦੋਂ ਅਸੀਂ ਧਿਆਇਆ ਤੇ ਸਾਡਾ ਮਨ ਆਪੇ ਸ਼ਾਂਤ ਹੋ ਜਾਣਾ। ਆ ਵੇਖਿਆ ਤੇ ਸ਼ਾਂਤੀ ਕਿੱਥੋਂ ਹੋਣੀ? ਮਨ ਹੀ ਤੇ ਅਸ਼ਾਂਤ ਹੈ। ਹੁਣ ਮਨ ਨੂੰ ਭਾਵੇਂ ਏਸੀ ਵਾਲੇ ਕਮਰੇ 'ਚ ਪਾ ਦੋ, ਭਾਵੇਂ ਗਾਰਡਨ 'ਚ ਲੈ ਜਾਓ, ਜੇ ਉਹ ਅਸ਼ਾਂਤ ਆ ਤੇ ਉਹਨੂੰ ਮਜ਼ਾ ਨਹੀਂ ਆਉਣਾ, ਉਹਨੇ ਦੁਖੀ ਰਹਿਣਾ ਵਾ। ਬਿਲਕੁਲ। ਤੇ ਨਾਮ ਨੇ ਇਹਨੂੰ ਸ਼ਾਂਤ ਕਰ ਦੇਣਾ, ਕਿਉਂਕਿ ਉਹਦੀ ਪਿਆਰ ਥੋੜੀ ਜਿਹੜੀ ਪਿਆਸ ਹੈ ਨਾ, ਉਹਨੂੰ ਨਾਮ ਦੀ ਪਿਆਸ ਹੈ, ਨਾਮ ਨੂੰ ਮਿਲਦਾ ਨਹੀਂ, ਇਸ ਲਈ ਦੁਖੀ ਹੋ। ਹੁਣ ਤੁਸੀਂ ਵੇਖੋ ਜਿਹੜੇ ਬ੍ਰਹਮ ਗਿਆਨੀ ਨੇ, ਉਹਨਾਂ ਨੇ ਤੇ ਮਾੜੇ ਮੋਟੇ ਕੱਪੜੇ ਪਾਏ ਹੁੰਦੇ, ਕਿੰਨੇ ਸੰਤੁਸ਼ਟ ਹੁੰਦੇ ਹੋ, ਗਤੀਹੀਨ, ਕਿਉਂਕਿ ਉਹਨਾਂ ਦਾ ਜਿਹੜਾ ਉਹ ਸਭ ਤੋਂ ਦੇਖੋ, ਸੰਤੋ ਮਾਖਣ ਖਾਇਆ ਸਾਜ ਪੀਏ ਜਗ ਸਾਰਾ। ਸੰਤਨ ਮਾਖਣ ਖਾਇਆ ਛਾਛ ਪੀਏ ਸੰਸਾਰਾ। ਹਾਂਜੀ ਹਾਂ, ਤੇ ਵੇਖ ਲਓ ਸੰਸਾਰਾ ਜਿਹੜਾ ਵਾ ਸਾਰਾ ਛਾਛ ਪੀਂਦਾ, ਉਹ ਮੱਖਣ ਖਾਂਦੇ ਆ। ਮੱਖਣ ਖਾਂਦੇ ਮਤਲਬ ਕਿ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਉਸ ਆਨੰਦ ਨੂੰ ਮਾਣਦੇ ਨੇ, ਉਹਨੂੰ ਪੀਂਦੇ ਨੇ। ਗਤੀਹੀਨ ਅਵਸਥਾ, ਉੱਥੇ ਕੋਈ ਇੱਛਾ ਨਹੀਂ ਹੈਗੀ। ਇੱਥੇ ਵੇਖੋ ਹਰੀ ਫਿਰ ਕਹਿੰਦੇ ਮਨ ਵਸਾਇਆ, ਹਰੀ ਮਨ 'ਚ ਵਸ ਗਿਆ, ਸ਼ਾਂਤੀ ਆ ਗਈ, ਗਤੀ ਰੁਕ ਗਈ। ਇਹ ਨਹੀਂ ਕਿ ਕਰਮ ਬੰਦ ਕਰਤੇ, ਕਰਮ ਓਦਾਂ ਹੀ ਚੱਲਣੇ ਆ, ਜੀਵਨ ਆਪਾਂ ਓਦਾਂ ਹੀ ਬਤੀਤ ਕਰਨਾ ਹੈ। ਪਰ ਹੁਣ ਇੱਛਾ ਨਹੀਂ ਹੈਗੀ, ਕੰਮ ਹੋਇਆ ਜੇ ਨਾ ਹੋਇਆ ਕੋਈ ਫਰਕ ਨਹੀਂ ਪੈਂਦਾ। ਮੈਂ ਕੋਸ਼ਿਸ਼ ਕਰਾਂਗਾ, ਹੋ ਗਿਆ ਤੇ ਬਹੁਤ ਵਧੀਆ, ਨਹੀਂ ਹੋਇਆ ਤੇ ਤਾਂ ਵੀ ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ ਸਭ, ਅਗਲੀ ਤੁਕ ਬੋਲ ਦੋ। ਆਖਰੀ ਦੇ ਵਿੱਚ ਮਹਾਰਾਜ ਕਹਿੰਦੇ ਆ, ਭਾਈ ਇਹ ਨਾਮ ਹੀ ਪ੍ਰਗਟ ਕਰਨਾ ਹੈ, ਭਾਈ ਇਹੀ ਰਤਨ ਹੈਗਾ। ਨਾਨਕ ਨਾਮ ਰਤਨ ਹੈ, ਗੁਰਮੁਖ ਹਰਿ ਧਿਆਇਆ। ਗੁਰੂ ਦੇ ਰਾਹੀਂ ਜਿਹੜਾ ਹੈਗਾ ਪਰਮੇਸ਼ਰ ਨੂੰ ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਇਹ ਰਤਨ ਵੀ ਮਿਲ ਜਾਂਦਾ ਹੈ, ਤੇ ਮਾਲਕ ਪਰਮਾਤਮਾ ਦੇ ਵਿੱਚ ਵੀ ਜਿਹੜਾ ਹੈਗਾ, ਆਪਣੀ ਆਤਮਾ ਦੇ ਵਿੱਚ ਵੀ ਆਪਣਾ ਜਿਹੜੀ ਹੈਗੀ ਮਨ ਜਿਹੜਾ ਹੈਗਾ ਸੁਰਤ ਲੀਨ ਹੋ ਜਾਂਦੀ। ਹਾਂਜੀ ਵਿੱਚ ਹਾਂਜੀ ਸਾਧ ਸੰਗਤ ਜੀ, ਗੁਰੂ ਜੀ ਇੱਥੇ ਸਮਝਾ ਰਹੇ ਨੇ, ਨਾਨਕ ਨਾਮ ਰਤਨ ਹੈ, ਗੁਰਮੁਖ ਹਰਿ ਧਿਆਇਆ। ਉਹ ਕਹਿੰਦੇ ਕਿ ਜਦੋਂ ਤੁਸੀਂ ਉਹਨਾਂ ਗੁਰਮੁਖਾਂ ਦੀ ਸੰਗਤ ਕੀਤੀ ਜਿਹੜੇ ਭੇਦ ਨੂੰ ਜਾਣਦੇ ਆ, ਤੇ ਫਿਰ ਉਹ ਨਾਮ ਜਿਹੜਾ ਰਤਨ ਆ ਉਹ ਤੁਹਾਡੇ ਜੀਵਨ 'ਚ ਆ ਜਾਂਦਾ, ਔਰ ਉਹਦੇ ਲਈ ਸਮਾਂ ਵੀ ਜ਼ਿਆਦਾ ਨਹੀਂ ਲੱਗਦਾ। ਔਰ ਜਦੋਂ ਉਹ ਨਾਮ ਰੂਪੀ ਰਤਨ ਸਾਡੇ ਜੀਵਨ 'ਚ ਆ ਜਾਂਦਾ, ਫਿਰ ਸਾਰੀਆਂ ਉੱਪਰਲੀਆਂ ਅਵਸਥਾ ਜਿਹੜੀਆਂ ਨੇ, ਉੱਪਰ ਵੇਖ ਲਓ, ਸਾਰੀਆਂ ਸ਼ਾਂਤੀ, ਆਨੰਦ ਤੇ ਹੋਰ ਹਉਮੈ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਰੋਗ ਸਾਰੇ ਚੱਲ ਜਾਂਦੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਚੱਲ ਜਾਂਦਾ ਹੈ। ਔਰ ਸਾਡੀ ਜਿਹੜੀ ਬੁੱਧੀ ਹੈ, ਸਧਾਰਨ ਬੁੱਧੀ ਹੈ, ਉਹਦੀ ਜਗ੍ਹਾ ਸਾਨੂੰ ਪਰਮਾਤਮਾ ਜਿਹੜਾ ਹੈ ਵਿਵੇਕ ਬੁੱਧੀ ਦੇ ਦਿੰਦਾ। ਹੁਣ ਤੁਸੀਂ ਆਪਣਾ ਹਿਸਾਬ ਲਾ ਲਓ ਕਿ ਤੁਹਾਡੇ ਜੀਵਨ 'ਚ ਕਿਹੜੀ ਕਿਹੜੀ ਚੀਜ਼ ਆ ਰਹੀ ਹੈ, ਤੇ ਜੇ ਇਹਨਾਂ 'ਚ ਇੱਕ ਚੀਜ਼ ਵੀ ਆ ਰਹੀ ਹੈ ਤੇ ਸਮਝ ਲਓ ਕਿ ਬਹੁਤ ਵੱਡੀ ਪ੍ਰਾਪਤੀ ਹੈ, ਬਹੁਤ ਵੱਡੀ ਪ੍ਰਾਪਤੀ। ਠੀਕ ਹੈ ਨਿੱਜਰ ਸਾਹਿਬ। ਤੇ ਇੱਥੇ ਸਾਧ ਸੰਗਤ ਜੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਕਿਤਾਬਾਂ ਪੜ੍ਹ ਕੇ ਜਾਂ ਮੈਂ ਗ੍ਰੰਥ ਪੜ੍ਹ ਕੇ ਵਿਵੇਕ ਬੁੱਧੀ ਹਾਸਲ ਕਰ ਲਈ। ਉਹ ਕਹਿੰਦੇ ਕਿ ਨਾਮ ਹੀ ਜਪਿਆ, ਬਸ ਧਿਆਨ ਸਿਮਰਨ ਕੀਤਾ, ਇਹ ਸਾਰਾ ਕੁਝ ਆਪਣੇ ਆਪ ਹੋਇਆ। ਇਹ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ, ਇਹ ਸਹੀ ਗੱਲ ਹੈ। ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਤੇ ਕੇਵਲ ਉਹਦੇ ਚਰਨਾਂ 'ਚ ਆਪਣਾ ਧਿਆਨ ਇਕਾਗਰ ਕਰਕੇ ਬਹਿਣਾ ਵਾ ਬਸ। ਜਦੋਂ ਅਸੀਂ ਆਪਣੀ ਕਿਸ਼ਤੀ ਨੂੰ ਸਮੁੰਦਰ ਵਿੱਚ ਛੱਡ ਦਿੰਦੇ ਆ ਤੇ ਫਿਰ ਉੱਥੇ ਬਹਿ ਜਾਂਦੇ ਆ ਨਾ, ਤੇ ਫਿਰ ਉਹ ਕੁਦਰਤ ਆਪਣੇ ਆਪ ਹੀ ਸਾਡੀ ਟੇਕ ਕੇਅਰ ਕਰਦੀ ਆ, ਕਿਉਂਕਿ ਉਹਦੀ ਜ਼ਿੰਮੇਵਾਰੀ ਹੈਗੀ ਆ। ਉਹ ਕਹਿੰਦੀ ਹੈ, ਇਹ ਬੰਦਾ ਤੇ ਯਾਰ ਇਹ ਬੈਠਾ ਵਾ ਚਰਨਜੀਤ, ਵੇਖ 1 ਘੰਟਾ ਰੋਜ਼ ਬਹਿੰਦਾ, ਕੁਛ ਨਹੀਂ ਕਰਦਾ, ਕਿਸ਼ਤੀ ਤੇ ਜਿਹੜੀ ਚੱਪੂ ਨਹੀਂ ਮਾਰਦਾ, ਆਪਣੀ ਚਲਾਕੀਆਂ ਛੱਡਦੀਆਂ ਨੇ, ਕਿਸ਼ਤੀ ਰੋਜ਼ ਸੁੱਟਦਾ ਸਮੁੰਦਰ 'ਚ, 1 ਘੰਟਾ ਜਾ ਕੇ ਉੱਥੇ ਸਮੁੰਦਰ 'ਚ ਛੱਡ ਆਉਂਦਾ ਵਾ, ਸੋਨੇ ਦੇ ਸਮੁੰਦਰ 'ਚ। ਤੇ ਫਿਰ ਪ੍ਰਮਾਤਮਾ 2-4 ਦਿਨ ਵਹਿੰਦਾ ਰਹਿੰਦਾ, ਤੇ ਫਿਰ ਕਹਿੰਦਾ ਕਿ ਇਹ ਬੰਦਾ ਤੇ ਰੋਜ਼ ਆਉਣ ਡਿਆ ਪਿਆ ਵਾ, ਇਹਦਾ ਕੁਛ ਕਰਨਾ ਪੈਣਾ ਮੈਨੂੰ।
ਵਿਚਾਰ ਕਰਦਾ, ਉਹ ਪਹਿਲਾਂ ਨਹੀਂ ਕਰਦਾ, ਇੱਕਦਮ ਨਹੀਂ ਕਰਦਾ ਮੈਂ ਕਵਾਂ ਕਿ ਪਟਕ ਤੁਹਾਡੀ ਸੁਣ ਲਊਗਾ, ਨਾ 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 ਨਾ, ਫਿਰ ਵਹਿੰਦਾ ਰਹਿੰਦਾ। ਇਹ ਰੋਜ਼ ਆਉਂਦਾ ਬੰਦਾ। ਫਿਰ ਇੱਕ ਦਿਨ ਕਹਿੰਦਾ ਕਿ ਚੱਲ ਯਾਰ, ਬੰਦਾ ਤੇ ਕਿ ਕੰਮ ਦਾ ਨਹੀਂ ਹੈਗਾ, ਬੜੇ ਇਹਨੇ ਸਵਾਹ ਬਹੁਤ ਇਕੱਠੀ ਕੀਤੀ ਹੈ, ਚੱਲ ਕੋਈ ਨਹੀਂ ਇਹਨੂੰ ਨਾਮ ਦੇ ਦਈਏ। ਦੇ ਦਿੰਦਾ ਨਾਮ। ਸਮਝ ਲਓ ਕਿ ਸਾਡੇ ਵਾਂਗੂ ਹੀ ਸੋਚਦਾ ਪ੍ਰਮਾਤਮਾ ਤੋਂ ਹੀ, ਅਸੀਂ ਵੀ ਉਹਦੇ ਬੱਚੇ। ਜਦੋਂ ਸਾਡੇ ਕੋਲ ਕੋਈ ਬੰਦਾ ਬਾਰ-ਬਾਰ ਮੰਗੀ ਜਾਊ ਇੱਕ ਦਿਨ ਹੀ ਕਹਿਣਾ ਯਾਰ ਪਾਲਤਤਾ ਤੇ ਨਹੀਂ ਹੈਗੀ ਤੇਰੀ, ਚੱਲ ਤੂੰ ਲੈ ਜਾ। ਕੀ ਹੈ ਨਿੱਜਰ ਸਾਹਿਬ? ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੈਗਾ ਨਾ। ਦੇਖੋ ਕਿ ਇੱਕ ਨਾ ਦੱਸਦੇ ਨਾ, ਜਿਸ ਤਰ੍ਹਾਂ ਕੋਈ ਮੰਗਤਾ ਜਿਹੜਾ ਹੁੰਦਾ ਹੈ ਉਹ ਆ ਜਾਂਦਾ ਹੈ, ਜਿਹੜਾ ਹੈਗਾ ਭਗਵੇ ਕੱਪੜੇ ਪਾ ਕੇ ਤੇ ਨਾਲ ਜਿਹੜਾ ਹੈਗਾ ਸਾਰਾ ਲੈ ਕੇ ਉਹਦਾ ਉਹ ਝੋਲੀ ਤੇ ਮੁੰਦਾਂ ਪਾਈਆਂ ਹੋਈਆਂ ਤੇ ਬਾਰ-ਬਾਰ ਕਹਿੰਦਾ ਹੈ ਅਲਗ ਨਿਰੰਜਨ। ਉਹ ਫਿਰ ਜਿਹੜੀ ਹੈਗੀ ਉਹ ਜਿਹੜੀ ਅੰਦਰੋਂ ਜਿਹੜੀ ਹੈਗੀ ਉਹਦੀ ਜਿਹੜੀ ਨੂੰਹ ਬਾਹਰ ਝਾੜੂ ਲਾਉਂਦੀ, ਕਹਿੰਦੀ ਜਾ ਬਾਬਾ ਜਾ, ਹੈ ਨੀ ਗਾ, ਫਿਰ ਆਈ। ਫਿਰ ਦੂਜੀ ਵਾਰੀ ਫਿਰ ਅਲਗ ਨਿਰੰਜਨ, ਫਿਰ ਵਾਰ-ਵਾਰ ਉਹ ਕਹਿੰਦੀ ਫਿਰ ਜਾ, ਤੇ ਤੀਜੀ ਵਾਰੀ ਫਿਰ ਇਸ ਤਰ੍ਹਾਂ ਹੀ। ਤੇ ਅੰਦਰੋਂ ਫਿਰ ਜਿਹੜੀ ਹੈਗੀ ਉਹਦੀ ਸੱਸ ਕਹਿੰਦੀ ਦੇ ਇਹਨੂੰ, ਇਹਨੇ ਨਹੀਂ ਹਟਣਾ, ਦੇ ਇਹਨੂੰ, ਮੈਨੂੰ ਪਤਾ ਹੈ ਇਹਦਾ। ਉਵੇਂ ਦੀ ਗੱਲ ਹੈ। ਇਹ ਢੀਠ ਹੈਗਾ। ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ, ਕਹਿੰਦੇ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ। ਬਸ ਉਹ ਤੇ ਵੈਸੇ ਵੀ ਉਹਦੇ ਦਰ ਤੇ ਬਹਿੰਦੇ ਬੜਾ ਮਜ਼ਾ ਨਿੱਜਰ ਸਾਹਿਬ, ਦਵੇ ਨਾ ਦਵੇ ਉਹ ਗੱਲ ਵੱਖਰੀ ਹੈ, ਉਹਦੇ ਬਹਿੰਦੇ ਬੜਾ ਆਨੰਦ ਆ। ਬਹੁਤ ਜੀ ਬਿਲਕੁਲ, ਇਹ ਤਾਂ ਬਿਲਕੁਲ ਤੁਹਾਡੀ ਸੋਲਾਂ ਨੇ ਗੱਲ ਹੈਗੀ ਆ। ਬਿਲਕੁਲ ਭਗਤੀ ਦੇ ਵਿੱਚ ਦਵੇ ਨਾ ਦਵੇ ਤੇ ਸਾਡੀ ਟੈਨਸ਼ਨ ਹੀ ਨਹੀਂ ਹੈਗੀ। ਬਿਲਕੁਲ ਉੱਥੇ ਦਰ ਤੇ ਨਾ ਉਹ ਆਨੰਦ ਉਡਾਉਂਦਾ, ਉਹਦੇ ਬੂਹੇ ਗੜੀ ਬਹਿ ਗਈ ਹੈ ਨਾ ਖੋਲੇ ਕੀ ਫਰਕ ਪੈਂਦਾ, ਉਹਦੇ ਦਰਵਾਜ਼ੇ ਤੇ ਬਹਿਣਾ ਵੀ ਨਸੀਬ ਹੋ ਜੇ ਨਿੱਜਰ ਸਾਹਿਬ, ਹੋਰ ਕੀ ਚਾਹੀਦਾ ਸਾਨੂੰ। ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਜੀ, ਬਿਲਕੁਲ ਸਹੀ ਹੈ। ਹਾਂ, ਬੜਾ ਆਨੰਦ ਆਉਂਦਾ ਉਹ ਦਰਵਾਜ਼ੇ ਤੇ ਬਹਿਣ ਦਾ। ਭਾਵੇਂ ਨਾ ਵੀ ਖੋਲੇ, ਸਾਨੂੰ ਕੀ ਫਰਕ ਪੈਂਦਾ, ਪਰ ਅਸੀਂ ਸਭ ਤੋਂ ਅੱਗੇ ਬੈਠੇ ਦਰਵਾਜ਼ੇ ਚ ਉਹਦੇ, ਤੇ ਇੱਕ ਦਿਨ ਖੋਲੀ ਦੇਣਾ ਉਹਨੇ। ਬਿਲਕੁਲ ਉਹ ਤੇ ਆਪ ਕਹਿੰਦੇ ਆ ਭਰਾਵਾ ਆ ਜਾ ਵਾਪਸ, ਕਿੱਥੇ ਤੁਰਿਆ ਫਿਰਦਾ ਬਾਹਰ, ਐਵੇਂ ਹੱਥ ਪੱਲੇ ਨਾ ਮਾਰ, ਕਿਉਂਕਿ ਇਹ ਤੇ ਮੈਂ ਹੀ ਤੇ ਮਾਇਆ ਰਚੀ ਹੈ, ਤੇ ਬਾਹਰ ਮੁਖੀ ਨਾ ਹੋਇਆ, ਅੰਤਰਮੁਖੀ ਹੋਇਆ। ਠੀਕ ਹੈ ਨਿੱਜਰ ਸਾਹਿਬ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਠੀਕ ਹੈ ਜੀ, ਬਹੁਤ ਵਧੀਆ, ਚਲੋ ਜੀ, ਓਕੇ, ਸਾਧ ਸੰਗਤ ਜੀ।